ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰੇ, ਪਹਿਲਾਂ ਦੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਸਾਰੀ ਕੌਮ ਨੂੰ ਸਰਦਾਰ ਮਾਨ ਦੀ ਜਿੱਤ ਦੇ। ਮਹਾਰਾਜ ਦੀ ਕਿਰਪਾ ਦੇ ਸ਼ਹੀਦ ਸਿੰਘਾਂ ਦੇ ਪੈਰਾਂ ਸਦਕਾ ਸਰਦਾਰ ਮਾਨ ਜਿੱਤੇ ਆ ਤੇ ਕੌਮੀ ਝੰਡਾ ਬੁਲੰਦ ਕਰਦੇ ਇੰਡੀਅਨ ਸਟੇਟ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਕੌਮ ਦੇ ਮੁੱਦੇ ਚੁੱਕਣਗੇ। ਤੇ ਹਾਂਜੀ ਬਾਈ, ਦੇਖੋ, ਇਹ ਬਹੁਤ ਜ਼ਰੂਰੀ ਮਸਲਾ ਸੀ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਸਾਰੇ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਵੀ ਮਾਨ ਸਾਹਿਬ ਦੀ ਹਮਾਇਤ ਕੀਤੀ ਹੈ। ਨਿੱਜੀ ਸਵਾਰਥਾਂ ਤੋਂ, ਨਿੱਜੀ ਗਰਜਾਂ ਤੋਂ ਉੱਤੇ ਉੱਠ ਕੇ ਆਪਸੀ ਮਤਭੇਦ ਭੁਲਾ ਕੇ ਉਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਜਿਹੜੀ ਜਿੱਤ ਦੇ ਮਾਇਨੇ ਨੇ, ਵੈਸੇ ਤੇ ਕਹਿਣ ਨੂੰ ਇਹ 2 ਸਾਲ ਬਚੀ ਹੋਈ ਇੱਕ ਮੈਂਬਰ ਪਾਰਲੀਮੈਂਟ ਦੀ ਖਾਲੀ ਕੀਤੀ ਸੀਟ ਸੀ, ਪਰ ਅਸਲ 'ਚ ਇਹਦੇ ਮਾਇਨੇ ਤੋਂ ਬਹੁਤ ਜ਼ਿਆਦਾ ਵੱਡੇ। ਜਦੋਂ ਅਮਰਗੜ੍ਹ ਦੀ ਇਲੈਕਸ਼ਨ ਹੋਈ ਹੈ ਤੇ ਅਮਰਗੜ੍ਹ ਦੀ ਇਲੈਕਸ਼ਨ ਤੋਂ ਪਹਿਲਾਂ ਦੀਪ ਸਿੱਧੂ ਦੀ ਸ਼ਹੀਦੀ ਹੁੰਦੀ ਹੈ, ਉਦੋਂ ਇੱਕ ਫੈਨ ਸੀ ਆਮ ਆਦਮੀ ਪਾਰਟੀ ਦੇ ਹੱਕ 'ਚ, ਜਿਹੜਾ ਉਹ ਕਹਿੰਦੇ ਨਾ ਮੱਛੀਆਂ ਪੱਥਰ ਚੱਟ ਕੇ ਮੁੜਦੀਆਂ, ਉਹ ਚੱਟ ਕੇ ਹੀ ਮੁੜੀਆਂ। ਪਰ ਬਹੁਤ ਲੋਕਾਂ ਨੇ ਪੱਥਰ ਚੱਟ ਕੇ ਇਸ ਵਾਰ ਦੁਬਾਰਾ ਪੱਥਰ ਚੱਕਣ ਦੀ ਗਲਤੀ ਨਹੀਂ ਕੀਤੀ। ਉਹਨਾਂ ਨੇ ਸਗੋਂ ਇਹ ਵੇਖਿਆ ਵੀ ਇਹ ਕੌੜਾ ਹੈ ਕੰਮ ਤੇ ਉਹ ਮੋੜਾ ਹੈ। ਉਦੋਂ ਮੈਂ ਇਹ ਗੱਲ ਕਹੀ ਸੀ ਜਦੋਂ ਮਾਨ ਸਾਹਿਬ ਦੀ ਤੋਂ ਹਾਰੇ ਸੀ ਥੋੜ੍ਹੇ ਜਿਹੇ ਮਾਰਜਨ ਦੇ ਨਾਲ, ਤੇ ਬੜੇ ਲੋਕ ਨਿਰਾਸ਼ ਹੋਏ ਸੀ ਆਪਣੇ, ਤੇ ਮੈਂ ਉਹਨੇ ਗੱਲ ਕਹੀ ਸੀ ਵੀ ਇਹਨੂੰ ਤੁਸੀਂ ਹਾਰ ਜਿੱਤ ਦੇ ਮਾਇਨਿਆਂ ਤੋਂ ਉੱਤੇ ਖੜੇ ਹੋ ਕੇ ਵੇਖੋ ਵੀ ਇਹ ਪੰਥਕ ਰਾਜਨੀਤੀ ਜਿਹੜੀ ਹੈ ਨਾ, ਉਹ ਮੁੜ ਸੁਰਜੀਤ ਹੋਈ ਹੈ। ਇਹਨਾਂ ਵੋਟ ਸ਼ੇਅਰ ਵਧਿਆ ਹੈ, ਅੱਗੇ ਭਵਿੱਖ ਦੇ ਵਿੱਚ ਸਾਡੇ ਲਈ ਬਹੁਤ ਫਾਇਦੇਮੰਦ ਹੋਊਗਾ। ਉਹੀ ਗੱਲ ਹੋਈ ਸੰਗਰੂਰ ਇਲੈਕਸ਼ਨ ਦੇ ਵਿੱਚ। ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ ਵੀ ਜਿਹੜੀ ਪਾਰਟੀ 3 ਮਹੀਨੇ ਪਹਿਲਾਂ 92 MLA ਜਿਤਾ ਕੇ ਤੇ ਆਈ ਹੋਵੇ, ਸਰਕਾਰ ਬਣਾਈ ਹੋਵੇ, ਜਿਨ੍ਹਾਂ ਨੇ, ਜਿਸ ਪਾਰਟੀ ਦਾ ਮੁੱਖ ਮੰਤਰੀ ਉਹ ਜਿਹੜੀ ਸੀਟ ਦੇ ਉੱਤੋਂ ਪਹਿਲੀ ਵਾਰ MP ਬਣਿਆ ਹੋਵੇ, ਜਿੱਥੇ ਉਹਦੀ ਜੜ ਲੱਗੀ ਹੋਵੇ ਪੂਰੇ ਹਿੰਦੁਸਤਾਨ 'ਚ, ਜਿਹੜੀ ਪਾਰਟੀ ਦੀ ਜਿਹੜੀ ਜਗ੍ਹਾ ਤੋਂ, ਤੇ ਉਹ 3 ਵਾਰ MP ਬਣ ਚੁੱਕਾ ਹੋਵੇ, ਉਸ ਜਗ੍ਹਾ ਦੇ ਉੱਤੇ ਉਹਨਾਂ ਦੀ ਛੱਡੀ ਹੋਈ ਸੀਟ, ਜਿਹੜੀ ਮੈਨੂੰ ਲੱਗਦਾ ਕਿ ਹਿਸਟਰੀ ਦੇ ਵਿੱਚ ਕਿਤੇ ਨਹੀਂ ਇਹੋ ਜਿਹਾ ਘਟਨਾ ਵਾਪਰੀ ਹੋਣੀ ਕਿ ਇੱਕ ਪਾਰਟੀ 3 ਮਹੀਨੇ ਬਾਅਦ ਸਰਕਾਰ ਬਣਾ ਕੇ ਆਪਣੀ ਛੱਡੀ ਹੋਈ ਸੀਟ ਤੋਂ ਹਾਰ ਜਾਂਦੀ ਹੈ। ਉਹ ਕੁਛ ਕੀਤਾ। ਇਹ ਹੁੰਦਾ ਹੈ ਕਿ ਜਦੋਂ ਤੁਸੀਂ ਮਹਾਰਾਜ ਦੇ ਬਚਨ ਹੈ, ਬੜੇ ਬੜੇ ਹੰਕਾਰੀਆ ਨਾਨਕ ਗਰਵ ਕਰੇ, ਇਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਦੀ ਕੁਰਸੀ 'ਤੇ ਬਹਿ ਕੇ ਸ਼ਾਇਦ ਅਸੀਂ ਰੱਬ ਬਣ ਗਏ ਹਾਂ, ਤੇ ਇਹ ਕਿਸੇ ਨੂੰ ਟਿੱਚ ਨਹੀਂ ਸੀ ਜਾਣਦੇ। ਇਹਨਾਂ ਨੇ ਸਿੱਖਾਂ ਦੀ ਕਕਾਰਾਂ ਨੂੰ, ਸਿੱਖਾਂ ਦੀਆਂ ਨਿਸ਼ਾਨੀਆਂ ਨੂੰ, ਨਿਸ਼ਾਨ ਸਾਹਿਬ ਨੂੰ, ਕਿਰਪਾਨ ਨੂੰ ਕੋਝੇ ਮਜ਼ਾਕ ਕੀਤੇ ਸੀ। ਉਹਦਾ ਜਿਹੜਾ ਫਲ ਹੈ ਇਹਨਾਂ ਨੂੰ ਮਿਲਿਆ। ਸੋ ਹੁਣ ਸਾਡੇ ਵਾਸਤੇ ਜਿੱਤ ਦੇ ਮਾਇਨੇ ਇਹ ਹੈ ਵੀ ਇੱਕ ਤਾਂ ਸਿੰਪਲ ਜੀ ਗੱਲ ਹੈ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਪਾਰਟੀ ਖਾਲਿਸਤਾਨ ਦੇ ਕਨਸਟੀਟਿਊਸ਼ਨ ਦੇ ਇਲੈਕਸ਼ਨ ਲੜਦੀ ਰਹੀ ਹੈ। ਖਾਲਿਸਤਾਨ ਦੇ ਸਿਧਾਂਤ ਦੇ ਉੱਤੇ ਹਮੇਸ਼ਾ ਹੀ ਖੜੇ ਰਹੇ ਨੇ ਮਾਨ ਸਾਹਿਬ, ਚਾਹੇ ਉਹ ਜਿੱਤੇ ਨੇ ਚਾਹੇ ਹਾਰੇ ਨੇ। ਇਹਦਾ ਅਰਥ ਇਹ ਹੈ ਵੀ ਜਿਹੜੇ ਬੰਦੇ ਸਾਨੂੰ ਟਿੱਚਰਾਂ ਕਰਦੇ ਸੀ ਵੀ ਮਾਨ ਨੇ ਵੋਟਾਂ ਕੀਤੀਆਂ, ਤੇ ਇੰਨੇ ਕੁ ਖਾਲਿਸਤਾਨੀ ਨੇ ਪੂਰੇ ਪੰਜਾਬ ਦੇ ਵਿੱਚ, ਉਹ ਹੁਣ ਸਾਬਤ ਹੋ ਗਿਆ ਵੀ ਇਕੱਲੇ ਸੰਗਰੂਰ ਦੇ ਵਿੱਚ ਹੀ 2-2.5 ਲੱਖ ਦੀ ਵੋਟ ਬਣੀ ਹੈ। ਉਹ ਨੇ ਹਲੇ ਜਿਹੜੇ ਬੱਚੇ ਨੇ ਜਿਹੜੇ ਵੋਟ ਪਾਉਣ ਨਹੀਂ ਗਏ, 45% ਸਿਰਫ ਪੋਲਿੰਗ ਹੋਈ ਹੈ। ਮਤਲਬ ਇਕੱਲੇ ਸੰਗਰੂਰ 'ਚ ਹੀ ਲਗਭਗ ਮੈਜੋਰਿਟੀ ਜਿਹੜੇ ਲੋਕ ਆ ਉਹ ਖਾਲਿਸਤਾਨ ਦੇ ਹਮਾਇਤੀ ਹੈ। ਉਹਨਾਂ 'ਚ ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਸਿੱਖ ਵੀ ਨੇ, ਸਾਰੇ ਖਾਲਿਸਤਾਨ ਚਾਹੁੰਦੇ ਆ। ਤੇ ਜੇ ਇਹੋ ਸਰਵੇ ਪੰਜਾਬ 'ਚ ਹੋਵੇ ਪੂਰੇ 'ਚ, ਤੇ ਮੈਨੂੰ ਲੱਗਦਾ ਵੀ ਅੱਜ ਦੀ ਡੇਟ ਦੇ ਵਿੱਚ ਪੂਰਾ ਪੰਜਾਬ ਚਾਹੁੰਦਾ ਵੀ ਅਸੀਂ ਖਾਲਿਸਤਾਨ ਜਿਹੜਾ ਬਣਾ ਕੇ ਤੇ ਹਿੰਦੁਸਤਾਨ ਦੀ ਇਸ ਗੁਲਾਮੀ 'ਚੋਂ ਅਸੀਂ ਬਾਹਰ ਆ ਜਾਈਏ। ਪਿੱਛੇ ਜੇ ਨਾ ਇੱਕ ਟੈਰੀ ਜਿਹੜਾ ਪੱਤਰਕਾਰ ਹੈ, ਜਿਹੜਾ ਸਿੱਖਾਂ ਦੇ ਖਿਲਾਫ ਕਾਫੀ ਬੋਲਦਾ, ਉਹਦੇ ਨਾਲ ਇੱਕ ਟਵਿੱਟਰ ਸਪੇਸ ਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਸੀ। ਖਾਲਿਸਤਾਨ ਨੂੰ ਉਹਨੇ ਡਿਲੈਜੀਟੀਮਾਈਜ਼ ਕਰਨ ਦੇ ਵਾਸਤੇ ਇਹ ਗੱਲ ਕਹੀ ਕਿ ਤੁਹਾਡੇ ਖਾਲਿਸਤਾਨੀ ਤੁਸੀਂ ਰੌਲਾ ਪਾਉਂਦੇ ਬਾਹਰ ਬਹਿ ਕੇ, ਵੈਸੇ ਤੁਹਾਡੀਆਂ ਵੋਟਾਂ 'ਤੇ ਮਾਨ ਨੂੰ ਇੰਨੀਆਂ ਕੁ ਪੈਂਦੀਆਂ ਉਹ ਖਾਲਿਸਤਾਨ ਦੀ ਪਾਰਟੀ। ਅੱਜ ਸਾਨੂੰ ਟੈਰੀ ਨੂੰ ਟੈਗ ਕਰਕੇ ਮੈਨੂੰ ਉਹਦੀ ਆਈਡੀ ਨਹੀਂ ਲੱਭੀ, ਟਵੀਟ ਕਰਨਾ ਚਾਹੀਦਾ ਕਿ ਤੂੰ ਉਦੋਂ ਇਹ ਗੱਲ ਕਹੀ ਸੀ ਵੀ ਪੰਜਾਬ ਦੇ ਵਿੱਚ ਗਿਣਤੀ ਦੇ ਖਾਲਿਸਤਾਨੀ ਆ ਕੁਝ ਹਜ਼ਾਰਾਂ ਦੇ ਵਿੱਚ। ਅੱਜ ਪੰਜਾਬ ਦੀ ਇੱਕ ਡਿਸਟ੍ਰਿਕਟ ਆ ਸੰਗਰੂਰ, ਉਹਦੇ ਵਿੱਚ ਹੀ ਲੱਖਾਂ ਲੋਕ ਜਿਹੜੇ ਆ ਉਹ ਖਾਲਿਸਤਾਨ ਦੇ ਹਮਾਇਤੀ ਸਮਰਥਕ ਆ। ਸੋ ਉਹਦਾ ਵੀ ਜਵਾਬ ਸਾਨੂੰ ਇਸ ਗੱਲ ਵਿੱਚ ਲੈਣਾ ਚਾਹੀਦਾ। ਦੂਜੀ ਗੱਲ, ਪੰਥਕ ਰਾਜਨੀਤੀ ਕਿਹੜੀ ਦਿਸ਼ਾ ਨੂੰ ਮੁੜ ਰਹੀ ਆ, ਪੰਜਾਬ ਦਾ ਨੌਜਵਾਨ ਕੀ ਚਾਹ ਰਿਹਾ, ਇਹ ਅੰਡਰਸਟੈਂਡ ਕਰਨ ਦੀ ਸਭ ਤੋਂ ਵੱਡੀ ਜਿਹੜਾ ਕੰਪਲੈਕਸ ਮਸਲਾ ਉਹ ਹੈ ਵੀ ਇਹਨੂੰ ਅੰਡਰਸਟੈਂਡ ਕੀਤਾ ਜਾਵੇ। ਜਿਹੜਾ ਕਰ ਦੂਗਾ, ਤੁਹਾਡੀ ਮਿਹਨਤ ਬਹੁਤੀ ਮਾਇਨੇ ਨਹੀਂ ਰੱਖਦੀ, ਮਾਇਨੇ ਇਹ ਰੱਖਦਾ ਵੀ ਤੁਸੀਂ ਸਹੀ ਜਗ੍ਹਾ 'ਤੇ ਸਹੀ ਸਟੈਂਡ ਲੈ ਲਓ ਤੇ ਸਹੀ ਥਾਂ 'ਤੇ ਖੜੇ ਹੋ ਜਾਓ। ਨੌਜਵਾਨਾਂ ਨੇ ਆਪੇ ਤੁਹਾਡੇ ਲਾਉਣਾ। ਅੱਜ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਰਿਬੇਲੀਅਸ ਰਾਜਨੀਤੀ, ਜਿਹੜੀ ਬਗਾਵਤ ਪੁਣੇ ਦੀ ਰਾਜਨੀਤੀ ਹੈ,
ਉਹ ਚਾਹੁੰਦੀ ਹੈ। ਉਹ ਨਹੀਂ ਚਾਹੁੰਦੇ ਵੀ ਕੋਈ ਦਿੱਲੀ ਦੇ ਅੱਗੇ ਮਾਊ ਕਰਦਾ ਫਿਰੇ, ਕੋਈ ਸੰਵਿਧਾਨ ਦੀਆਂ ਸਾਨੂੰ ਸਹੁੰਆਂ ਖਾ ਕੇ ਕਹਿੰਦਾ ਫਿਰੇ ਮੈਂ ਸੰਵਿਧਾਨਿਕ ਤਰੀਕੇ ਨਾਲ ਆਹ ਕਰੂੰਗਾ ਉਹ ਕਰੂੰਗਾ। ਉਹ ਚਾਹੁੰਦੇ ਆ ਵੀ ਕੋਈ ਪੱਟ ਦੇ ਥਾਪੀ ਮਾਰੇ, ਕੋਈ ਮੁੱਛਾਂ ਨੂੰ ਤਾ ਦੇਵੇ ਦਿੱਲੀ ਦੇ ਅੱਗੇ, ਤੇ ਸਾਨੂੰ ਉਹ ਬੰਦਾ ਚਾਹੀਦਾ। ਇਹ ਗੱਲ ਨੌਜਵਾਨਾਂ ਨੇ ਪ੍ਰਤੱਖ ਰੂਪ 'ਚ ਜ਼ਾਹਰ ਕੀਤੀ। ਇਹ ਗੱਲ ਹੋਰ ਗਤੀ ਵੱਲ ਨੂੰ ਵਧਣੀ ਹੈ। ਅੱਜ ਤੇ ਪੱਟ ਤੇ ਥਾਪੀਆਂ ਮਾਰਨ ਤੱਕ ਦੀ ਗੱਲ ਹੈ। ਹੋ ਸਕਦਾ ਵੀ ਕੱਲ੍ਹ ਨੂੰ ਨੌਜਵਾਨ ਇਹ ਵੀ ਡਿਮਾਂਡ ਕਰਨ ਵੀ ਸਾਡਾ ਲੀਡਰ ਉਹ ਹੋਵੇ ਜਿਹੜਾ ਦਿੱਲੀ ਦੇ ਗਲਵੇ ਹੱਥ ਪਾ ਕੇ ਇਹਨੂੰ ਸਿੱਧਿਆਂ ਕਰੇ ਚੰਗੀ ਤਰ੍ਹਾਂ। ਸੋ ਇਹ ਅੱਜ ਜਿਹੜੇ ਲੀਡਰ ਹੈ, ਜਿਹੜੇ ਨੌਜਵਾਨ ਆਗੂ ਨੇ, ਜਿਹੜੇ ਨੌਜਵਾਨ ਨੇ, ਜਿਹੜੇ ਆਗੂ ਬਣਨਾ ਚਾਹੁੰਦੇ ਨੇ, ਉਹਨਾਂ ਵਾਗੇ ਭਈ ਇੱਕ ਰਾਹ ਦਿੱਤਾ ਹੈ ਵੀ ਉਹ ਤਿਆਰ ਹੋ ਜਾਣ, ਸਿਰ ਦੇਣ ਲਈ ਵੀ ਅਤੇ ਸਿਰ ਵੱਢਣ ਲਈ ਵੀ ਤਿਆਰ ਹੋ ਜਾਣ। ਕਿਉਂਕਿ ਇਹ ਰਾਜਨੀਤੀ ਹੁਣ ਉਸ ਪਾਸੇ ਨੂੰ ਤੁਰਦੀ ਹੈ, ਇਹਨੇ ਪਿੱਛੇ ਨਹੀਂ ਮੁੜਨਾ। ਇੱਥੇ ਜਿਹੜਾ ਬੰਦਾ ਪਿੱਛੇ ਮੁੜਨ ਦੀ ਗੱਲ ਕਰੂਗਾ ਉਹਨੂੰ ਪਿੱਛੇ ਖੜੀ ਨੌਜਵਾਨਾਂ ਦੀ ਫੌਜ ਪਹਿਲਾਂ ਆਪ ਹਲਾਲ ਕਰੂਗੀ। ਇਹ ਵੀ ਯਾਦ ਰੱਖਦਾ। ਸੋ ਅੱਜ ਜਿਹਦੇ ਦੇ ਲੱਤਾਂ ਭਾਰ ਨਹੀਂ ਚੱਲਦੀਆਂ ਉਹ ਘਰੇ ਬਹਿ ਜਾਵੇ, ਉਹਨੂੰ ਕੋਈ ਮਿਹਣਾ ਨਹੀਂ। ਪਰ ਜਿਹਨੇ ਇਸ ਰਾਹ 'ਤੇ ਤੁਰਨਾ ਹੈ ਉਹ ਚੰਗੀ ਤਰ੍ਹਾਂ ਇਹ ਸਮਝ ਲੈਣ, ਉਹ ਸੋਚ ਲੈਣ, ਵਿਚਾਰ ਲੈਣ। ਉਹ ਫਿਰ ਪਰਿਵਾਰਾਂ ਦਾ ਮੋਹ, ਸਾਰੀ ਚੀਜ਼ਾਂ ਦਾ ਮੋਹ, ਦੁਨਿਆਵੀ ਸੰਸਾਧਨਾਂ ਦਾ, ਕਾਰੋਬਾਰਾਂ ਦਾ, ਜੀਵਨ ਦਾ, ਸਵਾਸਾਂ ਦਾ, ਇਹ ਸਾਰੇ ਮੋਹ ਤਿਆਗ ਕੇ ਜਿਹੜਾ ਤਾਂ ਗੁਰੂ ਨੂੰ ਪੂਰਨ ਤੌਰ 'ਤੇ ਸਮਰਪਿਤ ਹੋਣ ਦੀ ਜੁਰਤ ਰੱਖਦਾ, ਜਿਹੜਾ ਇਹ ਅਰਦਾਸ ਬੇਨਤੀ ਕਰ ਸਕਦਾ ਹੈ ਕਿ ਅਸੀਂ ਅੱਜ ਘਰੋਂ ਚੱਲੇ ਹਾਂ ਅਤੇ ਨਾ ਵੀ ਮੁੜਾਂਗੇ ਤੇ ਮਹਾਰਾਜ ਕਿਰਪਾ ਕਰਨ, ਇਹੋ ਹੀ ਸਾਡਾ ਜੀਵਨ ਹੈ। ਉਹ ਬੰਦਾ ਹੀ ਪੰਜਾਬ ਦੀ ਰਾਜਨੀਤੀ ਦਾ ਭਵਿੱਖ ਹੈ ਆਉਂਦੇ 4 ਸਾਲਾਂ ਤੱਕ। ਅਗਲੀ ਜਿਹੜੀ ਇਲੈਕਸ਼ਨ ਹੈ ਉਹ ਕੋਈ ਗਲੀਆਂ ਨਾਲੀਆਂ ਦੇ ਮੁੱਦਿਆਂ 'ਤੇ ਨਹੀਂ ਲੜੀ ਜਾਣੀ। ਅਗਲੀਆਂ ਇਲੈਕਸ਼ਨਾਂ ਜਿਹੜੀਆਂ ਪੰਜਾਬ ਦੇ ਵਿੱਚ ਉਹ ਕਿਸੇ ਇਸ ਮੁੱਦੇ ਉਹ ਲੜੀਆਂ ਜਾਣੀਆਂ ਦਿੱਲੀ ਅਤੇ ਪੰਜਾਬ ਦੀ ਜਿਹੜਾ ਯੁੱਧ ਹੈ ਇਹਨੂੰ ਰਿਪਰੈਜ਼ੈਂਟ ਕਰਨ ਵਾਲਾ ਬੰਦਾ ਪੰਜਾਬੀਆਂ ਦਾ ਹੋਊਗਾ, ਅਤੇ ਜਿਹੜਾ ਬੰਦਾ ਦਿੱਲੀ ਦੇ ਹੱਕ 'ਚ ਭੁਗਤੂਗਾ ਉਹਦਾ ਜਲੂਸ ਨਿਕਲੂਗਾ। ਸੋ ਇਹ ਮਾਇਨੇ ਨੇ ਇਸ ਇਲੈਕਸ਼ਨ ਦੇ। ਇਹਨੂੰ ਜਿੱਤ ਹਾਰ ਤੇ ਚਲੋ ਇੱਕ ਵੱਖਰੀ ਗੱਲ ਹੈ, ਇਹਦੇ 'ਚ ਜਿੱਤ ਜਾਣਾ ਬਹੁਤ ਵੱਡਾ ਅਰਥ ਰੱਖਦਾ, ਇੰਨੀ ਵੋਟ ਲੈ ਕੇ ਜਿੱਤ ਜਾਣਾ। ਸੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ। ਅਤੇ ਇਹ ਵੀ ਉਹਨਾਂ ਹਾਲਾਤਾਂ 'ਚ ਜਿੱਦਾਂ ਜਿੱਥੇ ਮੈਂ ਅੱਗੇ ਵੀ ਗੱਲ ਡਿਸਕਸ ਕਰ ਚੁੱਕਾ ਕਿ ਆਪਣਾ ਜਿਹੜੀ ਸੀਟ ਨੂੰ ਜਿੱਤਣਾ ਬਹੁਤ ਔਖਾ ਹੋ ਗਿਆ। ਮਤਲਬ ਇਹ ਸੀਟ ਦੇ ਉੱਤੇ 2 ਸਟੇਟਾਂ ਦੇ ਮੁੱਖ ਮੰਤਰੀ, 92 ਦੇ 92 MLA, ਕਿੰਨੇ ਕੁ ਰਾਜ ਸਭਾ ਮੈਂਬਰ, ਕਿੰਨੇ ਕੁ ਉਹਨਾਂ ਦੇ ਵਲੰਟੀਅਰ, ਕਿੰਨੀਆਂ ਕੁ ਕਾਰਾਂ, ਕਿੰਨਾ ਕੁ ਪੈਸਾ, 24 ਕਰੋੜ ਰੁਪਈਆ ਤੇ ਐਡਵਰਟਾਈਜ਼ਮੈਂਟ 'ਤੇ ਉਹਨਾਂ ਨੇ ਖਰਚਿਆ। 26 ਕਰੋੜ ਰੁਪਈਆ ਸੱਚ ਪਿਛਲੇ 3 ਮਹੀਨਿਆਂ ਦੇ ਵਿੱਚ। ਸੋ ਇੰਨਾ ਸੰਸਾਧਨ ਥੋਪਣ ਦੇ ਬਾਵਜੂਦ ਉਹ ਇੱਕ ਬੁੱਢੇ ਜਰਨੈਲ ਕੋਲੋਂ ਹਾਰ ਗਏ। ਅਤੇ ਇੱਕ ਗੱਲ ਇਹ ਵੀ ਸਾਬਤ ਹੋ ਗਈ ਆ ਵੀ ਸ਼ੇਰ ਬੁੱਢਾ ਵੀ ਹੋ ਜਾਵੇ ਅਤੇ ਜੰਗਲ ਦਾ ਰਾਜਾ ਨਹੀਂ ਤਾਂ ਗਿੱਦੜ ਰਾਜ ਨਹੀਂ ਬਣ ਜਾਂਦਾ। ਕਿ ਜੇ ਉਹਨਾਂ ਨੂੰ ਕਿਤੇ ਭੁਲੇਖਾ ਪੈ ਜਾਵੇ ਨਾ ਕਿ ਸ਼ੇਰ ਹੁਣ ਬੁੱਢਾ ਹੋ ਗਿਆ ਤਾਂ ਸ਼ਿਕਾਰ ਨਹੀਂ ਕਰ ਸਕਦਾ ਅਤੇ ਅਸੀਂ ਹੁਣ ਰਾਜੇ ਖਵਾਵਾਂਗੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਰਾਜਾ ਸ਼ੇਰ ਅਤੇ ਜੰਗਲ ਦਾ ਕੋਈ ਸ਼ਿਕਾਰ ਕਰਕੇ ਨਹੀਂ ਬਣਿਆ, ਉਹ ਪੈਦਾਇਸ਼ੀ ਰਾਜਾ ਵਾ। ਜਿਹੜੇ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਸ਼ਬਦ ਆ ਨਾ ਵੀ ਕਿਉਂ ਪੱਗਾਂ ਨਾਲ ਕਹਿੰਦਾ ਫਿਰਨਾ ਟੋਪੀ ਵਾਲਿਆ, ਇਹ ਫਰਕ ਹੈ ਟੋਪੀ ਵਾਲਿਆਂ ਅਤੇ ਪੱਗਾਂ ਵਾਲਿਆਂ 'ਚ। ਅਸੀਂ ਮੜੀਆਂ ਝੋਟਣਾ ਵੀ ਜਾਣਦੇ ਹਾਂ, ਅਸੀਂ ਇਹ ਵੀ ਜਾਣਦੇ ਹਾਂ ਵੀ ਸੰਘਰਸ਼ ਕਿਵੇਂ ਲੜਨਾ ਹੈ। ਅਸੀਂ ਉਦੋਂ ਸੰਘਰਸ਼ ਕੀਤਾ ਹੈ ਜਦੋਂ ਹਕੂਮਤ ਨੇ ਐਲਾਨ ਕਰਤਾ ਸੀ ਕਿ ਦੁਨੀਆ ਦੇ ਸਿੱਖ ਖਤਮ ਹੋ ਗਿਆ, ਅਤੇ ਉਦੋਂ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਨੇ ਬੈਰੀਕੇਡ ਲਾ ਕੇ, ਨਾਕਾ ਲਾ ਕੇ ਅਤੇ ਮੁਗਲ ਹਕੂਮਤ ਦੇ ਰਾਹਗੀਰਾਂ ਕੋਲੋਂ ਚੁੰਗੀ ਵਸੂਲਣੀ ਸ਼ੁਰੂ ਕਰਤੀ ਅਤੇ ਖਾਲਸੇ ਰਾਜ ਦਾ ਝੰਡਾ ਚਲਾ ਦਿੱਤਾ। ਸੋ ਇਹ ਅੱਜ ਤੇ ਕਰੋਨਾ 'ਚ ਸਿੱਖ ਅੱਜ ਤੇ ਕੋਈ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ, ਪਰ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ ਅਤੇ ਸਾਰੀ ਪੰਥ ਨੂੰ ਵੀ ਇਸ ਗੱਲ ਦੀਆਂ ਬਹੁਤ ਮੁਬਾਰਕਾਂ ਵੀ ਜਿੰਨਾ ਸਦਕ ਅਤੇ ਸਬਰ ਮਾਨ ਸਾਹਿਬ ਨੇ ਰੱਖਿਆ ਉਹਦੇ ਲਈ ਆਪਾਂ ਨੂੰ ਮਾਨ ਸਾਹਿਬ ਨੂੰ ਸਲੂਟ ਕਰਨਾ ਚਾਹੀਦਾ। ਅਤੇ ਜੋ ਇਹਦੇ 'ਚ ਇਸ ਬੂਟੇ ਨੂੰ ਜੋ ਆਪਣੇ ਲਹੂ ਨਾਲ ਜਿਹੜਾ ਸਿੰਜਿਆ ਜੀ ਉਹਦੇ ਲਈ ਆਪਾਂ ਨੂੰ ਹਰ ਸਵਾਸ ਉਹਨਾਂ ਰੂਹਾਂ ਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਆਪਣੀ ਜਾਨ ਇਸ ਸੰਘਰਸ਼ ਦੇ ਵਿੱਚ ਲਾਈ ਹੈ। ਇਕੱਲਾ ਇਲੈਕਟਰਲ ਪੋਲੀਟਿਕਸ ਦਾ ਮਸਲਾ ਨਹੀਂ ਹੈ ਇਹ, ਜੇ ਕਿਸੇ ਨੂੰ ਲੱਗੇ ਨਾ ਵੀ ਇਲੈਕਟਰਲ ਪੋਲੀਟਿਕਸ ਹੈ, ਇਹ ਨਹੀਂ। ਇਹ ਮਸਲਾ ਹੈ ਪੰਜਾਬ ਵਰਸਸ ਦਿੱਲੀ ਦੀ ਜਿਹੜੇ ਸੰਘਰਸ਼ ਹੈ। ਕੋਈ ਵੀ ਸੰਘਰਸ਼ ਤੁਹਾਡਾ ਉੱਠਣਾ ਹੈ ਕੱਲ੍ਹ, ਉਹਨੇ ਇਸ ਗੱਲ ਤੋਂ ਪ੍ਰੇਰਿਤ ਹੋਣਾ ਹੈ। ਪ੍ਰੇਰਨਾ ਦੀਪ ਸਿੱਧੂ ਤੋਂ ਸਾਰੇ ਨੇ ਲੈਣੀ ਹੈ, ਚਾਹੇ ਉਹ ਕੋਈ ਸੰਘਰਸ਼ ਇਲੈਕਟਰਲ ਪੋਲੀਟਿਕਸ ਦੇ ਵਿਰੋਧੀ ਵੀ ਹੋਣਗੇ, ਉਹ ਵੀ ਉਹਦਾ ਨਾਂ ਲੈ ਕੇ ਤੁਰਨਗੇ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ। ਬਾਕੀ ਵੀ ਵੀਰ ਗੱਲਬਾਤ ਕਰੋ, ਫਿਰ ਆਪਾਂ ਕੰਟੀਨਿਊ ਰੱਖਦੇ। ਹਾਂਜੀ ਬਹੁਤ ਬਹੁਤ ਧੰਨਵਾਦ। ਆਪਣੇ ਦਰਸ਼ਨ ਵੀ ਆਪਣੇ ਨਾਲ ਜਿਹੜੇ ਨੇ ਦਰਸ਼ਨ ਵੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਦਰਸ਼ਨ ਭਾਈ ਆਪ ਜੀ ਸੁਣ ਸਕਦੇ ਹੋ? ਮੇਰੇ ਖਿਆਲ ਨਾਲ ਥੋੜ੍ਹੇ ਜਿਹੇ ਵਿਅਸਤ ਨੇ ਅਤੇ ਆਪਾਂ ਗੁਰਵਿੰਦਰ ਭਾਈ ਆਪ ਜੀ ਕੋਲ ਚੱਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਵਧਾਈਆਂ ਵੇ। ਹਾਂਜੀ ਮੁਬਾਰਕਾਂ ਜੀ ਸਾਰਿਆਂ ਨੂੰ, ਸਾਰੇ ਲਿਖੇ ਵੱਡੇ ਵੀਰਾਂ ਨੂੰ।
ਤੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਭੈਣਾਂ ਨੂੰ, ਜਿਨ੍ਹਾਂ ਨੇ ਮਾਣ ਬਖਸ਼ਿਆ ਹੈ ਤੇ ਮਾਣ ਬਖਸ਼ਿਆ ਉਹਨਾਂ ਨੂੰ ਜਿਹੜਾ ਬੂਟਾ ਲਾ ਕੇ ਗਏ ਸਾਡੇ ਯੋਧੇ ਆ, ਸਾਡੇ ਸ਼ਹੀਦ ਆ, ਜਿਵੇਂ ਠੀਕ ਸਿੱਧੂ ਨੇ ਸ਼ੁਰੂ ਕੀਤਾ ਇਹ ਕੰਮ। ਇਹਨੂੰ ਤਾਂ ਮੈਂ ਤਾਂ ਐਵੇਂ ਵੇਖਦਾ ਵੀ ਜਿਵੇਂ ਇੱਕ ਪਿਓ ਆ, ਕੋਈ ਤਾਂ ਪਾਲਣਾ ਕਰਦੇ ਫਸਲ ਕੋਈ ਬੀਜਦਾ ਤੇ ਉਹਨੂੰ ਉਹਦਾ ਪੁੱਤ ਪਾਣੀ ਲਾਉਂਦਾ ਹੈ। ਤੇ ਦੀਪ ਉਹਨਾਂ ਨੇ ਉੱਠ ਕੇ ਉਹ ਕੰਮ ਕੀਤਾ ਵਾ, ਉਹਨਾਂ ਨੂੰ ਚੰਗੀ ਜਿਹੜੀ ਕੁਰਤੀ ਉਹਨੂੰ ਪਾਣੀ ਲਾ ਕੇ ਫਿਰ ਇਹ ਬੂਟਾ ਵਧਿਆ ਵਾ। ਉਹਨਾਂ ਦੀਆਂ ਕੁਰਬਾਨੀਆਂ ਨੂੰ ਉਹਨਾਂ ਨੂੰ ਸਭ ਤੋਂ ਪਹਿਲਾਂ ਯਾਦ ਕਰਦੇ ਹਾਂ ਆਪਾਂ। ਤੇ ਬੁੱਢੇ ਜਰਨੈਲ ਨੇ ਵੀ ਪੂਰਾ ਆਪਣਾ ਕੰਮ ਰੱਖਿਆ ਹੁਣ ਤੱਕ ਤੇ ਜੇਕਰ ਮਤਲਬ ਇਹਦੇ ਵਿੱਚ ਕੋਈ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਹ ਚੀਜ਼ ਕੋਈ ਵੱਡੀ ਨਹੀਂ, ਕੋਈ MP ਇੱਕ ਬਣ ਜਾਂਦਾ ਕੋਈ ਨਹੀਂ ਦਿੰਦਾ, ਉਹ ਚੀਜ਼ ਨਹੀਂ ਗੀ। ਤਾਂ ਸਾਡੇ ਸਿਰਾਂ ਨੇ ਹਾਜ਼ਰੀ ਲਵਾਈ ਇੱਥੇ ਵੀ ਕਿੰਨੇ ਖਾਲਸਾ ਕਿੰਨੇ ਸਿੱਖ ਖਾਲਸਾ ਹੁੰਦੇ ਛੋਟੇ ਜਿਹੇ ਸਭ ਪੂਰੇ ਥਾਂ ਦੇ ਵਿੱਚ, ਜਿਵੇਂ ਜ਼ਿਲ੍ਹੇ ਦੇ ਵਿੱਚ ਕੋਲੇ ਵੇਖੋ ਵੀ ਕਿੰਨੇ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਕਿੰਨੇ, ਜਿਵੇਂ ਅੰਮ੍ਰਿਤਪਾਲ ਸਿੰਘ ਨੇ ਕਿਹਾ। ਤੇ ਸਾਨੂੰ ਤਾਂ ਇਸ ਚੀਜ਼ ਦੀ ਖੁਸ਼ੀ ਆ ਸਭ ਤੋਂ ਵੱਧ ਵੀ ਉੱਥੇ ਬਹੁਤ ਜਾਗਦੇ ਤੇਰਾ ਇਹ ਉਹਨਾਂ ਦੇ ਸਿਰ 'ਤੇ ਸੁਆਹ ਵਾ। ਜਿਹੜੇ ਬੰਦੇ ਬਾਹਰ ਵਿੱਚ ਕੈਨੇਡਾ ਅਮਰੀਕਾ ਡਬਲਿੰਗ ਫੈਮਿਲੀ ਹਾਈ ਕੇ ਮੂਵ ਹੋ ਗਏ ਤੇ ਉੱਥੇ ਵੇਖੇ ਬੜੇ ਬੜੇ ਲੋਕ ਲਿਖਦੇ ਉੱਥੇ ਵੀ ਪੰਜਾਬ ਦੇ ਵਿੱਚ 2-4 ਬੰਦੇ ਆ ਇਹ ਜਦੋਂ ਕੋਈ ਵੀ ਜਿਵੇਂ ਇਹਨਾਂ ਨੇ ਬਹੁਤ ਵਿਚਾਰ ਕੀਤਾ ਪਿਛਲੇ ਆਪਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਤੇ ਇਹ ਸਾਰਿਆਂ ਉਹਨਾਂ ਨੇ ਸ਼ੀਸ਼ਾ ਵਿਖਾਤਾ ਪੰਜਾਬ ਦੇ ਲੋਕਾਂ ਨੇ ਵੀ ਅਸੀਂ ਕੀ ਚਾਹੁੰਦੇ ਹਾਂ ਤੁਸੀਂ ਕੀ ਲਿਖਦੇ ਜੇ ਬਾਹਰ ਬਹਿ ਕੇ ਇਹਦੇ ਵਿੱਚ ਕੌਮ ਦੀ ਏਕਤਾ ਤੇ ਤੁਹਾਨੂੰ ਕਰਨ ਦੀ ਬਾਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਆਪਣੇ ਨਾਲ ਤੂਫਾਨ ਸਿੰਘ ਜੀ ਫਸਟ ਪੰਜਾਬ ਆਪ ਜੀ ਰੱਖੋ ਵੀਰ ਜੀ ਆਪਣੇ ਵਿਚਾਰ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਸਾਰੇ ਸਿੱਖ ਪੰਥ ਨੂੰ ਵੀ ਬੜੇ ਚਿਰ ਤੋਂ ਇਸ ਜਿੱਤ ਦੀ ਉਡੀਕ ਦੀ ਤੇ ਹੁਣ ਆਪਣਾ ਨੈਕਸਟ ਆਪਣਾ ਨਾ ਸਟ੍ਰੈਟਜੀ ਬਣਾਉਣੀ ਪੈਣੀ ਹੈ ਕਿ 1.5 ਸਾਲ ਹੈ ਸਿਰਫ ਆਪਣੇ ਕੋਲ ਕਿ ਇੱਕ ਦਿਨ ਆਪਣੇ ਕੋਲ ਕੀਮਤੀ ਹੈ ਕਿ ਕਿਵੇਂ ਆਪਾਂ ਜਿਹੜੇ ਲੋਕਾਂ ਦੇ ਦੁੱਖ ਦਰਦ ਆਪਾਂ ਉਹਨੂੰ ਵੰਡ ਕੇ ਉਹਨਾਂ ਆਪਾਂ ਮੱਲ੍ਹ ਮਿਲਾ ਸਕੀਏ। ਜਿਹੜਾ ਉਹਨਾਂ ਨੂੰ ਮੈਨੂੰ ਲੱਗੇ ਸਾਰੀ ਪਾਰਟੀਆਂ ਤੋਂ ਡੁੱਬੀ ਨੇ ਤੇ ਤਾਂ ਕਰਕੇ ਉਹਨਾਂ ਨੇ ਇੱਕ ਮੌਕਾ ਦਿੱਤਾ ਤੇ ਇਹ ਕਾਨੂੰ ਹੁਣ ਆਪਾਂ ਭਜਾ ਨਹੀਂ ਸਕਦੇ ਜਿਹੜਾ ਮੌਕਾ ਮਿਲਿਆ। ਤੇ 1.5 ਸਾਲ ਆਪਾਂ ਜਿਵੇਂ ਤਿਵੇਂ ਵੀ ਕਰਕੇ ਪਹਿਲਾਂ ਤਾਂ ਆਪਾਂ ਜਿਹੜੇ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਤੇ ਜਿਹੜੇ ਬਾਕੀ ਵੱਡੇ ਮੁੱਦੇ ਆ ਉਹ ਤਾਂ ਮਾਨ ਸਾਹਿਬ ਉਹਨਾਂ ਨੂੰ ਪਹਿਲਾਂ ਹੀ ਜਾਣੂ ਨੇ, ਉਹਨਾਂ ਨੇ ਪਾਰਲੀਮੈਂਟ 'ਚੋਂ ਰੱਖੀ ਦੇ ਨੇ। ਜਿਹੜਾ ਇਹਦਾ ਵਲੰਟੀਅਰ ਆਪਾਂ ਇਹੀ ਕੰਮ ਕਰ ਸਕਦੇ ਹਾਂ ਕਿ ਜਿਵੇਂ ਬਾਹਰੋਂ ਜਿਹੜਾ ਪੈਸਾ ਜਿਹੜਾ ਜਥੇਬੰਦੀਆਂ ਐਵੇਂ ਉਡਾ ਦਿੰਦੀਆਂ ਹੋਰ ਅਸਾਮ ਜਾਂ ਹੋਰ ਕਿਤੇ, ਉਹ ਆਪਾਂ ਇੱਕ ਔਰਗਨਾਈਜ਼ ਵਿੱਚ ਆਪਾਂ ਕਿਵੇਂ ਉੱਥੇ ਲਾ ਸਕਦੇ ਹਾਂ ਤੇ ਆਪਾਂ ਲੋਕਾਂ ਨੂੰ ਦੱਸ ਵੀ ਸਕੀਏ। ਕਈ ਵਾਰ ਕੀ ਹੁੰਦਾ ਕਿ ਸਾਡੀ ਔਰਗਨਾਈਜੇਸ਼ਨਾਂ ਕੰਮ ਕਰੀ ਜਾਂਦੀਆਂ ਪਰ ਦੱਸਦੇ ਹੈ ਨਹੀਂ ਕਿ ਇਹ ਸਿੱਖਾਂ ਦਾ ਪੈਸਾ ਕਿ ਸਿੱਖਾਂ ਦੀ ਵੋਟ ਜਾਣੀ ਚਾਹੀਦੀ ਹੈ। ਜਿਵੇਂ ਹੁਣ ਡੇਰੇ ਵਾਲੇ ਕਰਦੇ ਕੀ ਨੇ, ਉਹ ਮਾੜੀ ਜਿਹੀ ਕੰਮ ਕਰਦੇ ਨੇ, ਜਿਤਾਉਂਦੇ ਜ਼ਿਆਦਾ ਨੇ ਉਹ। ਸਾਡਾ ਕੀ ਅਸੀਂ ਜਿਤਾਉਂਦੇ ਨਹੀਂ ਹੈਗੇ, ਇਹ ਸਾਡੀ ਕਮੀ ਰਹੀ ਹੈ ਸਾਡੀ ਸਿੱਖਾਂ ਦੀ ਜਿਹੜੀ ਜਥੇਬੰਦੀਆਂ ਨੇ। ਸੋ ਇਹੀ ਮੈਂ ਕਹਿਣਾ ਸੀ ਅੱਗੇ ਆਪਾਂ ਕੋਈ ਸਟ੍ਰੈਟਜੀ ਬਣਾਈਏ, ਕੋਈ ਦਰਸ਼ਨ ਸਿੰਘ ਦੀ ਅਗਵਾਈ 'ਚ ਆਪਣਾ ਦੱਸਣ ਕਿ ਕਿਵੇਂ ਆਪਾਂ ਕੰਮ ਕਰ ਸਕਦੇ ਹਾਂ। ਧੰਨਵਾਦ। ਹਾਂਜੀ ਬਹੁਤ ਬਹੁਤ ਧੰਨਵਾਦ ਵੀਰ ਜੀ। ਦਰਸ਼ਨ ਸਿੰਘ ਜੀ ਆਪ ਜੀ ਜੀ ਸੁਣ ਸਕਦੇ ਹੋ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਸੋ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਪੰਥ ਦੇ ਵਿਹੜੇ ਜਿਹੜੀਆਂ ਖੁਸ਼ੀਆਂ ਲਿਆਂਦੀਆਂ ਨੇ। ਸੋ ਮੈਂ ਥੋੜ੍ਹਾ ਹੀ ਸੁਣ ਸਕਿਆ ਅੰਮ੍ਰਿਤਪਾਲ ਸਿੰਘ ਨੂੰ ਤੇ ਜਿਹੜੀ ਅੰਮ੍ਰਿਤਪਾਲ ਸਿੰਘ ਗੱਲ ਕਰ ਰਿਹਾ ਉਹ ਕਵਿਤਾ ਦੇ ਅਨੁਕੂਲ ਹੈ ਤੇ ਖੇਡ ਦੇ ਵਿੱਚ ਵਿਚਰ ਕੇ ਮੈਂ ਆਪ ਵੀ ਇਹ ਚੀਜ਼ ਜਿਹੜਾ ਕੀਤਾ। ਅੱਜ ਵੀ ਉੱਥੇ ਕੋਠੀ ਦੇ ਵਿੱਚ ਯੂਥ ਇੰਨਾ ਜ਼ਿਆਦਾ ਜੁੜਿਆ ਹੋਇਆ ਸੀਗਾ, ਕਹਿਣ ਦਾ ਭਾਵ 70% ਤੇ ਬਾਕੀ ਸੀਗੇ ਸੀਨੀਅਰ। ਸੋ ਯੂਥ ਨੂੰ ਔਰਗਨਾਈਜ਼ ਕਰਨਾ ਯੂਥ ਨੇ ਇੱਕ ਸੈਗਮ ਕਰਦਾ ਹੈ ਇਸ ਇਲੈਕਸ਼ਨ ਦੇ ਵਿੱਚ ਤੇ ਕੰਪੇਨ ਦੇ ਵਿੱਚ ਵੀ ਜਦੋਂ ਅਸੀਂ ਵਿਚਰਦੇ ਸੀ ਉਦੋਂ ਵੀ ਮੈਂ ਨੋਟਸ ਕੀਤੀ ਚੀਜ਼ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ। ਉਹ ਹੁਣ ਮਿਡਲ ਵਾਲੀ ਲੜਾਈ ਨਹੀਂ ਲੜਨੀ ਚਾਹੁੰਦਾ, ਉਹ ਕਲੀਅਰ ਕੱਟ ਲੜਾਈ ਕਰਨੀ ਚਾਹੁੰਦਾ ਹੈ ਸਟੇਟ ਦੇ ਨਾਲ। ਉਹ ਇਹ ਚਾਹੁੰਦਾ ਹੈ ਵੀ ਉਹਨਾਂ ਨੂੰ ਇਹ ਹੈ ਵੀ ਜਥੇਬੰਦਕ ਢਾਂਚਾ ਨਾ ਜਿਹੜਾ ਪੰਜਾਬ ਦੇ ਵਿੱਚ ਖਾਸ ਕਰਕੇ ਔਰਗਨਾਈਜ਼ ਕਿੱਦਾਂ ਕਰਨਾ ਹੈ, ਇਹ ਬਹੁਤ ਸੀਰੀਅਸ ਇਸ਼ੂ ਹੈ। ਇਹਨੂੰ ਕਿੱਦਾਂ ਆਪਾਂ ਕਰ ਸਕਦੇ ਹਾਂ ਵੱਡੇ ਲੈਵਲ ਦੇ ਉੱਤੇ ਤੇ ਮੈਂ ਇਹਦੇ ਬਾਰੇ ਮੇਰਾ ਇਹ ਵਿਚਾਰ ਹੈ ਵੀ ਕਈ ਉਹਦੇ ਰੂਪ ਦੇ ਵਿੱਚ ਆਪਾਂ ਨੂੰ ਕੰਮ ਕਰਨਾ ਪੈਣਾ ਹੈ। ਤੇ ਪਹਿਲਾਂ ਤਾਂ ਇਹ ਦੇਖੀਏ ਵੀ ਇੱਥੋਂ ਜਿੱਤਣਾ ਜਿੱਥੇ ਜਗੰਦਰ ਗਰਾਹਾਂ ਵਰਗੀਆਂ ਥਾਂ ਹੋਣ 3-4 ਜ਼ਿਲ੍ਹਿਆਂ ਦੇ ਸਾਡੇ ਬਜ਼ੁਰਗਾਂ ਨੂੰ ਗੁੰਮਰਾਹ ਕਰਕੇ ਉਹ
ਜਿਹੜਾ ਉਹਨਾਂ ਨੂੰ ਮਹਿਸੂਸ ਕਰ ਰਿਹਾ ਹੈ। ਅੱਜ ਵੀ ਉਹ ਇੱਥੇ ਕਿਤੇ ਧਰਨਾ ਲਵਾਈ ਬੈਠਾ ਸੀ, ਬੰਦ ਕੀਤੀ ਸੀ ਮਲੇਰਕੋਟਲੇ ਦੇ ਪਰੇ ਰੋਡ ਉਹਨਾਂ ਨੇ। ਸੋ ਇੱਕ ਤਾਂ ਆਪਾਂ ਨੂੰ ਜਿਹੜਾ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਸਟੇਟ ਦੇ ਦਲਾਲ ਨੇ, ਇੱਕ ਤਾਂ ਇਹਨਾਂ ਦਾ ਆਲਮੀ ਲੀਡਰ ਆਪਾਂ ਨੂੰ ਲੱਭਣਾ ਪੈਣਾ। ਆਪਾਂ ਨੂੰ ਹਰ ਫੈਕਟ ਦੇ ਵਿੱਚ ਲੜਾਈ ਲੜਨੀ। ਇੱਕ ਨੌਜਵਾਨਾਂ ਨੂੰ ਜਿਹੜੇ ਪੰਥਕ ਸੋਚ ਵਾਲੇ ਆ, ਉਹਨੂੰ ਪੰਥਕ ਪਿੰਡ ਦੇ ਵਿੱਚ ਕਿੱਦਾਂ ਉਹਨਾਂ ਨੂੰ ਪਲੇਟਫਾਰਮ ਪ੍ਰੋਵਾਈਡ ਕਰਨਾ ਹੈ। ਤੇ ਵੱਖਰੇ ਰੂਪ ਇਸ ਸਾਰੇ ਤੇ ਅਲਟੀਮੇਟਲੀ ਇਹੀ ਆ ਵੀ ਜਿਹੜਾ ਗੋਲ ਆਪਣਾ ਵੀ ਉਹ ਯੂਥ ਦਾ ਜਥੇਬੰਦ ਕਰਨੀ ਦਾ ਯੂਥ ਨੇ ਆਪਣਾ ਜਿਹੜਾ ਬਿਗਲ ਵਜਾ ਕੇ ਨਿਸ਼ਾਨਾ ਮਿਲ ਕੇ ਉਹਨੇ ਫਤਿਹ ਕੀਤਾ। ਇਹ ਲੜਾਈ ਜਿਹੜੀ ਆ ਦੀਪ ਬਾਈ ਆਪਣੇ ਸਿਰ ਦੇ ਕੇ ਜਿਹੜਾ ਸ਼ੁਰੂ ਕਰਕੇ ਗਿਆ ਸੀਗਾ, ਜਾਗਰਤੀ ਪੈਦਾ ਕੀਤੀ ਹੈ। ਤੇ ਮੈਨੂੰ ਇਸ ਗੱਲ ਦੇ ਉੱਤੇ ਵੀ ਮਾਣ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਆ ਵਾਪਸ ਪੰਜਾਬ ਦੀ ਜਥੇਬੰਦੀ, ਉਹ ਉਸੇ ਸਿਰੜ ਦੇ ਨਾਲ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ, ਜਿਵੇਂ ਬਾਈ ਦੀਪ ਕਰਦਾ ਸੀ। ਠੀਕ ਹੈ, ਬਾਈ ਦੀਪ ਦੇ ਵਿੱਚ ਮਹਾਰਾਜ ਨੇ ਗੌਰ ਕਰਨ ਦਾ ਫੋਨ ਦਿੱਤਾ ਹੋ, ਪਰ ਇਹਨਾਂ ਨੌਜਵਾਨਾਂ ਦੇ ਵਿੱਚ ਵੀ ਅੰਮ੍ਰਿਤਪਾਲ ਸਿੰਘ ਤੋਂ ਲੈ ਕੇ ਤੇ ਜਿਹੜੀ ਪੰਜਾਬ ਵਾਲੀ ਟੀਮ ਨਾਲ ਕੰਮ ਕਰੀ ਹੈ, ਇਹਨਾਂ ਦੇ ਵੀ ਮਹਾਰਾਜ ਦੀ ਕਿਰਪਾ ਹੈ। ਇਹਨਾਂ ਨੂੰ ਗੱਲਬਾਤ ਜਿਹੜੀ ਕਰਨੀ ਆਉਂਦੀ ਹੈ। ਅੰਮ੍ਰਿਤਧਾਰੀ ਨੌਜਵਾਨ ਨੇ, ਬਹੁਤੇ ਜੀਵਨ ਹੈਗੇ ਇਹਨਾਂ ਦੇ, ਤੇ ਜੀਵਨ ਨੂੰ ਆਪਣੇ ਨੂੰ ਕਿਰਦਾਰਾਂ ਨੂੰ ਹੋਰ ਘੜ ਰਹੇ ਨੇ। ਕਈ ਗੱਲ ਦਾ ਇਹਨਾਂ ਦਾ ਲੋਕਾਂ ਦੇ ਉੱਤੇ ਜਿਹੜਾ ਅਸਰ ਹੁੰਦਾ। ਅਸੀਂ ਇਕੱਠਿਆਂ ਸਟੇਜਾਂ ਕੀਤੀਆਂ, ਗੱਲਾਂ ਬਾਤਾਂ ਕੀਤੀਆਂ, ਉਹ ਚੀਜ਼ ਮੈਂ ਨੋਟਿਸ ਕੀਤੀ। ਸੋ ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਅੰਮ੍ਰਿਤਪਾਲ ਸਿੰਘ ਇੱਥੇ ਬੈਠਾ, ਮੈਂ ਇਸ ਕਰਕੇ ਕਹਿ ਰਿਹਾ ਵੀ ਜੋ ਪ੍ਰੈਕਟੀਕਲ ਰੂਪ ਹੈ, ਉਹਨੂੰ ਜੋ ਸੱਚਾਈ ਆ, ਉਹਨੂੰ ਸੰਗਤਾਂ ਦੇ ਸਾਹਮਣੇ ਜਿਹੜਾ ਲਿਆਉਣਾ ਤੇ ਗੱਲ ਕਰਨੀ, ਉਹ ਬਹੁਤ ਜ਼ਰੂਰੀ ਹੁੰਦੀ ਹੈ। ਸੋ ਇਹਨਾਂ ਨੂੰ ਵੀ, ਨੌਜਵਾਨਾਂ ਨੂੰ ਆਪਾਂ ਨੂੰ ਜਿੱਥੇ ਹੱਲਾਸ਼ੇਰੀ ਦੇਣੀ ਹੈ, ਜਥੇਬੰਦਕ ਤੌਰ 'ਤੇ ਤਕੜੇ ਕਰਨਾ ਆਪਾਂ ਨੇ ਇਹਨਾਂ ਨੂੰ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਉਹ ਨੌਜਵਾਨ ਬਹੁਤ ਵਧੀਆ ਨੇ। ਉਹਦੇ ਵਿੱਚ ਆਲਮੋਸਟ 50-60 ਨੌਜਵਾਨ ਜਿਹੜੇ ਟੌਪ 'ਤੇ ਨੇ। ਗੁਰਪ੍ਰੀਤ ਸਿੰਘ ਵਟੀਰਾ ਛੰਡਾ ਤੋਂ ਲੈ ਕੇ ਸਾਰੇ, ਵਰਿੰਦਰ ਸਿੰਘ ਸੇਖੋਂ ਤੋਂ ਲੈ ਕੇ ਹਰਜਿੰਦਰ ਸਿੰਘ ਸੰਧੋਨੀ, ਸਾਰੇ ਜਿਹੜੇ ਬਹੁਤ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਇਸ ਕੈਂਪੇਨ ਦੇ ਵਿੱਚ। ਸੀਨੀਅਰ ਲੀਡਰਸ਼ਿਪ ਨੇ ਵੀ ਬਹੁਤ ਵਧੀਆ ਮਿਹਨਤ ਕੀਤੀ ਹੈ। ਪ੍ਰੋਫੈਸਰ ਮਹਿੰਦਰਪਾਲ ਸਿੰਘ ਜਨਰਲ ਸਕੱਤਰ ਨੇ ਪਾਰਟੀ ਦੇ ਲਹਿਰਾ ਗਾਗਾ ਏਰੀਆ ਬਹੁਤ ਸੀਗਾ ਜਦੋਂ ਅਸੀਂ ਗਏ ਹਾਂ, ਤੇ ਉਹਨਾਂ ਨੇ ਗੱਲ ਕੀਤੀ। ਪਰ ਉਹ 4-5 ਦਿਨਾਂ ਦੇ ਵਿੱਚ ਲਹਿਰਾ ਗਾਗਾ ਬਹੁਤ ਵੱਡੇ ਲੈਵਲ ਦੇ ਉੱਤੇ ਉੱਠਿਆ। ਉੱਥੇ ਜਿਹੜਾ ਵੋਟਾਂ ਦਾ ਸਿਰਫ 3000 ਵੋਟ ਜਿਹੜੀ ਆਪ ਵਾਲਾ ਜ਼ਿਆਦਾ ਲੈ ਕੇ ਗਿਆ। ਨਹੀਂ, ਉਦੋਂ ਇਹ ਸੀਗਾ ਵੀ 70-30 ਦਾ ਉੱਥੇ ਫਰਕ ਸੀ। ਸੋ ਵਿਸ਼ੇ 'ਤੇ ਆਈਏ। ਵਿਸ਼ਾ ਇਹੀ ਆ ਵੀ ਆਪਾਂ ਜਥੇਬੰਦਕ ਤੌਰ 'ਤੇ ਇੰਟਰਨੈਸ਼ਨਲ ਲੈਵਲ 'ਤੇ ਵੀ ਤਕੜੇ ਹੋਈਏ, ਪੰਜਾਬ ਦੀ ਧਰਤੀ 'ਤੇ ਵੀ ਤਕੜੇ ਹੋਈਏ। 1.5 ਸਾਲ ਦਾ ਜਿੱਦਾਂ ਆਪਣਾ ਪੰਜਾਬ ਕਹਿੰਦਾ ਸੀ ਵੀ 1.5 ਸਾਲ ਦਾ ਸਮਾਂ ਹੈ। 1.5 ਸਾਲ ਦਾ ਸਮਾਂ ਬਹੁਤ ਹੁੰਦਾ। ਮਾਨ ਸਾਹਿਬ ਸੀਰੀਅਸ ਹੈਗੇ, ਉਹਨਾਂ ਨਾਲ ਵੀ ਇਸ ਗੱਲ ਦੇ ਉੱਤੇ ਜਿਹੜੀ ਵਿਚਾਰ ਕੀਤੀ ਆ, ਬਹੁਤ ਸੀਰੀਅਸ ਨੇ। ਉਹ ਚਾਹੁੰਦੇ ਨੇ ਨੌਜਵਾਨਾਂ ਨੂੰ ਵੀ ਬਹੁਤ ਪਿਆਰ ਕਰਦੇ ਨੇ। ਬਹੁਤੇ ਨੌਜਵਾਨ ਹੀ ਉਹਨਾਂ ਦੇ ਦੁਆਲੇ ਰਹੇ ਨੇ, ਤੇ ਉਹ ਵੀ ਇਹ ਚਾਹੁੰਦੇ ਨੇ ਵੀ ਮੈਂ ਆਪਣਾ ਇਸ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹੋ ਜਿਹੀ ਸਿਆਸਤ ਜਿਹੜੀ ਖੜੀ ਹੋਵੇ, ਜਿਹੜੀ ਨੌਜਵਾਨ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਲੜਾਈ ਲੜੇ। ਸੋ ਲੀਡਰ ਨੂੰ, ਉਸ ਲੀਡਰ ਨੂੰ ਵੀ ਹੁੰਦਾ ਕਿ ਉਹਦੇ ਜਿਹੜੇ ਵਾਰਸ ਹੈ ਉਹ ਤਕੜੇ ਹੋ ਕੇ ਜਿਹੜੇ ਆ ਨਿਭਣ, ਤਾਂ ਕਿ ਜਦੋਂ ਆਪਣਾ ਨੀਚੇ ਤੇ ਉਹ ਸਰਕਰੂ ਹੋ ਕੇ ਜਾਵੇ ਇਸ ਗੱਲ ਦੇ ਉੱਤੇ। ਭਾਵੇਂ ਆਪਾਂ ਇੱਕ ਦੁਨਿਆਵੀ ਪਰਿਵਾਰ ਦੇ ਤੌਰ 'ਤੇ ਵੀ ਗੱਲ ਕਰਦੇ ਹਾਂ ਕਿ ਉਹਦੀ ਵੀ ਇੱਕ ਚਾਹਨਾ ਹੁੰਦੀ ਹੈ ਉਹਦਾ ਪੁੱਤਰ ਉਹਦੇ ਨਾਲੋਂ ਵੀ ਵਧੀਆ ਹੋ ਕੇ ਨਿਭੇ। ਸੋ ਮਹਾਰਾਜ ਕਿਰਪਾ ਕਰੇ। ਲੀਡਰਸ਼ਿਪ ਹੈਗੀ ਆ ਨਾ, ਯੂਥ ਦੇ ਵਿੱਚ ਕੁਆਲਿਟੀ ਹੈਗੀ ਆ, ਬਹੁਤ ਵੱਡੇ ਲੈਵਲ 'ਤੇ ਆ। ਸੋ ਉਹਨੂੰ ਜਥੇਬੰਦਕ ਕਰਨ ਦੇ ਲਈ ਜ਼ਰੂਰ ਇਹਦੇ ਬਾਰੇ ਜਿਹੜੀ ਆ ਵਿਚਾਰ ਹੈ, ਉਹ ਸੁਝਾਅ ਆਪਾਂ ਨੂੰ ਲਗਾਤਾਰ ਕਰਦੇ ਰਹਿਣਾ ਚਾਹੀਦਾ। ਕੋਸ਼ਿਸ਼ ਕਰੂੰਗਾ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਵਾਰਸ ਪੰਜਾਬ ਵਾਲਿਆਂ ਨਾਲ। ਇੱਕ ਦਿਨ ਅਸੀਂ ਮੋਗੇਵਾਲ ਨੂੰ, ਤੇ ਮੈਂ ਤੇ ਵੀਰ ਬਲਵਿੰਦਰ ਸਿੰਘ ਈਸੀ ਨੇ ਜਾਣਾ ਹੈ ਜਹਦਰ ਸਿੰਘ ਵਾਲਾ ਦੇ ਉੱਥੇ ਘਰੇ ਅਸੀਂ ਜਾ ਕੇ ਆਉਣਾ, ਤੇ ਇਹਨਾਂ ਨਾਲ ਹੋ ਕੇ ਅਸੀਂ ਮੀਟਿੰਗ ਵੀ ਕਰਾਂਗੇ। ਜਿੰਨਾ ਹੋ ਸਕਿਆ ਥਾਪੜਾ ਵੀ ਦੇਵਾਂਗੇ, ਕੋਈ ਸਾਡੇ ਸੁਝਾਅ ਹੋਊਗਾ ਜਿਹੜਾ ਉਹ ਵੀ ਦੇਵਾਂਗੇ। ਪਰ ਜਥੇਬੰਦਕ ਢਾਂਚਾ ਜਿਹੜਾ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਪੰਜਾਬ ਤੱਕ ਆਪਾਂ ਨੂੰ ਬਹੁਤ ਵੱਡੇ ਲੈਵਲ 'ਤੇ ਲਿਖਣਾ ਪੈਣਾ ਹੈ। ਸੋ ਵਾਰਸ ਪੰਜਾਬ ਦੀ ਜਥੇਬੰਦੀ ਤੇ ਯੂਥ ਅਕਾਲੀ ਦਲ ਅੰਮ੍ਰਿਤਸਰ ਬਹੁਤ। ਸੋ ਮੈਂ ਇਹ ਵੀ ਕੋਸ਼ਿਸ਼ ਕਰੂੰਗਾ ਅੰਮ੍ਰਿਤਪਾਲ ਸਿੰਘ ਨੂੰ ਇਹੀ ਕਹਾਂਗਾ ਵੀ ਤੁਸੀਂ ਤੇ ਅਕਾਲੀ ਦਲ ਅੰਮ੍ਰਿਤਸਰ ਯੂਥ ਦੇ ਜਿਹੜੇ ਨੌਜਵਾਨ ਹੈਗੇ ਨੇ, ਤੁਸੀਂ ਭਾਵੇਂ ਆਪਣਾ ਕਲੱਬ ਹਾਊਸ ਦੇ ਵਿੱਚ
ਜਾਂ ਤੁਸੀਂ ਜ਼ੂਮ ਦੇ ਉੱਤੇ ਘੱਟੋ ਘੱਟ 1 ਮਹੀਨੇ ਦੇ ਵਿੱਚ ਜਿਹੜੀ ਹੈ ਤੁਹਾਡੀ ਮੀਟਿੰਗ ਹੋਣੀ ਚਾਹੀਦੀ ਹੈ। ਉਸ ਮੀਟਿੰਗ ਦੇ ਵਿੱਚ ਤੁਸੀਂ ਜਿਹੜੀਆਂ ਫੀਲਡ ਦੀਆਂ ਗਤੀਵਿਧੀਆਂ ਉਹ ਵਿਚਾਰੋ, ਡੈਸ਼ਬੋਰਡ ਦੇ ਵਿੱਚ ਕੀ ਆ ਉਹ ਵਿਚਾਰੋ, ਤੇ ਇਹਨੂੰ ਲਗਾਤਾਰ ਸਪੇਸ ਜਿਹੜੀਆਂ ਰਨ ਕਰੋ ਇੱਦਾਂ ਹੀ। ਤੇ ਬਹੁਤ ਕੁਝ ਇਹਦੇ ਵਿੱਚੋਂ ਮਿਲਿਆ। ਕਈ ਸਾਨੂੰ ਲੱਗਦਾ ਹੁੰਦਾ ਵੀ ਨਹੀਂ, ਪਰ ਬਹੁਤ ਕੁਝ ਇਹਦੇ ਜਿਹੜੇ ਰਿਜ਼ਲਟ ਆ ਬੜੇ ਪੋਜ਼ਿਟਿਵ ਆਉਣਗੇ। ਸੋ ਮਹਾਰਾਜ ਕਰੇ ਸਮਾਂ ਬਣੂਗਾ ਕਿ ਜਿਹੜਾ ਪੰਜਾਬ ਹੈ ਦੇਸ਼ ਸਾਡਾ ਉਹ ਮੁਕੰਮਲ ਜਿਹੜਾ ਦਿੱਲੀ ਦੇ ਗੱਲ ਵਿੱਚੋਂ ਆਜ਼ਾਦ ਹੋ ਕੇ ਇੱਕ ਦਿਨ ਜਿਹੜਾ ਖਾਲਸਾ ਰੂਪ ਦੇ ਵਿੱਚ ਜਿਹੜਾ ਸਾਡੇ ਪੁਰਖਿਆਂ ਨੇ, ਸਾਡੇ ਵੱਡਿਆਂ ਨੇ ਸ਼ਹੀਦੀਆਂ ਦੇ ਕੇ ਉਹ ਸੁਪਨਾ ਸਿਰਜਿਆ, ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਜ਼ਰੂਰ ਸਾਕਾਰ ਹੋਵੇਗਾ। ਸੋ ਮੈਂ ਆਪ ਜੀ ਨਾਲ ਜੁੜਿਆ ਹੋਇਆ, ਅਸੀਂ ਉੱਥੋਂ ਸੰਗਰੂਰ ਤੋਂ ਵਾਪਸ ਆ ਰਹੇ ਹਾਂ, ਤੇ ਜੇ ਕੋਈ ਉਹ ਮੇਰੇ ਲਾਇਕ ਹੋਊਗੀ ਗੱਲ ਕਰਨ ਦੀ ਮੈਂ ਜ਼ਰੂਰ ਕਰੂੰਗਾ। ਉਦੋਂ ਤੱਕ ਮੈਂ ਚਾਹੁੰਦਾ ਕਿ ਤੁਸੀਂ ਗੱਲਬਾਤ ਕਰੋ। ਥੱਲੋਂ ਵੀ ਵੀਰ ਭੈਣ ਭਰਾ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਕਿ ਨੌਜਵਾਨਾਂ ਨੂੰ ਖਾਸ ਕਰਕੇ ਤੁਹਾਡੇ ਮਨਾਂ ਦੇ ਵਿੱਚ ਕੀ ਆ ਉਹ ਜ਼ਰੂਰ ਜਿਹੜੀ ਗੱਲ ਸਾਂਝੀ ਕਰਿਆ ਕਰੋ ਉੱਤੇ ਆ ਕੇ, ਤੇ ਉਹ ਬਹੁਤ ਜ਼ਰੂਰੀ ਹੈ। ਯੂਥ ਦੀ ਹਾਜ਼ਰੀ, ਯੂਥ ਦਾ ਗੱਲ ਕਰਨਾ, ਯੂਥ ਦਾ ਅੱਗੇ ਲੱਗਣਾ ਸਮੇਂ ਦੀ ਮੁੱਖ ਲੋੜ ਹੈ। ਸੋ ਤੁਸੀਂ ਜਗਿਆ ਨਾ ਕਰੋ, ਤੁਸੀਂ ਬਹੁਤ ਸਿਆਣੇ ਹੋ ਮੇਰੇ ਤੋਂ ਸਾਰੇ, ਸੋ ਤਗੜੇ ਹੋ ਕੇ ਅੱਗੇ ਆ ਕੇ ਜ਼ਰੂਰ ਗੱਲਬਾਤ ਕਰਿਆ ਕਰੋ। ਇਹੀ ਬੇਨਤੀ। ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਦਰਸ਼ਨ ਵੀਰ ਜੀ। ਅੰਮ੍ਰਿਤਪਾਲ ਸਿੰਘ ਜੀ, ਆਪ ਜੀ ਦੇ ਇਸ ਉੱਤੇ ਕੋਈ ਟਿੱਪਣੀ ਪਲੀਜ਼। ਦੇਖੋ, ਜਿਹੜੀ ਦਰਸ਼ਨ ਸਿੰਘ ਜੀ ਨਾਲ ਗੱਲ ਕੀਤੀ ਆ ਉਹ ਬਹੁਤ ਜ਼ਰੂਰੀ ਹੈ। ਨੌਜਵਾਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਜਿਹੜੀ ਹੈ, ਮਹਾਰਾਜ ਕਿਰਪਾ ਕਰਨਗੇ ਤੇ ਕੋਈ ਨਹੀਂ, ਜਿਹੜਾ ਵਾ ਛੇਤੀ ਉੱਥੇ ਗਰਾਊਂਡ 'ਤੇ ਵੀ ਕੰਮ ਹੋਊਗਾ ਸ਼ੁਰੂ ਜਿਹੜਾ। ਅਤੇ ਇੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਹੁਣ ਇੱਕ ਖਾਲਸਾ ਮਾਰਚ ਕੱਢਣਾ ਚਾਹੀਦਾ ਹੈ ਪੂਰੇ ਪੰਜਾਬ 'ਚ, ਮਾਨ ਸਾਹਿਬ ਨੂੰ ਨਾਲ ਲੈ ਕੇ। ਉਹਦਾ ਬੈਨੀਫਿਟ ਇਹ ਹੋਊਗਾ ਵੀ ਜਿਵੇਂ ਕੇਜਰੀਵਾਲ ਨੇ ਤਿਰੰਗਾ ਮਾਰਚ ਕੱਢਿਆ ਸੀ, ਅਤੇ ਉਹ ਤਿਰੰਗਾ ਮਾਰਚ ਅਸਲ ਦੇ ਵਿੱਚ ਉਹਨੇ ਸਾਡੀ ਹਿੱਕ 'ਤੇ ਦੀਵਾ ਬਾਲਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਤਿਰੰਗੇ ਨੇ ਸਾਡਾ ਕਤਲੇਆਮ ਕੀਤਾ, ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ, ਸਾਡੇ ਤਖਤ ਢਾਹ ਕੇ ਉੱਥੇ ਤਿਰੰਗਾ ਚਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ ਤਿਰੰਗਾ ਮਾਰਚ ਉਹ ਕੱਢ ਕੇ ਅਤੇ ਸਾਨੂੰ ਸੰਕੇਤ ਦਿੰਦਾ ਸੀ ਵੀ ਪੰਜਾਬ ਦੇ ਉੱਤੇ ਜਿਹੜਾ ਵਾ ਲਾਲੇ ਰਾਜ ਕਰਨਗੇ। ਸੋ ਇਹਦੇ ਰਿਪਲਾਈ ਦੇ ਵਿੱਚ ਹੁਣ ਮਾਨ ਸਾਹਿਬ ਜਿੱਤ ਚੁੱਕੇ ਆ, ਅਤੇ ਅਗਲੇ 5-10 ਦਿਨ ਤੱਕ ਅਸੀਂ ਕੋਸ਼ਿਸ਼ ਇਹ ਜ਼ਰੂਰ ਕਰਾਂਗੇ ਵੀ ਪੂਰੇ ਪੰਜਾਬ 'ਚ ਇੱਕ ਤਾਂ ਨਾਲੇ ਮਾਨ ਸਾਹਿਬ ਦੀ ਪੂਰੇ ਪੰਜਾਬ 'ਚ ਫੇਰੀ ਹੋ ਜੂਗੀ, ਦੂਜਾ ਨਾਲ ਇੱਕ ਬਹੁਤ ਵੱਡੇ ਪੱਧਰ ਦਾ ਇੱਕ ਮਾਰਚ ਜਿਹੜਾ ਉਹ ਜ਼ਰੂਰੀ ਹੈ। ਉਹ ਮਾਰਚ ਅਸੀਂ ਕੱਢ ਕੇ ਉਹਨਾਂ ਨੂੰ ਦੱਸਾਂਗੇ, ਤਾਂ ਉਹ 'ਚ ਸਿਰਫ ਨਿਸ਼ਾਨ ਸਾਹਿਬ ਲੈ ਕੇ ਹੀ ਜਿਹੜਾ ਵਾ ਜਾਇਆ ਜਾਊਗਾ, ਕਿਸੇ ਕੋਈ ਪਾਰਟੀ ਦਾ ਝੰਡਾ ਨਹੀਂ, ਕਿਸੇ ਤਰੀਕੇ ਦਾ, ਸਿਰਫ ਨਿਸ਼ਾਨ ਸਾਹਿਬ ਮਾਰਚ ਕੱਢਿਆ ਜਾਊਗਾ, ਤਾਂ ਜੋ ਪੰਜਾਬ 'ਚ ਜਿਹੜੀ ਪੰਥਕ ਰਾਜਨੀਤੀ ਦੀ ਜੜ੍ਹ ਅਸੀਂ ਲਾਈ ਹੈ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਬਾਈ ਧੀਰ ਸਿੱਧੂ ਨੇ ਜਿਹੜਾ ਇਹਨੂੰ ਬੂਟੇ ਨੂੰ ਆਪਣੇ ਲਹੂ ਨਾਲ ਸਿੰਜਿਆ, ਇਹ ਬੂਟਾ ਥੋੜ੍ਹਾ ਵੱਡਾ ਹੋਵੇ, ਹਰਿਆ ਭਰਿਆ ਹੋਵੇ, ਇਹਦੀ ਛਾਵੇਂ ਫਿਰ ਬਾਅਦ 'ਚ ਆਉਣ ਵਾਲੀਆਂ ਨਸਲਾਂ ਸਾਡੀਆਂ ਬੈਠਣ। ਸੋ ਇਹ ਮੇਰੇ ਮਨ ਦੇ ਵਿੱਚ ਇਹ ਵਿਚਾਰ ਚੱਲ ਰਿਹਾ, ਅਤੇ ਇਹ ਇੱਕ ਬਾਕੀ ਤੁਸੀਂ ਇਹ 'ਤੇ ਆਪਣੀ ਰਾਏ ਦਿਓ ਵੀ ਇਹ ਆਪਾਂ ਨੂੰ ਕਰਨਾ ਚਾਹੀਦਾ ਅਤੇ ਕੀ ਇਹਦੇ 'ਚ ਹੋਰ ਸੁਜੈਸ਼ਨ ਹੋਣੇ ਚਾਹੀਦੇ। ਹਾਂਜੀ ਦਰਸ਼ਨ ਵੀਰ ਜੀ, ਆਪ ਜੀ ਦੱਸੋ। ਹਾਂਜੀ ਹਾਂਜੀ, ਬਹੁਤ ਵਧੀਆ ਅੰਮ੍ਰਿਤਪਾਲ ਸਿੰਘ ਦਾ ਸੁਝਾਅ ਹੈ, ਅਤੇ ਆਪਾਂ ਨੂੰ ਇਹ ਚਾਹੀਦਾ ਵੀ ਇੱਕ ਮਾਰਚ ਜਿਹੜਾ ਅਨੰਦਪੁਰ ਸਾਹਿਬ ਤੋਂ ਸ਼ੁਰੂ ਕਰਕੇ ਤੇ ਅਕਾਲ ਤਖ਼ਤ ਸਾਹਿਬ ਤੇ ਲੈ ਕੇ ਆਉਣਾ ਚਾਹੀਦਾ। ਦੂਜਾ ਮਾਰਚ ਆਪਾਂ ਨੂੰ ਜਿਹੜਾ ਦਮਦਮਾ ਸਾਹਿਬ ਤੋਂ ਲੈ ਕੇ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਸਪੂਰਤਾ ਕਰਨੀ ਚਾਹੀਦੀ ਹੈ, ਕਿਉਂਕਿ ਪੀਰੀ ਤੇ ਪੀਰੀ ਦਾ ਸਾਡਾ ਜਿਹੜਾ ਸਿਧਾਂਤ ਹੈ ਉਹ ਅਕਾਲ ਤਖ਼ਤ ਸਾਹਿਬ ਹੈ ਸੁਪਰੀਮ ਸਾਡੀ, ਅਤੇ ਉੱਥੇ ਦੋਵੇਂ ਮਾਰਚ ਜੇ ਆਉਂਦੇ ਨੇ, ਜੇ ਅੱਗੇ ਵੀ ਮਾਰਚ ਮਾਨ ਸਾਹਿਬ ਉਹਨਾਂ ਨੇ ਕਈ ਵਾਰੀ ਕੱਢੇ ਨੇ, ਪਰ ਆਪਾਂ ਨੂੰ ਜਿਸ ਲੈਵਲ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ ਅਤੇ ਉਹ ਬਹੁਤ ਵਧੀਆ ਸੁਝਾਅ। ਅਤੇ ਇਹਦੇ ਨਾਲ ਕੀ ਹੋਊਗਾ ਕਿ ਇੱਕ ਸਰਬ ਸਾਂਝੀ ਵਾਲਤਾ ਦਾ ਵੀ ਜਿਹੜਾ ਸੁਨੇਹਾ ਜਾਊਗਾ, ਅਤੇ ਦੂਜਾ ਇਹ ਵੀ ਸੁਨੇਹਾ ਜਾਊਗਾ ਵੀ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਹੈ, ਜਿਹੜਾ ਵੀ ਇਹਦੀ ਸ਼ਰਮ ਦੇ ਹੇਠ ਆਇਆ ਉਹਦੇ ਨਾਲ ਕਦੇ ਨਾ ਸਿੱਖਾਂ ਨੇ ਵਿਤਕਰਾ ਕੀਤਾ ਅਤੇ ਨਾ ਕਰਨਾ ਹੈ। ਅਤੇ ਸਿਮਰਜੀਤ ਸਿੰਘ ਦੀ ਮਾਂ ਦੀ ਜਿਹੜੀ ਜਿੱਤ ਹੈ ਉਹ ਕੇਸਰੀ ਨਿਸ਼ਾਨ ਸਾਹਿਬ ਦੇ ਛਤਰ ਛਾਇਆ ਦੇ ਹੇਠ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਹੋਈ ਹੈ, ਅਤੇ ਇੱਥੇ ਜਿਹੜਾ ਸਾਰੇ ਧਰਮਾਂ ਦੇ ਲੋਕਾਂ ਦੇ ਨਾਲ ਜਿਹੜਾ ਬਰਾਬਰ ਦਾ ਇਨਸਾਫ ਕੀਤਾ ਜਾਊਗਾ। ਬਹੁਤ ਵਧੀਆ ਸੁਝਾਅ ਹੈ, ਇਹਨੂੰ ਜ਼ਰੂਰ ਵਿਚਾਰਿਆ ਜਾਵੇ। 2 ਮਾਰਚ ਜੇ ਆਪਾਂ ਕਰਦੇ ਹਾਂ, ਦੋਵਾਂ ਤਖ਼ਤਾਂ ਤੋਂ ਸ਼ੁਰੂ ਕਰਕੇ ਤਖ਼ਤ ਕੇਸਗੜ੍ਹ ਸਾਹਿਬ ਤੋਂ ਅਤੇ ਤਖ਼ਤ ਦਮਦਮਾ ਸਾਹਿਬ ਤੋਂ ਅਕਾਲ ਤਖ਼ਤ ਸਾਹਿਬ ਦੇ ਸਬੂਤ ਹੁੰਦੇ ਨੇ, ਅਤੇ ਮਾਲਵਾ ਅਤੇ ਪੁਆਧ ਅਤੇ ਮਾਝਾ ਦੁਆਬਾ ਸਾਰੇ ਉਹਦੇ ਵਿੱਚ ਕਵਰ ਹੁੰਦੇ ਨੇ, ਅਤੇ ਮੈਂ ਸਹਿਮਤ ਹਾਂ ਜੀ ਇਹਦੇ ਨਾਲ ਕਿਰਪਾਨਾਂ ਵੀ ਹੋਣ ਜੇ ਹੋ ਸਕੇ ਤਾਂ। ਉਹ ਤੇ ਹੋਣਗੇ ਜੀ, ਨਿਸ਼ਾਨ ਸਾਹਿਬ ਦੇ ਨਾਲ ਕਿਰਪਾਨਾਂ, ਅਤੇ ਉਹ
ਸਾਡਾ ਤੇ ਸੁਮੇਲ ਹੀ ਇਹੋ ਹੈ। ਇਹ ਮੁੱਖ ਮੰਤਰੀ ਨੇ ਸਾਡੇ ਨਿਸ਼ਾਨਾਂ ਦਾ ਵਿਰੋਧ ਕੀਤਾ ਸੀ, ਸਾਡੇ ਜਿਹੜਾ ਵਾ ਕਿਰਪਾਨਾਂ ਦਾ ਵਿਰੋਧ ਕੀਤਾ ਸੀ, ਤੇ ਜੋ ਜੋ ਚੀਜ਼ਾਂ ਦਾ ਵਿਰੋਧ ਕਰਨਗੇ ਉਹ ਚੀਜ਼ਾਂ ਪੰਜਾਬ ਦੀ ਤਸਵੀਰ ਨੂੰ ਇਹ ਸਮਝੇ ਨਹੀਂ ਸ਼ਾਇਦ। ਪੰਜਾਬ ਦੀ ਤਸਵੀਰ ਉਹ ਹੈ ਵੀ ਜਿਹੜੀ ਚੀਜ਼ ਦਾ ਇਹ ਵਿਰੋਧ ਕਰਨਗੇ, ਦਿੱਲੀ ਜਿਹੜੀ ਚੀਜ਼ ਆਖੋਗੀ ਪੰਜਾਬ ਨੂੰ ਵੀ ਨਾ ਕਰੋ, ਉਹ ਪੰਜਾਬੀ ਸਿੱਖ ਉਹ ਕਰਨਗੇ। ਕਿਉਂਕਿ ਸਾਨੂੰ ਵੀ ਜਿਹੜਾ ਨਾ ਅੱਜ ਜਿੱਦਾਂ ਇਹਨਾਂ ਨੇ ਸਿੱਧੂ ਮੂਸੇਵਾਲੇ ਦਾ ਗੀਤ SYL ਬੈਨ ਕਰ ਦਿੱਤਾ ਹਿੰਦੁਸਤਾਨ ਦੇ ਵਿੱਚ, ਹੁਣ ਇਹਨਾਂ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਜਿਹੜੀ ਚੀਜ਼ ਤੁਸੀਂ ਬੈਨ ਕਰੋਗੇ ਉਹਨੂੰ ਲੋਕ ਅਸੀਂ ਵੱਧ ਸੁਣਾਂਗੇ। ਇਹ ਇੱਕ ਸਮਾਂ ਸੀ ਜਦੋਂ ਮੁਗਲ ਹਕੂਮਤ ਨੇ ਦਰਬਾਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਬੈਨ ਕਰਤੇ ਸੀ ਵੀ ਤੁਸੀਂ ਇੱਥੇ ਕਰ ਨਹੀਂ ਸਕਦੇ, ਤੇ ਸਿੱਖ ਰਾਤ ਦੇ ਹਨੇਰੇ 'ਚ ਆਪਣਾ ਸੀਸ ਲਵਾ ਕੇ ਵੀ ਇਸ਼ਨਾਨ ਕਰਾਉਂਦੇ ਹੁੰਦੇ ਸੀ ਵੀ ਸੀਸ ਵੱਢਿਆ ਜਾਵੇ ਤੇ ਵੱਢਿਆ ਜਾਵੇ। ਸੋ ਇਹ ਆ ਵੀ ਇਹ ਸਿੱਖਾਂ ਨੂੰ ਇਹ ਗੱਲ ਅਪੀਲ ਕਰਦੀ ਹੈ, ਜਿਹੜਾ ਜੰਗ ਦਾ ਮੈਦਾਨ ਉਹਨੇ ਦਿੱਲੀ ਨਹੀਂ ਚੁਣਿਆ, ਇਹ ਸਾਡੀ ਪਸੰਦ ਦਾ ਹੈ। ਤੁਸੀਂ ਕਾਨੂੰਨ ਜਿਹੜੇ ਆ ਸਾਡੇ ਤੇ ਮੜੋ ਤੇ ਅਸੀਂ ਤੋੜਨ 'ਚ ਜਿਹੜਾ ਵਾ ਉਹ ਸਾਨੂੰ ਇਹ ਕਾਨੂੰਨ ਤੋੜਨ 'ਚ ਜ਼ਿਆਦਾ ਮਜ਼ਾ ਆਉਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨਗੇ, ਜਿਹੜੀ ਇਹਨਾਂ ਨੇ ਸਾਡੇ ਉੱਤੇ ਟਿੱਪਣੀ ਕੀਤੀ ਹੈ ਪੰਥ ਤੇ ਗ੍ਰੰਥ ਤੇ ਸਾਡੇ ਨਿਸ਼ਾਨਾਂ ਤੇ ਕਿਸੇ ਵੀ ਕਿਸਮ ਦੀ, ਉਹ ਚਾਹੇ ਭਗਵੰਤ ਮਾਨ ਨੇ ਕੀਤੀ ਹੋਵੇ, ਚਾਹੇ ਕੇਜਰੀਵਾਲ ਨੇ ਕੀਤੀ ਹੋਵੇ, ਜਾਂ ਕਿਸੇ ਹੋਰ ਨੇ ਕੀਤੀ ਹੋਵੇ, ਉਹਦਾ ਜਵਾਬ ਅਸੀਂ ਫਿਰ ਇੱਦਾਂ ਹੀ ਦੇਵਾਂਗੇ। ਮਾਰਚ ਜਿਹੜਾ ਕੱਢਾਂਗੇ ਮਹਾਰਾਜ ਦੀ ਕਿਰਪਾ ਦੇ ਨਾਲ, ਉਹ ਮਾਰਚ ਪੂਰੇ ਪੰਜਾਬ ਦੇ ਵਿੱਚੋਂ ਉਹ ਲੰਘ ਕੇ, ਜਿਵੇਂ ਦਰਸ਼ਨ ਸਿੰਘ ਹੋਣਾ ਕਿਹਾ ਅਕਾਲ ਤਖ਼ਤ ਸਾਹਿਬ ਜਾ ਕੇ ਉੱਥੇ ਮੱਥਾ ਵੀ ਟੇਕਾਂਗੇ, ਤੇ ਨਾਲ ਕਿਰਪਾਨਾਂ ਵੀ ਜਿਹੜੀਆਂ ਵਾ ਉਹ ਜਾਣਗੀਆਂ, ਤੇ ਨਾਲ ਉੱਥੇ ਬੇਨਤੀ ਕਰਕੇ ਤੇ ਉੱਥੇ ਅੰਮ੍ਰਿਤ ਪਾਣ ਦਾ ਵੀ ਜਿਹੜਾ ਵਾ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਕੀਤਾ ਜਾਊਗਾ, ਤੇ ਉੱਥੇ ਸ਼ਸਤਰ ਵੀ ਭੇਟ ਕੀਤੇ ਜਾਣਗੇ ਜਿਹੜੇ ਰਵਾਇਤੀ ਨੌਜਵਾਨਾਂ ਨੂੰ, ਵੀ ਤੁਸੀਂ ਇੱਕ ਤੇ ਨਸ਼ਾ ਛੱਡੋ, ਇੱਕ ਆਪਣਾ ਦਾੜਾ ਕੇਸ ਸਾਫ ਸੁਥਰਾ ਰੱਖੋ, ਤੇ ਦੂਜਾ ਨਾਲ ਸ਼ਸਤਰਧਾਰੀ ਹੋ, ਕਿਉਂਕਿ ਸਮਾਂ ਬਹੁਤ ਨੇੜੇ ਹੈ। ਤੇ ਜਿਹੜੇ ਲਾਲੇ ਆ, ਜਿਹੜੇ ਪੁੱਤਰ ਫਿਰਦੇ ਆ, ਹੋ ਸਕਦਾ ਕੱਲ੍ਹ ਨੂੰ ਸਾਡੇ ਘਰਾਂ ਤੱਕ ਆਉਣ ਦੀ ਜ਼ਰੂਰਤ ਕਰਨ, ਤੇ ਸਾਨੂੰ ਉਹ ਤਿਆਰ ਰਹਿਣ ਦੀ ਲੋੜ ਹੈ। ਸੋ ਇਹ ਚੀਜ਼ਾਂ, 3 ਚੀਜ਼ਾਂ ਜਿਹੜੀਆਂ ਇਹਨਾਂ ਦਾ ਜ਼ਰੂਰ ਆਪਾਂ ਉਸ ਮਾਰਚ 'ਚ ਧਿਆਨ ਰੱਖਾਂਗੇ, ਕਿਰਪਾਨਾਂ ਦਾ ਤੇ ਅੰਮ੍ਰਿਤ ਪਾਣ ਦਾ, ਤੇ ਦੂਜਾ ਆਪਣਾ ਜਿਹੜਾ ਵਾ ਆਪਣੇ ਨਿਸ਼ਾਨ ਸਾਹਿਬ। ਭਾਈ ਨਿਸ਼ਾਨ ਸਾਹਿਬ ਜੇ ਕੋਸ਼ਿਸ਼ ਹੋ ਸਕੇ ਤੇ ਆਪਣੇ ਪੁਰਾਤਨ ਨਿਸ਼ਾਨ ਸਾਹਿਬ ਵੀ ਥੋੜੇ ਜਿਹੇ ਨਾਲ ਲੈ ਕੇ ਜਾਏ ਜਾਣ, ਜਿਹੜੇ ਕਿ ਢਾਲਾ ਤੇ ਕਟਾਰ ਤੇ ਪਰਲੇ ਵਾਲੇ ਨਿਸ਼ਾਨ ਸਾਹਿਬ ਹੋਣ, ਜਿਹੜੇ ਆਪਣੇ ਪੁਰਾਤਨ ਜਿਹੜੀਆਂ ਆਪਣੀਆਂ ਮਿਸਲਾਂ ਤੇ ਇਹ ਮਿਸਲਾਂ ਵਾਲੇ ਹੁੰਦੇ ਕਿ ਜਿੱਥੋਂ ਆਪਣੇ ਜਿਹਨਾਂ ਨਿਸ਼ਾਨ ਸਾਹਿਬਾਂ ਨੂੰ ਅੱਗੇ ਰੱਖ ਕੇ ਖਾਲਸੇ ਰਾਜ ਦਾ ਮੁੱਢ ਬੰਨਿਆ ਗਿਆ, ਤੇ ਜੇ ਕੋਸ਼ਿਸ਼ ਹੋਈ ਤੇ ਉਹ ਵੀ ਨਾਲ ਲੈ ਜਾਣ। ਉਹ ਜਿਹੜੀ ਬਾਜਵਾ ਜੀ ਉਹ ਬਾਬਾ ਰਾਜਾ ਰਾਜ ਸਿੰਘ ਵਰਗੀਆਂ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ, ਬਹੁਤ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਪੰਥ ਦੇ ਨੂੰ ਪਿਆਰ ਕਰਦੀਆਂ ਨੇ, ਪਹਿਰਾ ਦਿੰਦੀਆਂ ਨੇ, ਉਹਨਾਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਜਾਵੇ ਉਹ ਮਾਰਚ ਦਾ। ਸੋ ਉਹਨਾਂ ਕੋਲ ਪੁਰਾਤਨ ਰਵਾਇਤੀ ਸ਼ਾਸਤਰ ਜਿਹੜੇ ਵਿਸਾਰੀ ਹੁੰਦੇ ਨੇ, ਸੋ ਉਹ ਵੀ ਤੁਹਾਡਾ ਬਹੁਤ ਵਧੀਆ ਆਈਡੀਆ, ਤੇ ਪਰ ਉਹ ਮਹਾਰਾਜ ਨੇ ਕਿਰਪਾ ਕਰਨੀ ਕਿ ਜਦੋਂ ਉੱਥੇ ਮਾਰਚ ਨਿਕਲ ਲੈਂਦੇ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਆਲਰੇਡੀ ਉੱਥੇ ਲੈ ਕੇ ਉਹ ਪਹੁੰਚਣਾ, ਤੇ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਸੱਦਾ ਪੱਤਰ ਬੇਨਤੀ ਦੇ ਰੂਪ ਦੇ ਵਿੱਚ ਆਪਾਂ ਨੂੰ ਭੇਜਣਾ ਚਾਹੀਦਾ। ਹਾਂਜੀ, 2 ਗੱਲਾਂ ਹੋਰ ਰੱਖਣੇ, ਇੱਕ ਤਾਂ ਮਾਨ ਸਾਹਿਬ ਦੀ ਸਿਕਿਉਰਿਟੀ ਆਪਣੀ ਉਹ ਪੂਰੀ ਰੱਖਣ, ਕਿਸੇ ਦੀ ਪਰਵਾਹ ਨਾ ਕਰਨ ਕੋਈ ਕੀ ਕਹਿੰਦਾ, ਮੀਡੀਆ ਵਾਲਾ ਕੀ ਕਹਿੰਦਾ, ਆਪਣੀ ਸਿਕਿਉਰਿਟੀ ਪੂਰੀ ਰੱਖਣ। ਤੇ ਦੂਜੀ ਗੱਲ ਕਿ ਲੌਂਗ ਟਰਮ 'ਚ ਸਾਨੂੰ ਅਸੀਂ ਇਹ ਆਪਾਂ ਲੋਕਾਂ ਤੱਕ ਇਹ ਗੱਲ ਪਹੁੰਚਾਈਏ, ਇਹ ਜਿਹੜਾ ਆਪਣਾ ਹੰਨੇ ਮੀਰੀ ਦਾ ਕਨਸੈਪਟ ਹੈ ਨਾ, ਕਿ ਜੇ ਉਹ ਆਪਾਂ ਉਹਨਾਂ ਲੋਕਾਂ ਤੱਕ ਲੈ ਕੇ ਜਾਈਏ ਕਿ ਕਿਉਂਕਿ ਆਪਾਂ ਦੇਖਦੇ ਹਾਂ ਨਾ, ਕਈ ਵਾਰ ਆ ਕੇ ਪੁੱਛਦੇ ਹਾਂ ਵੀ ਹਾਂ ਜੀ ਤੁਹਾਡਾ ਮਾਨ ਸਾਹਿਬ ਵਾਲਾ ਕੈਂਡੀਡੇਟ ਦੱਸੋ ਸਾਨੂੰ। ਆਪਾਂ ਲੋਕਾਂ ਨੂੰ ਇਹ ਸਮਝਾਉਣਾ ਕਿ ਤੁਸੀਂ ਆਪਣਾ ਕੈਂਡੀਡੇਟ ਆਪ ਤੈਅ ਕਰੋ, ਆਪਣੀ ਹੋਣੀ ਤੁਸੀਂ ਆਪ ਤੈਅ ਕਰੋ, ਕਿ ਜਦੋਂ ਇਹ ਚੀਜ਼ ਬਣ ਗਈ ਆਪਣਾ ਡੀਪ ਰੂਟ ਹੋ ਗਈ, ਫਿਰ ਦਿੱਲੀ ਤੋਂ ਕੋਈ ਆ ਹੀ ਨਹੀਂ ਸਕਦਾ, ਨਾ ਉਹਦੀ ਕੋਈ ਚੱਲ ਸਕਦੀ ਹੈ। ਹੁਣ ਕੀ ਹੁੰਦਾ, ਦਿੱਲੀ ਦਾ ਜਾਂ ਲਾਲਾ ਤੈਅ ਕਰਦਾ ਜਾਂ ਰਾਹੁਲ ਗਾਂਧੀ ਤੈਅ ਕਰਦਾ ਕਿ ਕੌਣ ਉੱਥੇ ਕਿਹੜੀ ਸੀਟ 'ਤੇ ਖੜੂਗਾ। ਜੇ ਆਪਾਂ ਲੋਕਾਂ ਨੂੰ ਸਮਝਾ ਦਈਏ ਕਿ ਤੁਸੀਂ ਆਪਣਾ ਨੇਤਾ, ਤੁਸੀਂ ਜਿਹੜਾ ਜੋ ਵੀ ਕੈਂਡੀਡੇਟ ਤੁਸੀਂ ਆਪ ਚੁਣਨਾ ਹੈ, ਲੋਕ ਉਹ ਕੋਈ ਮਜ਼ਾਲ ਹੀ ਨਹੀਂ ਕਿ ਕੋਈ ਸਾਡੇ ਆਪਣਾ ਇੱਥੇ ਕੋਈ ਐਂਟਰ ਕਰ ਸਕੇ ਪੰਜਾਬ 'ਚ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਆਪਣੇ ਨਾਲ ਗੁਰਪ੍ਰੀਤ ਸਿੰਘ ਖਾਲਸਤਾਨੀ ਜੁੜੇ ਹੋਏ। ਗੁਰਪ੍ਰੀਤ ਸਿੰਘ ਖਾਲਸਤਾਨੀ, ਆਪ ਜੀ ਰੱਖੋ ਆਪ ਦੇ ਵਿਚਾਰ। ਹਾਂਜੀ ਗੁਰਪ੍ਰੀਤ ਵੀਰ ਜੀ, ਆਪ ਜੀ ਨਾਲ ਹੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹੜੀ ਪੰਥਕ ਰਾਜਨੀਤੀ ਆਪਣੇ ਮੁੜ ਕੇ ਇੱਕ ਜੇਤੂ ਧਿਰ ਬਣੀ ਹੈ, ਉਹਦੇ ਲਈ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਕਿਉਂਕਿ ਸਾਰਿਆਂ ਦੀ ਮਿਹਨਤ ਉਹਦੇ ਵਿੱਚ। ਅਤੇ ਜਿਹੜੇ ਐਂਗਲ ਤੋਂ ਮੈਂ ਗੱਲ ਕਰਨੀ ਸੀਗੀ
ਉਹ ਇਹ ਸੀਗਾ ਵੀ ਜਦ ਪਿਛਲੀਆਂ ਵੋਟਾਂ ਦੇ ਰਿਜ਼ਲਟ ਆਏ ਸੀਗੇ, ਉਹ ਆਏ ਸੀ 10 ਮਾਰਚ ਨੂੰ, ਹੈ ਨਾ। ਅਤੇ ਜਿਹੜਾ ਕੰਸਰਨ ਮੈਂ ਸਾਡਾ ਮਾਨ ਸਾਹਿਬ ਕੋਲ ਲੈ ਕੇ ਗਿਆ ਸੀ 17 ਮਾਰਚ ਨੂੰ, ਉਹੀ ਕੰਸਰਨ ਮੇਰਾ ਅੱਜ ਆ ਵੀ ਜਿਹੜੀ ਇਹ ਵੇਵ ਉੱਠੀ ਹੋਈ ਹੈ ਨਾ, ਇਹਨੂੰ ਆਪਾਂ ਕਿਵੇਂ ਕੈਪੀਟਲਾਈਜ਼ ਕਰੀਏ। ਇਹੀ ਗੱਲ ਮੈਂ ਉਦੋਂ ਰੱਖੀ ਸੀਗੀ ਵੀ ਚਲੋ ਚਾਹੇ ਉਦੋਂ ਮਤਲਬ ਰਿਜ਼ਲਟ ਆਪਣੇ ਹੱਕ 'ਚ ਨਹੀਂ ਸੀ ਗਏ, ਠੀਕ ਹੈ, ਆਪਣੇ ਪਰ ਲੌਜਿਕ ਸੀ ਮੈਂ ਚਾਹੇ ਅੱਜ ਰਿਜ਼ਲਟ ਆਪਣੇ ਹੱਕ 'ਚ ਗਿਆ, ਪਰ ਲੌਜਿਕ 'ਤੇ ਮੇਰਾ ਕੰਸਰਨ ਉਹੀ ਹੈ ਵੀ ਇਹ ਜਿਹੜੀ ਹੁਣ ਵੇਵ ਉੱਠੀ ਹੋਈ ਹੈ, ਇਹ ਤੋਂ ਸਰਕਾਰ ਵੀ ਘਬਰਾ ਗਈ, ਇਹ ਤੋਂ ਸਰਕਾਰ ਵੀ ਬੁਖਲਾ ਗਈ ਹੈ। ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀਗਾ ਸਰਕਾਰ ਵੀ ਇਹ ਸੋਚਦੀ ਸੀ ਵੀ ਸ਼ਾਇਦ ਇਹ ਸਿਰਫ ਬਾਹਰਲੇ ਹੀ ਨੇ ਜਾਂ ਇਹਨਾਂ ਤੋਂ ਗਰਾਊਂਡ 'ਤੇ ਮੈਨੂੰ ਕੁਛ ਨਹੀਂ ਕਰ ਸਕਦੇ, ਕੋਈ ਫਰਕ ਨਹੀਂ ਪਾ ਸਕਦੇ, ਸਿਆਸਤ 'ਚ ਕੋਈ ਫਰਕ ਨਹੀਂ ਪਾ ਸਕਦੇ। ਪਰ ਹੁਣ ਉਹਨਾਂ ਨੇ ਦੇਖ ਲਿਆ ਵੀ ਜਿਹੜੀ ਇਹ ਵੇਵ ਉੱਠ ਰਹੀ ਹੈ ਅਤੇ ਇਹਨੇ ਇਹ ਐਕਚੁਅਲੀ ਮਤਲਬ ਗਰਾਊਂਡ 'ਤੇ ਬਹੁਤ ਕੁਛ ਕਰਨ ਦਾ ਦਮ ਰੱਖਦੀ ਹੈ, ਅਤੇ ਇਹਨਾਂ ਨੇ ਤਖਤਾ ਪਲਟ ਦਿੱਤਾ। ਤਾਂ ਉਹਦਾ ਪਹਿਲਾ ਜਿਹੜੀ ਬੁਖਲਾਹਟ 'ਚੋਂ ਸਟੈਪ ਨਿਕਲਿਆ ਉਹ ਇਹ ਆ ਵੀ ਉਹਨਾਂ ਨੇ SYL ਦਾ ਜਿਹੜਾ ਹੈਗਾ ਉਹ ਆਪਣੇ ਗਾਣਾ ਬੈਨ ਕੀਤਾ, ਸਿੱਧੂ ਮੂਸੇਵਾਲੇ ਦਾ, ਠੀਕ ਹੈ। ਅਤੇ ਜਿਹੜਾ ਮੇਰਾ ਕੰਸਰਨ ਹੁਣ ਇਹ ਹੈ ਕਿ ਮੇਰੀ ਜਿਹੜੀ ਮਤਲਬ ਅਗਲਾ ਨੈਕਸਟ ਸਟੈਪ ਇਹ ਹੈ ਆਪਣੇ ਸਾਰਿਆਂ ਲਈ ਵੀ ਆਪਾਂ ਹੁਣ ਜਿਹੜਾ ਆਪਣੇ ਕੋਲ ਆਪਣੇ 1.5 ਸਾਲ ਦਾ ਸਮਾਂ, ਇਹਦੇ ਵਿੱਚ ਆਪਾਂ ਹੁਣ ਕੀ ਐਕਸ਼ਨ ਕਰਨਾ, ਇਹਦੇ ਵਿੱਚ ਆਪਾਂ ਕੀ ਆਪਣੇ ਗਰਾਊਂਡ 'ਤੇ ਆਪਾਂ ਮਤਲਬ ਕੀ ਚੇਂਜ ਦਿਖਾਉਣੀ ਹੈ ਨਾ। ਇਸ ਵੇਵ ਨੂੰ ਹੁਣ ਆਪਾਂ ਪਾਵਰ ਦੇ ਵਿੱਚ ਆ ਕੇ ਇਸ ਵੇਵ ਨੂੰ ਕਿਵੇਂ ਅੱਗੇ ਲੈ ਕੇ ਜਾਣਾ, ਤਾਂ ਕਿ ਜਿਹੜੀਆਂ 2024 ਦੀਆਂ ਚੋਣਾਂ ਆਉਣਗੀਆਂ ਜਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਦੋਂ ਵੀ ਹੁੰਦੀਆਂ ਨੇ, ਤਾਂ ਉਹਦੇ ਵਿੱਚ ਜਿਹੜੀ ਪੰਥਕ ਸਪੇਸ ਹੈ ਉਹਨੂੰ ਆਪਾਂ ਹੋਰ ਵਾਈਡਨ ਕਿਵੇਂ ਕਰਨਾ। ਤਾਂ ਜਿਵੇਂ ਆਪਣੇ ਪਹਿਲਾਂ ਸਪੇਸਾਂ ਚੱਲਦੀਆਂ ਸੀਗੀਆਂ ਅਸੈਂਬਲੀ ਇਲੈਕਸ਼ਨ ਤੋਂ ਆਪਣੇ ਪਹਿਲਾਂ, ਅਤੇ ਇੱਕੋਦਮ ਬੰਦ ਹੋ ਗਈਆਂ ਸੀਗੀਆਂ, ਉਹ ਜਿਹੜੀ ਵਿਚਾਰ ਚਰਚਾ ਘੱਟ ਗਈ ਸੀਗੀ। ਐਤਕੀ ਵੀ ਸਾਰਿਆਂ ਨੂੰ ਪਤਾ ਵੀ ਜ਼ੋਰ ਥੋੜ੍ਹਾ ਜਿਹਾ ਘੱਟ ਲੱਗਿਆ ਸੀ ਔਨਲਾਈਨ ਵਗੈਰਾ, ਹੈ ਨਾ। ਮੇਰੇ ਖਿਆਲ ਨਾਲ ਉਹ ਜਿਹੜੀ ਵੇਵ ਹੈ ਉਹਨੂੰ ਚੱਲਦਾ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹੁਣ ਜਿਹੜਾ ਟੱਕਰ ਹੈ, ਹੁਣ ਜਿਹੜੀ ਵਾਰ ਹੈ, ਉਹ ਹੁਣ ਬਹੁਤ ਇੱਕ ਵੱਡੇ ਲੈਵਲ 'ਤੇ ਹੋਊਗੀ, ਹੈ ਨਾ। ਅਤੇ ਇਹੀ ਹੈ ਮੇਰਾ ਆਪਣੇ ਕੰਸਰਨ ਵੀ ਆਪਾਂ ਹੁਣ ਸਾਰੇ ਜੁਟ ਕੇ ਇਹ ਵੀ ਕੋਈ ਮਾਡਲ ਤਿਆਰ ਕਰੀਏ ਵੀ ਆਪਾਂ ਪਾਰਟੀ ਨੂੰ ਇੰਨਾ ਸਟਰੋਂਗ ਬਣਾਈਏ ਵੀ ਆਪਣੇ ਸੰਗਰੂਰ ਨੂੰ ਆਪਾਂ ਇੱਕ ਮਾਡਲ ਕੌਂਸਟੀਟੂਐਂਸੀ ਕਿਵੇਂ ਆਪਣੇ ਬਣਾ ਕੇ ਦੱਸੀਏ। ਜੇ ਆਪਾਂ ਆਪਣੀ ਗੱਲ ਅੱਗੇ ਲੈ ਕੇ ਜਾਣੀ ਹੈ ਤਾਂ ਉਹ 'ਚ ਆਪਾਂ ਕਿਵੇਂ ਦੱਸਾਂਗੇ ਬਈ ਸਾਨੂੰ 18 ਮਹੀਨੇ ਦਾ ਸਮਾਂ ਮਿਲਿਆ ਸੀ, ਅਸੀਂ ਆਪਣੇ ਸੰਗਰੂਰ ਦੀ ਨਕਸ਼ ਨੁਹਾਰ ਬਦਲੀ ਹੈ, ਅਤੇ ਜੇ ਸਾਨੂੰ ਹੋਰ ਸਮਾਂ ਮਿਲੇ, ਹੈ ਨਾ, ਤਾਂ ਅਸੀਂ ਇਹਨੂੰ ਮਤਲਬ ਇੱਕ ਖਾਲਿਸਤਾਨ ਦੀ ਤਰਜ਼ 'ਤੇ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਹੜੀ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ, ਉਹ ਵੀ ਤਰਜ਼ 'ਤੇ ਆਪਾਂ ਸੰਗਰੂਰ ਨੂੰ ਕਿਵੇਂ ਮੜ ਸਕਦੇ ਹਾਂ, ਅਤੇ ਤਾਂ ਕਿ ਸਾਰਿਆਂ ਨੂੰ ਦਿਖਾਈਏ ਵੀ ਜੇ ਸਾਡੇ ਹੱਥ ਸੱਤਾ ਆਵੇ ਅਤੇ ਜੇ ਖਾਲਸੇ ਦਾ ਰਾਜ ਹੋਵੇ ਤਾਂ ਅਸੀਂ ਮਤਲਬ ਕਿਹੋ ਜਿਹੀ ਨਕਸ਼ ਨੁਹਾਰ ਅਤੇ ਕਿਹੋ ਜਿਹਾ ਰਾਜ ਦੇ ਸਕਦੇ ਹਾਂ। ਤਾਂ ਮੇਰੇ ਖਿਆਲ ਨਾਲ 18 ਮਹੀਨੇ ਦਾ ਸਮਾਂ, ਅਤੇ ਇਹਨੂੰ ਮੇਰੇ ਖਿਆਲ ਨਾਲ ਸਾਨੂੰ ਟ੍ਰੇਲਰ ਦਿਖਾਉਣਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ, ਕਿ ਤਾਂ ਕਿ ਸਾਡੇ 'ਚ ਕੌਨਫੀਡੈਂਸ ਬਣਿਆ ਰਹੇ, ਅਤੇ ਇਸ ਵੇਵ ਨੂੰ, ਇਸ ਯੂਥ ਨੂੰ ਮਤਲਬ ਸਾਰਿਆਂ ਨੂੰ ਮੁਬਾਰਕ ਜਿਨ੍ਹਾਂ ਨੇ ਜੋੜਿਆ, ਚਾਹੇ ਵਾਚ ਪੰਜਾਬ ਦੇ ਦਰਸ਼ਨ ਬਾਜੀ ਦਾ ਵੀ ਆਪਣੇ ਬਹੁਤ ਕੰਟਰੀਬਿਊਸ਼ਨ ਰਿਹਾ ਗਰਾਊਂਡ 'ਤੇ, ਅਤੇ ਜਿਹਨੇ ਔਨਲਾਈਨ ਵੀ ਜ਼ੋਰ ਲਾਇਆ, ਅਤੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਆਪਣੇ ਮੁਬਾਰਕ। ਪਰ ਜ਼ਿੰਮੇਵਾਰੀ ਹੋਰ ਮੋਢਿਆਂ 'ਤੇ ਭਾਰੀ ਪੈ ਗਈ ਹੈ, ਅਤੇ ਮਹਾਰਾਜ ਸਮਰੱਥ ਹੋਣ, ਮਹਾਰਾਜ ਸਾਨੂੰ ਸਮਰੱਥ ਕਰਨ, ਕਿਰਪਾ ਕਰਨ ਕਿ ਅਸੀਂ ਸਮਰੱਥ ਹੋਈਏ ਕਿ ਇਹਨੂੰ ਅਸੀਂ ਹੌਲੀ ਹੌਲੀ ਸਟੈਪ ਬਾਏ ਸਟੈਪ ਮਤਲਬ ਲੋਕਾਂ ਨੂੰ ਖਾਲਸੇ ਰਾਜ ਦੀ ਇੱਕ ਮਤਲਬ ਝਲਕ ਦਿਖਾ ਸਕੀਏ ਵੀ ਜੇ ਸਾਡੇ ਹੱਥਾਂ 'ਚ ਆਪਣੇ ਸੱਤਾ ਆਵੇ, ਰਾਜ ਆਵੇ, ਖਾਲਸੇ ਦਾ ਰਾਜ ਆਵੇ, ਤਾਂ ਅਸੀਂ ਉਹਨਾਂ ਨੂੰ ਕਿਹੋ ਜਿਹਾ ਰਾਜ ਦੇ ਸਕਦੇ ਹਾਂ। ਮੇਰੇ ਖਿਆਲ ਨਾਲ ਹੋਰ ਲੋਕ ਵੀ ਬਹੁਤ ਜੁੜਨ ਨੂੰ ਤਿਆਰ ਹੋਣਗੇ ਹੁਣ, ਤਾਂ ਜਿਹੜੀ ਬੋਲ ਹੈ ਹੁਣ ਉਹ ਸਾਡੇ ਕੋਰਟ 'ਚ ਆ ਗਈ ਹੈ ਵੀ ਅਸੀਂ ਕੀ ਕਰਕੇ ਦਿਖਾਉਣਾ। ਤਾਂ ਅਸੀਂ ਅਵੇਸਲੇ ਨਾ ਹੋਈਏ, ਹੁਣ ਤੋਂ ਹੀ ਮਤਲਬ ਆਪਣੇ ਰਣਨੀਤੀਆਂ ਕਰਨੀ ਸ਼ੁਰੂ ਕਰ ਦਈਏ ਵੀ ਇਸ 18 ਮਹੀਨੇ ਦੇ ਵਿੱਚ ਅਸੀਂ ਕੀ ਕਰਕੇ ਦਿਖਾਉਣਾ। ਹਾਂਜੀ ਹਾਂਜੀ, ਅਮਿਤਪਾਲ ਸਿੰਘ ਜੀ ਜਾਂ ਦਰਸ਼ਨ ਸਿੰਘ ਜੀ, ਆਪ ਜੀ ਦੇ ਵਿਚਾਰ ਇਸ ਤੇ। ਹਾਂਜੀ, ਜਿਹੜਾ ਮਾਨ ਸਾਹਿਬ ਦਾ ਐਕਸਪੀਰੀਅੰਸ ਹੈ ਨਾ ਜੀ MP ਹੋਣ ਦੇ ਨਾਤੇ, ਉਹ ਬਹੁਤ ਟੌਪ 'ਤੇ ਆ। ਉਹਨਾਂ ਨੂੰ ਪਤਾ ਹੈ ਵੀ ਕਿੱਦਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਤੱਕ ਪਹੁੰਚ ਕਰਕੇ ਅਤੇ ਉਹਨਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਜਾਂ ਜੋ MP ਦੇ ਕੋਲ ਗ੍ਰਾਂਟ ਹੁੰਦੀ ਹੈ ਉਹਨੂੰ ਕਿਵੇਂ ਸਰਵ ਕਰਨਾ ਹੈ। ਉਹ ਬਹੁਤ ਉਹਨਾਂ ਦੀ ਓਨੈਸਟੀ ਹੈਗੀ ਹੈ, ਇਹਦੇ 'ਤੇ ਰੈਕਡ ਉਹਨਾਂ ਦਾ ਟੌਪ ਦੇ ਉੱਤੇ ਹੈ। ਸੋ ਉਹ ਉਹਨਾਂ ਨੇ ਉੱਧਰੋਂ ਕੋਈ ਢਿੱਲ ਨਹੀਂ ਕੀ ਹੋਣੀ, ਉੱਧਰੋਂ ਬਿਲਕੁਲ ਉਹ ਬੇਫਿਕਰ ਹੋ ਗਈ ਹੈ। ਸੋ ਆਪਾਂ ਨੂੰ ਫਿਕਰ ਇਹ ਹੈ, ਇਹ ਕਰਨਾ ਚਾਹੀਦਾ ਵੀ ਜਿਹੜਾ ਯੂਥ ਹੈ ਐਡੇ ਵੱਡੇ ਲੈਵਲ ਦੇ ਉੱਤੇ ਜਿਹੜਾ ਖੜ੍ਹਾ ਹੋਇਆ ਹੈ, ਦੀਪਵੀਰ ਦੀ ਸ਼ਹਾਦਤ ਜਾਂ ਮੂਸੇ ਵਾਲੇ ਦਾ ਜਿਹੜਾ ਇਹਨਾਂ ਨੇ ਕਤਲ ਕਰਵਾਇਆ, ਅਤੇ ਉਹ ਤੋਂ ਬਾਅਦ ਜਿਹੜਾ ਯੂਥ ਆ ਹੋਰ ਜਿਹੜਾ ਯੂਥ ਦੇ ਵਿੱਚ ਰੋਹ ਭਰਿਆ ਗਿਆ, ਉਹਨੂੰ ਇੱਕ ਜਥੇਬੰਦਕ ਕਰਨਾ, ਇੱਕ ਜਥੇਬੰਦਕ ਢਾਂਚਿਆਂ ਨੂੰ ਸੈੱਟ ਕਰਨਾ। ਸਾਨੂੰ 3-4 ਤਰੀਕਿਆਂ ਦੇ ਰਾਤੀ ਵੀ ਬਸੰਤ ਸਿੰਘ ਉਹਨਾਂ ਨੇ ਚਲਾਇਆ ਸੀ ਕਲੱਬ ਹਾਊਸ ਦੇ ਉੱਤੇ, ਉੱਥੇ ਵੀ ਇਹੀ ਗੱਲ ਚੱਲਦੀ ਸੀ। ਦੇਖੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਫੇਲੂਰ ਇਹ ਹੈ ਵੀ ਇਹ ਸਾਰੇ ਫਰੰਟਾਂ 'ਤੇ ਇਕੱਲੀ ਲੜਾਈ ਲੜਦੀ ਰਹੀ ਹੈ ਪਾਰਟੀ, ਭਾਵੇਂ ਧਾਰਮਿਕ ਸੀ, ਭਾਵੇਂ ਸਮਾਜਿਕ ਸੀ,
ਭਾਵੇਂ ਰਾਜਨੀਤਿਕ। ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੀ ਜਿਹੜੀ ਫੋਰਸ ਹੁੰਦੀ ਹੈ ਉਹ ਇੰਨਾ ਜ਼ਿਆਦਾ ਰਗੜੀ ਜਾਂਦੀ ਹੈ ਕਿ ਜਥੇਦਾਰਾਂ ਦੀਆਂ ਜ਼ਮੀਨਾਂ ਵੀ ਵਿਕੀਆਂ ਨੇ। ਈਵਨ ਜਸਕਰਨ ਸਿੰਘ ਅਕਾਨ ਸਿੰਘ ਵਾਲਾ ਉਹਦੇ ਵੀ 6-7 ਏਕੜ ਜਿਹੜੇ ਪੈਲੀ ਦੇ ਵਿਕ ਚੁੱਕੇ ਨੇ। ਮਾਸਟਰ ਕਰਨੈਲ ਸਿੰਘ ਨਾਰੀਕੇ ਨੇ, ਉਹਨਾਂ ਦੇ ਜਿਹੜੇ 8-10 ਏਕੜ ਵਿਕ ਚੁੱਕੇ ਨੇ। ਹੋਰ ਇੱਦਾਂ ਦੇ ਜਥੇਦਾਰ ਬਹੁਤ ਨੇ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਵੇਚੀਆਂ। ਕਾਰਨ ਕੀ ਹੁੰਦਾ ਕਿ ਵੀ ਜਦੋਂ ਤੁਸੀਂ ਸਾਰੇ ਫਰੰਟਾਂ ਦੇ ਉੱਤੇ ਇੱਕੋ ਜਥੇਬੰਦੀ ਰਣਨੀਤੀ ਕਰਦੀ ਹੈ ਤੇ ਉਹ ਗੱਲ ਨਹੀਂ ਬਣਦੀ। ਸੋ ਆਪਾਂ ਨੂੰ ਫਰੰਟ ਜਿਹੜੇ ਵੱਖੋ ਵੱਖਰੇ ਤਿਆਰ ਕਰਨੇ ਪੈਣੇ ਨੇ। ਹੁਣ ਫੋਰਸ ਬਹੁਤ ਜ਼ਿਆਦਾ, ਜਿੱਦਾਂ ਹੁਣ ਕਿਸਾਨੀ ਦਾ ਮਸਲਾ, ਪੱਤੀ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਬਹੁਤੇ ਜਿਹੜੇ ਲੀਡਰ ਬਕਾਊ ਨੇ ਤੇ ਇੱਕ ਜਥੇਬੰਦੀ ਸਾਨੂੰ ਜਿਹੜੀ ਹੈ ਟੌਪ ਦੀ ਨੌਜਵਾਨਾਂ ਦੀ ਖੜੀ ਕਰਨੀ ਪੈਣੀ। ਭਾਵੇਂ ਉਹ ਵਾਰਸ ਪੰਜਾਬ ਦੀ ਜਥੇਬੰਦੀ ਪਿੰਗ ਖੜਾ ਕਰੇ ਤਗੜੇ ਉੱਤੇ ਤੇ ਉਹਦੇ ਨਾਲ ਜਦੋਂ ਆਪਣੇ ਨੌਜਵਾਨਾਂ ਨੂੰ ਜਥੇਬੰਦਕ ਹੋਣਾ ਹੈ, ਉਹਨਾਂ ਨੇ ਉਹ ਫਰੰਟ ਦੇ ਉੱਤੇ ਜਿਹੜੀ ਕਿਸਾਨੀ ਦੀ ਹੈ, ਪਾਣੀਆਂ ਦਾ ਮਸਲਾ ਹੈ, ਉਹ ਚੱਕੇ। ਜਿਵੇਂ ਸੱਤ ਜਥੇਬੰਦੀ ਬਣੀ ਆਪਣੇ ਨੌਜਵਾਨਾਂ ਦੀ, ਉਹਦੇ ਵਿੱਚ ਵੀ ਆਪਣੇ ਪੰਥਕ ਨੌਜਵਾਨ ਹੈਗੇ ਨੇ। ਉਹਨਾਂ ਨੂੰ ਤਕੜਾ ਕੀਤਾ ਜਾਵੇ ਕਿ ਵੀ ਉਹ ਐਜੂਕੇਸ਼ਨ ਦਾ ਜਿਹੜਾ ਸਿਸਟਮ ਆ ਸਾਡਾ, ਜਿੱਦਾਂ ਯੂਨੀਵਰਸਿਟੀ ਦਾ ਮਸਲਾ, ਪੰਜਾਬ ਯੂਨੀਵਰਸਿਟੀ ਦਾ, ਉਹ ਇਹ ਮਸਲੇ ਉਹ ਚੁੱਕਣ। ਉਹਨਾਂ ਦਾ ਜਿਹੜਾ ਫਿਰ ਆਪਣਾ ਭਾਰ ਜਿਹੜਾ ਘਟੂਗਾ, ਆਪਾਂ ਉਹਨਾਂ ਨੂੰ ਸਪੋਰਟ ਕਰੀਏ। ਵਾਰਸ ਪੰਜਾਬ ਦੀ ਜਥੇਬੰਦੀ ਹੈ, ਉਹ ਨੌਜਵਾਨਾਂ ਨੂੰ ਜਥੇਬੰਦਕ ਤੌਰ ਦੇ ਉੱਤੇ ਕੰਮ ਕਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਵਾਈਜ਼ ਦੇ ਉੱਤੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਾਂ ਯੂਥ ਵਿੰਗ ਆ ਉਹ ਨਾਲ ਹੋਵੇ, ਇਹ ਰਲ ਕੇ ਇਹ ਕੰਮ ਕਰਨ। ਫਿਰ ਇੱਕ ਆਪਾਂ ਉਹ ਧਾਰਮਿਕ ਧਿਰ ਜਿਹੜੀ ਪੈਦਾ ਕਰੀਏ, ਜਿਹੜੀ ਪੰਥਕ ਮਸਲਿਆਂ ਦੇ ਉੱਤੇ, ਧਰਮ ਦੇ ਮਸਲਿਆਂ ਦੇ ਉੱਤੇ ਜਿੱਥੇ ਦਖਲਅੰਦਾਜ਼ੀ ਹੁੰਦੀ ਹੈ ਸਟੇਟ ਦੀ ਬਹੁਤ ਵੱਡੇ ਲੈਵਲ ਤੇ ਆਲਰੇਡੀ ਹੈਗੀ ਹੈ, ਤੇ ਉਹ ਜਿਹੜਾ ਉਹਨੂੰ ਹੈਂਡਲ ਕਰਨ। ਉੱਦਾਂ ਦੇ ਨੌਜਵਾਨ, ਉੱਦਾਂ ਦੇ ਜਿਹੜੀਆਂ ਸਾਡੀਆਂ ਸ਼ਖਸੀਅਤਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚੋਂ ਨੌਜਵਾਨ ਵੀਰ ਨੇ ਜਾਂ ਬਾਬਾ ਰਾਜ ਸਿੰਘ ਵਰਗੇ ਜਥੇਦਾਰ ਨੇ, ਉਹ ਫੀਲਡ ਕਵਰ ਕਰਨ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁਣ ਬਹੁਤ ਛੇਤੀ ਆਉਣੀ ਹੈ ਕਿਉਂਕਿ ਸਟੇਟ 'ਤੇ ਪ੍ਰੈਸ਼ਰ ਪੈਣਾ ਗਾ, ਤੇ ਆਪਾਂ ਨੂੰ ਉਹ ਵੀ ਪੱਖ ਇੱਕ ਦੇਖਣਾ ਪੈਣਾ ਹੈ ਵੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਕਿੱਦਾਂ ਲੜੀ ਜਾਣੀ ਹੈ। ਕਿਉਂਕਿ ਪ੍ਰੋਬਲਮ ਇਹ ਆ ਵੀ ਜਿੱਦਾਂ ਹੁਣ ਜਥੇਦਾਰ ਰਣਜੀਤ ਸਿੰਘ ਜੀ ਉਹ ਅੱਡ ਨੇ, ਬਟਾਲਾ ਸਾਹਿਬ ਅੱਡ ਨੇ, ਇਹ ਜਿਹੜੇ ਆਪਣੇ ਧੁੰਦੇ ਛੁੰਦੇ ਜਿਹੜੇ ਮਿਸ਼ਨਰੀ ਕਲਚਰ ਹੈ, ਇਹਨਾਂ ਨੇ ਅੱਡ ਆਪਣਾ ਕਰਨਾ ਹੈ। ਸੋ ਆਪਾਂ ਨੂੰ ਇੱਕ ਸਾਂਝਾ ਫਰੰਟ ਉਹ ਵੀ ਕਾਇਮ ਕਰਨਾ ਪੈਣਾ। ਸੋ ਮਸਲਾ ਇਹ ਹੈ ਵੀ ਆਪਾਂ ਨੂੰ ਕੰਮ ਬਹੁਤ ਪਾਸਿਆਂ ਤੋਂ ਕਰਨਾ ਪੈਣਾ। ਇਹ ਕੋਈ ਬਹੁਤਾ ਔਖਾ ਵੀ ਨਹੀਂ ਗਾ ਤੇ ਇੰਨਾ ਸੌਖਾ ਵੀ ਨਹੀਂ ਗਾ, ਪਰ ਜੇ ਪ੍ਰੈਕਟੀਕਲ ਰੂਪ ਦੇ ਵਿੱਚ ਆਨੈਸਟ ਨਾਲ ਤੁਸੀਂ ਆਪਾਂ ਸਾਰੇ ਇਹ ਕੰਮ ਕਰਾਂਗੇ ਤੇ ਬਹੁਤ ਚੀਜ਼ਾਂ ਜਿਹੜੀਆਂ ਨੇੜੇ ਲੱਗ ਜਾਂਦੀਆਂ। ਤੁਹਾਨੂੰ ਥੋੜ੍ਹੀ ਜਿਹੀ ਘਟਨਾ ਇੱਕ ਮੈਂ ਦੱਸਣੀ ਚਾਹੁੰਦਾ। ਸਾਡੇ ਤਰਸੇਮ ਸਿੰਘ ਕੈਲੀਫੋਰਨੀਆ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦੇ, ਤੇ ਉਹਨਾਂ ਦੇ ਮਾਤਾ ਜੀ ਚੜ੍ਹਾਈ ਕਰ ਗਏ ਸੀ। ਅਸੀਂ ਉੱਥੇ ਗਏ ਸੀ, ਉੱਥੇ ਬਾਬਾ ਰਾਮ ਸਿੰਘ ਸੰਗਰਾਮ ਵਾਲੇ ਟਕਸਾਲ ਵਾਲੇ ਆਏ। ਇੱਕ ਥੋੜ੍ਹਾ ਜਿਹਾ ਡਿਫਰੈਂਸ ਸੀਗਾ ਪਾਰਟੀ ਦਾ, ਉਹਨਾਂ ਦਾ ਤੇ ਗਿਲਾ ਸੀ ਬਾਬਾ ਜੀ ਦਾ। ਬਾਬਾ ਜੀ ਦਾ ਆਪਣੇ ਬਹੁਤ ਪਿਆਰ ਹੈ। ਅਸੀਂ 1 ਘੰਟੇ ਦੀ ਮੀਟਿੰਗ ਦੇ ਵਿੱਚ ਇੱਥੇ ਆ ਗਏ ਕਿ ਬਾਬਾ ਜੀ ਨੇ ਸਟੇਟਮੈਂਟ ਦਿੱਤੀ ਹੈ ਨਿਕਲ ਕੇ ਕਿ ਮੈਂ ਸਰਦਾਰ ਸਿੰਘ ਜੀ ਸਮਾਜ ਦੀ ਸੰਗਰੂਰ ਤੋਂ ਜਿਹੜੀ ਆ ਸੰਗਰਾਵਾਂ ਟਕਸਾਲ ਦੀ ਜਥੇਬੰਦੀ ਹੈ ਕਿ ਜੋ ਮੁਖੀ ਨੇ ਤੇ ਉਹ ਸਪੋਰਟ ਕਰਦੇ ਨੇ। ਸੋ ਮਤਲਬ ਇਹ ਹੁੰਦਾ ਵੀ ਗੱਲਾਂ ਇਸ਼ੂ ਛੋਟੇ ਹੁੰਦੇ ਨੇ, ਪਰ ਜਦੋਂ ਤੁਸੀਂ ਸੁਹਿਰਦਾ ਦੇ ਨਾਲ ਬਹਿ ਕੇ ਬੇਨਤੀ ਕਰਦੇ ਹੋ ਤਾਂ ਬਹੁਤ ਚੀਜ਼ਾਂ ਦਾ ਜਿਹੜਾ ਮਸਲਾ ਹੈ ਉਹ ਹੱਲ ਹੋ ਜਾਂਦਾ। ਸੋ ਆਪਾਂ ਨੂੰ ਇਸ ਲੈਵਲ ਦੇ ਉੱਤੇ ਕੰਮ ਕਰਨਾ ਪੈਣਾ। ਸੋ ਮੈਂ ਆਪ ਕੋਸ਼ਿਸ਼ ਕਰਨੀ ਹੈ ਵੀ ਦਸੰਬਰ ਮਹੀਨੇ ਦੇ ਵਿੱਚ ਵਾਪਸ ਆ ਕੇ ਤੇ ਘੱਟੋ ਘੱਟ 4-5 ਮਹੀਨੇ 5-6 ਮਹੀਨੇ ਆਈ ਇੱਥੇ ਰਹੀਏ ਤੇ ਰਲ ਕੇ ਆਪਾਂ ਨੌਜਵਾਨਾਂ ਦੇ ਨਾਲ, ਸੀਨੀਅਰ ਲੀਡਰਸ਼ਿਪ ਦੇ ਨਾਲ ਆਪਾਂ ਉਹ ਜਿਹੜਾ ਕੰਮ ਹੈ ਮਹਾਰਾਜ ਦੀ ਕਿਰਪਾ ਕਰਨ ਵੀ ਸਾਡੇ ਕੋਲੋਂ ਜਿੰਨੀ ਦੇਰ ਸਰੀਰ ਦੇ ਵਿੱਚ ਸਵਾਸ ਨੇ ਉਹ ਲੈਣ। ਤੇ ਸਾਨੂੰ ਇਹਦਾ ਚਾਅ ਵੀ ਹੈ, ਖੁਸ਼ੀ ਵੀ ਹੈ ਕਿ ਜਿਸ ਕਾਜ ਦੇ ਲਈ ਇੰਨੀਆਂ ਸਾਡੀਆਂ ਸ਼ਹਾਦਤਾਂ ਹੋਈਆਂ ਨੇ, ਸਾਡੇ ਐਡਾ ਵੱਡਾ ਨਸਲ ਖੁਸ਼ੀ ਹੋਈ ਹੈ ਤੇ ਘਾਣ ਐਡਾ ਵੱਡਾ ਹੋਇਆ, ਤੇ ਮਹਾਰਾਜ ਦੀ ਕਿਰਪਾ ਕਰੇ ਕਿ ਉਹਨਾਂ ਸ਼ਹੀਦ ਸਿੰਘਾਂ ਦੀਆਂ ਜਿਹੜੀਆਂ ਰੂਹਾਂ ਹੈ ਉਹ ਇੱਥੇ ਸਾਡੇ ਵਿੱਚ ਹੀ ਵਿਚਰਦੀਆਂ ਨੇ। ਉਹਨਾਂ ਦੇ ਗੁਰੂ ਸਾਹਿਬ ਦੇ ਓਟਾਸ ਦੇ ਨਾਲ ਤੇ ਉਹਨਾਂ ਦੇ ਜਿਹੜਾ ਸਹਾਰਿਆਂ ਦੇ ਨਾਲ ਅਸੀਂ ਲੜ ਕੇ ਕੰਮ ਕਰੀਏ ਤੇ ਬਹੁਤ ਹੀ ਕੋਈ ਵੱਡੀ ਗੱਲ ਨਹੀਂ। ਸਟੇਟ ਜਦੋਂ ਸਟੇਟ ਉਨੀ ਦੇਰ ਹੀ ਤਾਕਤਵਰ ਹੈ ਜਿੰਨੀ ਦੇਰ ਅਸੀਂ ਜਿਹੜੇ ਆ ਖਿਲਰੇ ਹੋਏ ਆ ਤੇ ਅਸੀਂ ਨਹੀਂ ਬੋਲਦੇ। ਜਦੋਂ ਤੁਸੀਂ ਤਗੜੇ ਹੋ ਕੇ ਇਕੱਠੇ ਹੋ ਕੇ ਬੋਲੋਗੇ ਤੇ ਫਿਰ ਸਟੇਟ ਕੋਈ ਵੱਡਾ ਬਹੁਤਾ ਮਸਲਾ ਨਹੀਂ ਗਾ। ਤੇ ਮਹਾਰਾਜ ਕਿਰਪਾ ਕਰੇ ਕਿ ਜਿਹੜੀ ਜਿਸ ਢੰਗ ਦੇ ਨਾਲ ਜਿਹੜਾ ਯੂਥ ਦੇ ਵਿੱਚ ਜਾਗਰਤੀ, ਵੀਰ ਦੀਪ ਦੀ
ਸ਼ਹਾਦਤ, ਉਹਦੇ ਬੋਲੇ ਬੋਲ, 1.5 ਸਾਲ ਦਾ ਜਿਹੜਾ ਉਹ ਸਮਾਂ, ਉਹ ਜਿਹੜੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਹਦੇ ਅੰਦਰੋਂ ਜਿਹੜੀ ਆ ਆਪ ਉਹ ਵਰਤਾਰਾ ਵਰਤਾਇਆ, ਉਹ ਬਹੁਤ ਹੀ ਜ਼ਿਆਦਾ ਫਲ ਦੇ ਰੂਪ ਦੇ ਵਿੱਚ ਜਿਹੜਾ ਉਹ ਵੇਖਣ ਨੂੰ ਮਿਲਿਆ। ਅਤੇ ਮੈਨੂੰ ਇਹ ਲੱਗਦਾ ਵੀ ਜਿੰਨਾ ਕੁ ਮੇਰੀ ਆਪਣੀ ਲਾਈਫ ਦਾ ਐਕਸਪੀਰੀਅੰਸ ਹੈ 33 ਸਾਲ ਦਾ, ਜਿਹੜਾ ਵੀ ਮੋਰਚਾ ਆਪਣਾ ਫਤਿਹ ਹੋਣਾ ਸਮਾਂ ਬਹੁਤ ਨੇੜੇ ਆ ਰਿਹਾ। ਆਪਾਂ ਨੂੰ ਸਿੱਖਾਂ ਨੂੰ ਬਸ ਇੱਕ ਤਕੜੇ ਹੋਣ ਦੀ ਲੋੜ ਹੈ, ਅਤੇ ਜਿੱਥੇ ਵੀ ਪੰਜਾਬ ਦੇ ਪੁੱਤ ਬੈਂਕ ਬਣ ਕੇ ਬੈਠਾਂਗੇ ਆਪਾਂ, ਨੌਜਵਾਨੀ ਜਿਹੜੀ ਹੈ ਉਹ ਤਕੜੀ ਹੋ ਕੇ ਗੱਲ ਕਰੂਗੀ ਅਤੇ ਮੋਰਚਾ ਜ਼ਰੂਰ ਫਤਿਹ ਹੋਣਾ। ਸੋ ਆਪਾਂ ਤਕੜੇ ਹੋਈਏ, ਜਥੇਬੰਦਕ ਹੋਈਏ, ਵੱਖਰੇ ਵੱਖਰੇ ਪ੍ਰਾਂਤਾਂ ਦੇ ਉੱਤੇ ਜਿਹੜੀ ਹੈ ਸ਼ਕਤੀ ਨੂੰ ਆਪਾਂ ਆਪਣੀ ਨੂੰ ਵੰਡ ਕੇ ਤੇ ਇਕੱਠਿਆਂ ਕਰਕੇ ਇੱਕ ਲਹਿਰ ਦੇ ਰੂਪ ਦੇ ਵਿੱਚ ਜਿਹੜਾ ਇਹਨੂੰ ਪ੍ਰਚੰਡ ਕਰੀਏ। ਸੋ ਇਹ ਮੇਰੀ ਬੇਨਤੀ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ ਵੀਰ ਜੀ। ਆਪਣੇ ਨਾਲ ਕੈਰੀ ਤੂਫਾਨ ਸਿੰਘ ਜੀ ਜੁੜੇ। ਤੂਫਾਨ ਸਿੰਘ ਜੀ, ਆਪ ਜੀ ਰੱਖੋ ਆਪਦੇ ਵਿਚਾਰ, ਫਿਰ ਆਪਾਂ ਬਾਕੀ ਸਪੀਕਰ ਸਨ ਜੀ। ਹਾਂਜੀ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਪ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਬਹੁਤ ਬਹੁਤ ਮੁਬਾਰਕਾਂ ਨੇ ਜੀ ਸਾਰੀ ਸਿੱਖ ਸੰਗਤ ਨੂੰ, ਸਾਰੇ ਸਾਡੇ ਸਿੱਖ ਚਿੰਤਕ ਜਿਹੜੇ ਬੈਠੇ ਨੇ ਜੀ, ਜਿਨ੍ਹਾਂ ਨੇ ਇੰਨਾ ਜ਼ਿਆਦਾ ਗਰਾਊਂਡ ਦੇ ਉੱਤੇ ਵੀ ਕੰਮ ਕੀਤਾ, ਅਲੱਗ-ਅਲੱਗ ਥਾਵਾਂ ਦੇ ਉੱਪਰ ਜਾ ਕੇ ਜਿਹੜਾ ਸਿੱਖ ਸੰਗਤ ਨੂੰ ਇਕੱਠਾ ਕੀਤਾ। ਤੇ ਸਭ ਤੋਂ ਜ਼ਿਆਦਾ ਜੋ ਸਾਡਾ ਧੰਨਵਾਦ ਕਰਨਾ ਬਣਦਾ ਉਹ ਸੰਗਰੂਰ ਦੇ ਜੋ ਵੋਟਰ ਹੈ, ਜਿਨ੍ਹਾਂ ਨੇ ਉਸ ਸਿਸਟਮ ਦੇ ਵਿੱਚ ਰਹਿ ਕੇ, ਮੁੱਖ ਮੰਤਰੀ ਦੇ ਗੜ੍ਹ ਦੇ ਵਿੱਚ ਰਹਿ ਕੇ ਸਿਸਟਮ ਦੇ ਮੂੰਹ ਦੇ ਉੱਪਰ ਉਹ ਚਪੇੜ ਮਾਰੀ ਹੈ। ਅਤੇ ਜਿਹੜੀ ਸਾਡੀ ਪੰਥਕ ਰਾਜਨੀਤੀ ਹੈ ਉਹਦੇ ਬੂਟੇ ਨੂੰ ਜਿਹੜੇ ਨੇ ਉਹਨਾਂ ਨੇ ਹੋਰ ਵਧਣ ਫੁੱਲਣ ਦੇ ਲਈ ਇੱਕ ਮੌਕਾ ਸਿਮਰਨਜੀਤ ਸਿੰਘ ਮਾਨ ਦੇ ਰੂਪ ਵਿੱਚ ਦਿੱਤਾ। ਬਹੁਤ ਬਹੁਤ ਅਸੀਂ ਉਹਨਾਂ ਦੇ ਵੀ ঋਣੀ ਹੈ, ਜਿਨ੍ਹਾਂ ਨੇ ਇੱਕ ਇੱਕ ਪੈਰ ਪੁੱਟਿਆ ਅਤੇ ਉਹਨਾਂ ਨੂੰ ਵੋਟਾਂ ਪਾ ਕੇ ਅੱਜ ਕਈ ਦਹਾਕਿਆਂ ਬਾਅਦ ਫਿਰ ਉਸ ਕੁਰਸੀ ਦੇ ਉੱਤੇ ਬਿਠਾ ਦਿੱਤਾ, ਜਿਹਦੇ ਸਾਨੂੰ ਅਕਸਰ ਅੱਡ ਅੱਡ ਥਾਵਾਂ ਦੇ ਉੱਤੇ ਇੱਕ ਮਿਹਣੇ ਦੇ ਰੂਪ ਵਿੱਚ ਲੈਫਟ ਵਿੰਗ ਅਤੇ ਰਾਈਟ ਵਿੰਗ ਸਾਨੂੰ ਮਿਹਣੇ ਮਾਰਦਾ ਸੀ ਕਿ ਤੁਸੀਂ ਅੱਜ ਤੱਕ ਆਪਣੇ ਕਿਸੇ ਖਾਲਿਸਤਾਨੀ ਸਿੰਘ ਨੂੰ ਜਿਤਾ ਕਿਉਂ ਨਹੀਂ ਪਾਈ, ਤੁਸੀਂ ਉਹਨਾਂ ਨੂੰ ਅਜੇ ਤੱਕ ਕਿਸੇ ਨੂੰ MP ਜਾਂ MLA ਕਿਉਂ ਨਹੀਂ ਬਣਾਏ, ਜੇ ਤੁਹਾਡੀ ਇੰਨੀ ਜ਼ਿਆਦਾ ਬਹੁਤਾਤ ਸੀ ਖਾਲਿਸਤਾਨੀਆਂ ਦੀ। ਸੋ ਅਸੀਂ ਅੱਜ ਇੱਕ ਸਾਨੂੰ ਮਾਣ ਮਹਿਸੂਸ ਹੋਇਆ ਇਸ ਚੀਜ਼ ਦਾ। ਬਹੁਤ ਧੰਨਵਾਦੀ ਹਾਂ ਅਸੀਂ ਦੁਬਾਰਾ ਤੋਂ ਫਿਰ ਸੰਗਰੂਰ ਦੇ ਸਾਰੇ ਵੋਟਰਾਂ ਦਾ, ਜਿਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਅਤੇ ਉਹਨਾਂ ਨੂੰ MP ਬਣਾਇਆ ਹੈ। ਅਤੇ ਇੱਥੇ ਹੁਣ ਸਾਡੀਆਂ ਵੀ ਇੱਕ ਹੌਸਲੇ ਹੋਰ ਜ਼ਿਆਦਾ ਬੁਲੰਦ ਹੋ ਜਾਂਦੇ ਹੈ, ਸਾਡੀਆਂ ਜ਼ਿੰਮੇਵਾਰੀਆਂ ਹੋਰ ਜ਼ਿਆਦਾ ਵੱਧ ਜਾਂਦੀਆਂ ਕਿ ਜੇ ਅਸੀਂ ਇੱਥੇ ਕਲੱਬ ਹਾਊਸ 'ਤੇ ਬੈਠ ਕੇ, ਟਵਿੱਟਰ 'ਤੇ ਬੈਠ ਕੇ ਉਹਨਾਂ ਦੇ ਲਈ ਕੰਪੇਨ ਕਰ ਸਕਦੇ ਹਾਂ, ਉਹਨਾਂ ਦੇ ਲਈ ਗੱਲਬਾਤ ਰੱਖ ਸਕਦੇ ਹਾਂ, ਉਹਨਾਂ ਨੂੰ ਡਿਫੈਂਡ ਕਰ ਸਕਦੇ ਹਾਂ, ਤਾਂ ਸਾਡੀ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਅਸੀਂ ਜੇ ਵਿਦੇਸ਼ਾਂ ਵਿੱਚੋਂ ਬੈਠ ਕੇ 2 ਜਾਂ 3 ਮਹੀਨੇ ਲਾ ਕੇ ਗਰਾਊਂਡ ਦੇ ਉੱਪਰ ਜਾ ਕੇ ਦੇਸ਼ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਏ, ਪਾਰਟੀ ਦਾ ਸਾਥ ਦਈਏ, ਉਹਨਾਂ ਨੂੰ ਹੱਲਾਸ਼ੇਰੀ ਦਈਏ। ਜਿਹੜੇ ਵੀਰ ਭੈਣ ਚਾਹ ਸਕਦੇ, ਜਿਹਨਾਂ ਨੂੰ ਕੋਈ ਪ੍ਰੋਬਲਮ ਨਹੀਂ, ਤਾਂ ਉਹਨਾਂ ਨੂੰ ਜ਼ਰੂਰ ਗਰਾਊਂਡ ਦੇ ਉੱਤੇ ਜਾ ਕੇ ਵੀ ਸਾਥ ਦੇਣਾ ਚਾਹੀਦਾ। ਮੈਂ ਇਸ ਚੀਜ਼ ਨੂੰ ਯਕੀਨੀ ਬਣਾਉਣਾ ਕਿ ਮੈਂ ਦਸੰਬਰ ਦੇ ਵਿੱਚ ਜ਼ਰੂਰ ਜਾਣਾ, ਅਤੇ ਜ਼ਰੂਰ ਉੱਥੇ ਜਾ ਕੇ 1-2 ਮਹੀਨੇ ਨਾਲ ਮਾਨ ਸਾਹਿਬ ਦੇ ਦਰਸ਼ਨ ਕਰਾਂਗੇ, ਅਤੇ ਨਾਲ ਉਹਨਾਂ ਨੂੰ ਸਾਥ ਗਰਾਊਂਡ ਦੇ ਉੱਪਰ ਵੀ ਅਸੀਂ ਜ਼ਰੂਰ ਦੇਵਾਂਗੇ। ਤਾਂ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ। ਇਹਦੇ ਨਾਲ ਕੀ ਹੋਣਾ, ਬਸ ਜੋ ਇਹ ਹੈ, ਦੀਪ ਸਿੱਧੂ ਜੋ ਸਾਨੂੰ ਰਸਤਾ ਦਿਖਾ ਗਿਆ ਸੀ ਨੌਜਵਾਨੀ ਨੂੰ, ਉਹ ਸਾਡਾ ਹੁਣ ਇਹ ਫਰਜ਼ ਬਣਦਾ ਕਿ ਅਸੀਂ ਉਹ ਰਾਹ ਦੇ ਉੱਤੇ ਚੱਲ ਕੇ ਮਾਨ ਸਾਹਿਬ ਦੇ ਨਾਲ ਮੋਢਾ ਜੋੜ ਕੇ ਚੱਲੀਏ, ਪਾਰਟੀ ਨੂੰ ਫਿਰ ਸੁਰਜੀਤ ਕਰੀਏ। ਸਾਡੀ ਜਿਹੜੀ ਪੰਥਕ ਰਾਜਨੀਤੀ ਨੂੰ ਜਿਹੜੀ ਇੱਕ ਨਵੀਂ ਦਿਸ਼ਾ ਮਿਲੀ ਹੈ, ਅਸੀਂ ਉਹਨੂੰ ਕਦੇ ਹੁਣ ਨੀਵਾਂ ਨਹੀਂ ਹੋਣ ਦੇਵਾਂਗੇ। ਸਾਡੇ ਸਾਰੇ ਨੌਜਵਾਨਾਂ ਦਾ ਇਹ ਫਰਜ਼ ਬਣਦਾ। ਮੈਂ ਇੰਨੀਆਂ ਕੀ ਗੱਲਾਂ ਚਾਰ ਕਰਕੇ ਮੈਂ ਜ਼ਿਆਦਾ ਸਮਝ ਨਹੀਂ ਲੈਣਾ। ਰਿਕਾਰਡਡ ਸਪੇਸ ਹੈ ਜੀ ਤੁਹਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜੀ। ਸਿੰਘ ਬਰਾੜ ਹੈਵਨ, ਆਪ ਜੀ ਰੱਖੋ ਆਪਦਾ ਪ੍ਰਸ਼ਨ, ਤੇ ਫਿਰ ਆਪਾਂ ਅੰਮ੍ਰਿਤਪਾਲ ਸਿੰਘ ਜੀ ਕੋਲ ਚੱਲੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਨਾਮ ਹੈਗਾ ਜੀ ਪ੍ਰਭਜੀਤ ਸਿੰਘ। ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਹਾਂਜੀ, ਮੈਂ ਹੈਗਾ ਜੀ ਪ੍ਰਭਜੀਤ ਸਿੰਘ ਬਰਾੜ, ਸਿੰਘ ਇਨ ਬਾਰਹੇਵਨ। ਬਾਰਹੇਵਨ ਸਾਡਾ ਇਲਾਕਾ ਆਟਵਾ, ਰਾਜਧਾਨੀ ਕੈਨੇਡਾ 'ਚ ਪੈ ਜਾਂਦਾ। ਅਤੇ ਸੋ ਮੈਂ ਇੱਥੋਂ ਦਾ ਰਹਿਣ ਵਾਲਾ। ਮੈਂ 15-20 ਸਾਲ ਪਹਿਲਾਂ ਆਟਵਾ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਮਿਲਿਆ ਸੀਗਾ। ਉਦੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵਾਲਿਆਂ ਦੇ ਘਰੇ, ਅਜੀਤ ਸਿੰਘ ਸੋਤਾ ਦੇ ਘਰੇ ਉਹ ਠਹਿਰੇ ਸੀਗੇ। ਮੇਰੇ ਖਿਆਲ 15-20 ਸਾਲ ਪੁਰਾਣੀ ਗੱਲ ਹੋਣੀ ਆ। ਮੈਂ ਹੁਣ 58 ਈਅਰਸ ਓਲਡ ਹਾਂ, ਅਤੇ ਕਿਤੇ ਸੋਚਿਆ ਹੀ ਨਹੀਂ ਸੀ
ਮੈਂ ਸਿਰਫ ਆਟਵਾ ਸਿੱਖ ਸੁਸਾਇਟੀ ਸਾਡੇ ਗੁਰਦੁਆਰਾ ਦਾ ਮੈਂਬਰ ਹਾਂ, ਮੈਂ ਹੋਰ ਕਿਸੇ ਦਾ ਮੈਂਬਰ ਨਹੀਂ ਹੈਗਾ। ਪਰ ਮੈਂ ਕਿਤੇ ਸੋਚਿਆ ਨਹੀਂ ਸੀ ਵੀ ਇੱਦਾਂ ਹੋ ਜਾਊਗਾ ਵੀ ਜਿਹੜੀ ਆਪਣੀ ਇੰਡੀਆ ਸਟੇਟ ਗਵਰਨਮੈਂਟ ਹੈ ਜਦੋਂ ਉਹ ਇਲੈਕਸ਼ਨ ਕਰਾਊਗੀ, ਕਿਉਂਕਿ ਜਦੋਂ MLA ਦੇ ਇਲੈਕਸ਼ਨ ਹੋਏ ਸੀ ਉਦੋਂ ਸਿਮਰਨ ਸਿੰਘ ਮਾਨ ਨੇ ਕਿਹਾ ਸੀ ਵੀ ਜਿਹੜੀਆਂ ਇਲੈਕਟ੍ਰੋਨਿਕ ਮਸ਼ੀਨਾਂ ਹੈ ਨਾ ਉਹਨਾਂ 'ਚ ਕਈ ਵਾਰੀ ਹੇਰਾਫੇਰੀ ਹੋ ਜਾਂਦੀ ਹੈ। ਸੋ ਰੱਬ ਜਾਣੇ ਕੀ ਸੱਚ ਹੈ ਕੀ ਝੂਠ ਹੈ ਇਲੈਕਟ੍ਰੋਨਿਕ ਮਸ਼ੀਨਾਂ ਬਾਰੇ, ਮੈਨੂੰ ਨਹੀਂ ਪਤਾ। ਪਰ ਸੋ ਤਾਂ ਕਰਕੇ ਸੋਚਿਆ ਨਹੀਂ ਸੀ ਵੀ ਕਿਤੇ ਇੱਦਾਂ ਹੋ ਜਾਊਗਾ ਤੇ ਇੱਦਾਂ ਆਪਾਂ ਜਿੱਤ ਪ੍ਰਾਪਤ ਕਰਾਂਗੇ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਹੋਈ ਹੈ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਤੇ ਮਿਹਰ ਕੀਤੀ ਹੈ ਵੀ ਸਿਮਰਨ ਸਿੰਘ ਮਾਨ ਜੀ ਇਲੈਕਸ਼ਨ ਜਿੱਤੇ ਹੈ ਤੇ ਖਾਲਿਸਤਾਨ ਪਲੇਟਫਾਰਮ ਤੇ ਜਿੱਤੇ ਹੈ। ਅਜੇ ਵੀ ਉਹਨਾਂ ਦੇ ਟਵਿੱਟਰ ਅਕਾਊਂਟ 'ਚ ਖਾਲਿਸਤਾਨ ਲਿਖਿਆ ਹੋਇਆ ਤੇ ਅਸੀਂ ਉਸ ਚੀਜ਼ ਦੇ ਨਾਲ ਜਿਹੜਾ ਕਿ ਖਾਲਿਸਤਾਨ ਦਾ ਮੈਪ ਹੈ ਡਿਫਰੈਂਟ ਆਰਗੇਨਾਈਜੇਸ਼ਨ ਨੇ ਬਣਾਇਆ 100% ਐਗਰੀ ਕਰਦੇ ਜਾਂ ਨਹੀਂ ਐਗਰੀ ਕਰਦੇ, ਉਹ ਗੱਲ ਨਹੀਂ ਹੈਗੀ। ਗੱਲ ਹੈਗੀ ਇੱਕ ਆਈਡੀਓਲੋਜੀ ਹੈ ਕਿ ਅਸੀਂ ਆਪਦਾ ਰਾਜ ਭਾਗ ਮੰਗਦੇ ਹਾਂ ਕਿ ਨਹੀਂ, ਤੇ ਕੀ ਅਸੀਂ ਚਾਹੁੰਦੇ ਹਾਂ ਕਿ ਨਹੀਂ, ਤੇ ਕੀ ਅਸੀਂ ਜਿੱਦਾਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਤੋਂ ਆਪਣੀਆਂ ਗੱਲਾਂ ਸ਼ੁਰੂ ਹੋਈਆਂ ਸੀ ਪੁਰਾਣੇ ਵੇਲਿਆਂ ਵੇਲੇ, ਤੇ ਕੀ ਅਸੀਂ ਕਿਹੜੇ ਲੈਵਲ ਤੇ ਹੁਣ ਸਾਨੂੰ ਜਦੋਂ ਪਾਰਲੀਮੈਂਟ 'ਚ ਜਾਣ ਪਹਿਲੇ ਆਈ ਰੀਅਲੀ ਹੋਪ ਐਂਡ ਆਈ ਰੀਅਲੀ ਪ੍ਰੇ ਕਿ ਸਿਮਰਨ ਸਿੰਘ ਮਾਨ ਜੀ ਜਿਹੜੀ ਇੰਡੀਆ ਦੀ ਕੌਂਸਟੀਟਿਊਸ਼ਨ ਦੇ ਵਿੱਚ ਰਹਿ ਕੇ ਕੁਛ ਕਰਨ, ਕਿਤੇ ਨਾ ਹੋਏ ਫਿਰ ਕੋਈ ਕਿਰਪਾਨ ਦਾ ਮਸਲਾ ਆ ਜਾਏ ਜਾਂ ਕੋਈ ਇੱਦਾਂ ਮਸਲਾ ਆ ਜਾਏ ਵੀ ਉਹ ਅੰਦਰ ਜਾ ਕੇ ਜਿੱਥੇ ਸਾਰੀ ਰਿਕਾਰਡਿੰਗ ਹੁੰਦੀ ਹੈ, ਜਿੱਥੇ ਸਾਰੇ ਲੋਕ ਦੇਖਦੇ ਆ, ਉੱਥੇ ਅੰਦਰ ਜਾ ਕੇ ਬੋਲਣ ਜਿੱਦਾਂ ਪਹਿਲਾਂ ਵੀ ਉਹ ਬੋਲੇ। ਸੋ ਆਈ ਰੀਅਲੀ ਹੋਪ ਐਂਡ ਆਈ ਰੀਅਲੀ ਪ੍ਰੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਵੀ ਉਹ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਪਾਰਲੀਮੈਂਟ ਦੇ ਅੰਦਰ ਚਲੇ ਜਾਣ, ਜਿੱਤ ਤਾਂ ਗਏ ਆ, ਅੰਦਰ ਚਲੇ ਜਾਣ ਤੇ ਉੱਥੇ ਜਾ ਕੇ ਬੋਲਣ। ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਮਰਪਾਲ ਸਿੰਘ ਜੀ ਆਪ ਜੀ ਰਖਵਾਬ ਦੇ ਵਿੱਚ ਫਿਰ ਆਪਾਂ ਕੁਐਸਚਨ ਆਨਸਰਾਂ ਵੱਲ ਮੂਵ ਹੋਈ। ਹਾਂਜੀ ਦੇਖੋ ਜਿਹੜੇ ਕੰਮ ਮੇਰੇ ਖਿਆਲ ਦੇ ਨਾਲ ਕਰਨ ਵਾਲੇ ਨੇ ਉਹ ਸਾਨੂੰ ਨੈਰੇਟਿਵ ਦੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਸਾਨੂੰ ਇਸ ਜਿਹੜੀ ਵੈਸੇ ਇੱਕ ਵਿਕਾਸ ਦੀ ਰਾਜਨੀਤੀ ਉਹ ਰਾਜਨੀਤੀਆਂ ਨੇ ਉਹ ਬਹੁਤ ਵੱਡਾ ਮਾਇਨੇ ਨਹੀਂ। MP ਬਹੁਤ ਆਪਣੀ ਕਪੈਸਿਟੀ 'ਚ ਬਹੁਤਾ ਕੁਛ ਨਹੀਂ ਕਰ ਸਕਦਾ, ਜੋ ਕੁਛ ਹੋਊਗਾ ਉਹਦੇ ਮਾਨ ਸਾਹਿਬ ਕਰਨਗੇ ਹੀ। ਉਹਦੇ ਅਲੱਗਾ ਜੇ ਆਪਾਂ ਇਹ ਕੰਮ ਕਰ ਸਕਦੇ ਹਾਂ ਕਿ ਜਿਹੜਾ ਆਪਣੇ ਬਾਹਰ ਬੈਠੇ ਵੀਰ ਆ ਉਹ ਜਿਵੇਂ ਮਾਨ ਸਾਹਿਬ ਉੱਥੇ MP ਬਣੇ ਆ, ਇਹ ਮੇਰਾ ਸੁਜੈਸ਼ਨ ਹੈ, ਕੋਈ ਮਤਲਬ ਮੇਰੇ ਮਨ 'ਚ ਆਇਆ ਸੀ। ਉਸ ਜਗ੍ਹਾ ਦੇ ਵਿੱਚ ਉਸ ਇਲਾਕੇ 'ਚ ਜਿਹੜੇ ਕੰਮ ਹੋਣੇ ਲੋੜੀਂਦੇ ਆ ਉਹ ਬਾਹਰ ਦੇ ਸਿੰਘ ਜਿਹੜੇ ਆ ਜ਼ਿੰਮੇਵਾਰੀ ਚੱਕ ਕੇ ਉਸ ਇਲਾਕੇ ਦੇ ਵਿੱਚ ਉਹ ਸੇਵਾ ਕਰਨ, ਤਾਂ ਜੋ ਉਹਦਾ ਕ੍ਰੈਡਿਟ ਜਿਹੜਾ ਉਹ ਮਾਨ ਸਾਹਿਬ ਨੂੰ ਵੀ ਮਿਲੇ ਨਾਲ ਦੀ ਨਾਲ। ਕਿਉਂਕਿ ਇਹਦੇ 'ਚ ਇਹ ਆ ਵੀ 2 ਸਾਲ ਦਾ ਪੀਰੀਅਡ ਰਹਿ ਗਿਆ, ਜਿਹੜੇ ਉਹ ਕੋਟੇ 'ਚ ਪੈਸੇ ਮਿਲਣਗੇ ਮਾਨ ਸਾਹਿਬ ਨੂੰ ਉਹ ਤਾਂ ਲਾਉਣਗੇ ਉੱਥੇ। ਵੈਸੇ ਸਾਨੂੰ ਲੋਕਾਂ ਦੇ ਵਿੱਚ ਆਪਣਾ ਪ੍ਰਚਾਰ ਜਾਂ ਪ੍ਰਸਾਰ ਕਰਨ ਵਾਸਤੇ ਹੋਰ ਵੀ ਸੰਸਾਧਨਾਂ ਦੀ ਬਹੁਤ ਲੋੜ ਪੈਣੀ ਹੈ। ਸੋ ਉਹਦੇ ਲਈ ਜਿਹੜੇ ਬਾਹਰ ਦੇ ਸਿੱਖ ਆ ਜਿੰਨੇ ਵੀ ਬੈਠੇ ਉੱਥੇ ਬਾਹਰ ਵਿਦੇਸ਼ਾਂ ਦੇ ਵਿੱਚ, ਉਹ ਥੋੜ੍ਹਾ ਜਿਹਾ ਕਮਰ ਕੱਸਾ ਕਰਕੇ ਰੱਖਣ, ਕਿਉਂਕਿ ਉਹਦੇ ਨਾਲ ਸਾਨੂੰ ਬੈਨੀਫਿਟ ਇਹ ਹੋਊਗਾ ਵੀ ਸਰਕਾਰ ਸਾਨੂੰ ਕੁਝ ਦੇਵੇ ਨਾ ਦੇਵੇ ਕੰਮ ਕਰਨ ਵਾਸਤੇ, ਉਹ ਸਾਨੂੰ ਉੱਥੇ ਮਿਲ ਜੂਗਾ। ਜਿਵੇਂ ਪਿੱਛੇ ਜੇ ਇੱਕ ਬੰਦੇ ਨੇ ਇੱਥੇ ਚਲੋ ਡਾਕਟਰ ਸੁਲੇਮਾਨ ਨੇ ਤੇ ਚਵਲ ਜੀ ਮਾਰੀ ਸੀ ਵੀ ਮੈਂ 15 ਕਰੋੜ ਰੁਪਈਆ ਕੋਈ ਕਿੰਨੇ ਕਰੋੜ ਰੁਪਈਆ ਜਿਹੜਾ ਉਹ ਕੋਟਲੀ ਵਗੈਰਾ ਜਿੱਤੇ ਦੇ ਦਊਂਗਾ ਇਸ ਇਲਾਕੇ ਨੂੰ। ਉਹ ਤਾਂ ਆਪਣੇ ਕੋਲ ਬਹੁਤ ਸਿੱਖ ਐਸੇ ਹੈਗੇ ਆ ਜਿਹੜੇ ਕਰ ਸਕਦੇ ਆ। ਸੋ ਆਪਾਂ ਸੰਗਰੂਰ ਹਲਕਾ ਜਿਹੜਾ ਇਲਾਕਾ ਹੈ, ਸੰਗਰੂਰ ਇਲਾਕੇ ਦੇ ਕੰਮਕਾਰ ਕਰਨ ਵਾਸਤੇ ਸਰਕਾਰਾਂ ਤੇ ਵੀ ਰਿਲਾਈ ਨਾ ਰਹੀਏ, ਟੋਟਲੀ ਇੰਡੀਅਨ ਸਟੇਟ ਦੇ ਰਿਲਾਈ ਨਾ ਕਰੀਏ, ਆਪਣੇ ਹੱਥ 'ਚ ਵੀ ਕੋਈ ਖੇਡ ਲਈਏ ਜਿਹੜੀ ਆਪਾਂ ਨੂੰ ਕੱਲ੍ਹ ਨੂੰ ਭਵਿੱਖ ਦੇ ਵਿੱਚ ਸਹਾਈ ਹੋਵੇ। ਪਰ ਮੇਨਲੀ ਆਪਾਂ ਨੂੰ ਹੁਣ ਜਿਹੜਾ ਸੰਗਰੂਰ ਇਲਾਕੇ ਨੂੰ ਐਗਜ਼ਾਮਪਲ ਬਣਾ ਕੇ ਜਿਹੜੀ ਪੰਥਕ ਰਾਜਨੀਤੀ ਹੈ, ਜਿਹੜਾ ਮਾਰਚ ਹੈ ਆਪਾਂ ਕੱਢਣ ਦੀ ਗੱਲ ਕਰਦੇ ਹਾਂ, ਇਹ ਉਹਦੀ ਪਹਿਲੀ ਮੈਨੂੰ ਲੱਗਦਾ ਕੜੀ ਹੋਊਗੀ। ਸ਼ੁਕਰਾਨੇ ਵਜੋਂ ਮਾਰਚ ਕੱਢਣਾ ਤੇ ਦਰਬਾਰ ਸਾਹਿਬ ਪਹੁੰਚਣਾ, ਅਕਾਲ ਤਖ਼ਤ ਸਾਹਿਬ ਮੱਥਾ ਟੇਕਣਾ, ਉੱਥੇ ਮੱਥਾ ਟੇਕ ਕੇ ਤੇ ਜਿਹੜਾ ਪੰਥਕ ਰਾਜਨੀਤੀ ਹੈ ਉਹਦਾ ਇਹ ਇੱਕ ਕਿਸਮ ਦਾ ਜਿਹੜਾ ਮੁੱਢ ਦੁਬਾਰਾ ਬੰਨਣ ਵਾਲੀ ਗੱਲ ਹੈ। ਸੋ ਇਹਦੇ ਬਾਰੇ ਆਪਾਂ ਵਿਚਾਰ ਕਰਦੇ ਹਾਂ। ਬਾਕੀ ਜੇ ਕੋਈ ਸਵਾਲ ਜਵਾਬ ਹੋਣਗੇ ਉੱਤੇ ਗੱਲ ਕਰ ਲਾਂਗੇ। ਹਾਂਜੀ ਮੇਰੀ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿਸ ਦਾ ਵੀ ਇਸ ਉੱਤੇ ਕੋਈ ਵਿਚਾਰ ਜਾਂ ਕੁਐਸਚਨ ਹੋਵੇ ਉਹ ਇਸੇ ਟੌਪਿਕ ਤੇ ਹੋਵੇ ਤੇ ਉਹ ਪਲੀਜ਼ ਉੱਪਰ ਆ ਸਕਦਾ, ਮਾਈਕ ਰਿਕੁਐਸਟ ਕਰਕੇ।
ਹਾਂਜੀ ਜੁਝਾਰ ਸਿੰਘ ਜੀ, ਆਪ ਜੀ ਰੱਖੋ ਆਪ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਜੀ ਮੁਬਾਰਕਬਾਦ ਸਾਰਿਆਂ ਨੂੰ। ਬਾਈ ਦੀਪ ਸਿੱਧੂ ਨੇ ਜਿੱਦਣ ਆ ਕੇ ਸੰਗਰੂਰ ਅਮਰਗੜ੍ਹ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਕੋਈ ਇੰਨੀ ਹਵਾ ਨਹੀਂ, ਠੀਕ ਹੈ, ਇੱਕ ਠੀਕ ਠਾਕ ਸੈਕਸ਼ਨ ਵੋਟ ਕਰਦਾ ਸੀ ਮਾਨ ਸਾਹਿਬ ਨੂੰ, ਪਰ ਜਿਹੜਾ ਇੱਕ ਵੇਵ ਬਣਾ ਦੇਣੀ ਉਹਨਾਂ ਦੇ ਹੱਕ 'ਚ ਤਾਂ ਉਹ ਦੀਪ ਸਿੱਧੂ ਬਾਈ ਆਪਣੇ ਜਿਉਂਦੇ ਜੀ ਬਣਾ ਗਿਆ, ਜਿਸ ਦੀ ਕੀਮਤ ਉਹਨੂੰ ਆਪਣੀ ਸ਼ਹਾਦਤ ਨਾਲ ਉਤਾਰ ਦਿੱਤੀ। ਹੁਣ ਜੇ ਅੱਗੇ ਇਹ ਗੱਲ ਕਰੀਏ, ਜਿਵੇਂ ਬਾਈ ਇੱਕ ਉੱਪਰ ਗੱਲ ਕਰਕੇ ਗਏ ਆ ਕਿ ਮਾਨ ਸਾਹਿਬ ਅੰਦਰ ਜਾਣ ਤੇ ਸਾਡੇ ਇਸ਼ੂ ਰੇਜ਼ ਕਰਨ ਗਿਆ ਨੂੰ, ਇਹ 'ਚ ਕੋਈ ਸ਼ੱਕ ਨਹੀਂ, ਅੱਗੇ ਵੀ ਕਰਦੇ ਰਹੇ ਆ ਜਦੋਂ 99 ਤੋਂ 2004 ਵਜੇ ਟਰਮ 'ਚ ਗਏ। ਪਰ ਇਹ ਗੱਲ ਮਾਨ ਸਾਹਿਬ ਨੂੰ ਵੀ ਪਤਾ ਹੈ ਕਿ ਉੱਥੋਂ ਇਸ਼ੂ ਰੇਜ਼ ਕਰਨ ਨਾਲ ਕੋਈ ਸੋਲੂਸ਼ਨ ਨਹੀਂ ਮਿਲਦਾ। ਪਰ ਗੱਲ ਇਹ ਹੈ ਕਿ ਜਿਹੜੀ ਇਹ ਜਿੱਤ ਹੈ ਨਾ, ਵੀ ਜਿਹੜਾ ਪੰਜਾਬ ਦੇ ਵਿੱਚ ਇੱਕ ਸਿੱਖਾਂ ਦੇ ਵਿੱਚ ਖਾਸ ਕਰਕੇ ਨੌਜਵਾਨਾਂ 'ਚ ਇੱਕ ਅੰਡਰ ਕਰੰਟ ਚੱਲ ਰਹੀ ਆ, ਇੰਡੀਅਨ ਸਟੇਟ ਦੇ ਅਗੇਂਸਟ ਜਿਹੜਾ ਗੁੱਸਾ ਆ ਉਹ ਬਹੁਤ ਜ਼ਿਆਦਾ ਆ, ਤੇ ਉਹਨਾਂ ਦਾ ਕਿਤੇ ਵੀ ਹਜੇ ਤੱਕ ਉਹਨਾਂ ਨੂੰ ਵੋਲਵ ਨਹੀਂ ਮਿਲ ਰਿਹਾ ਜਿੱਥੇ ਉਹ ਸ਼ੋਅ ਕਰ ਸਕਣ। ਹਾਲਾਂਕਿ ਸਮੇਂ ਸਰਬੱਤ ਖਾਲਸਾ ਦਾ ਇਕੱਠ ਦੇਖੋ, 2015 ਦਾ ਬਰਗਾੜੀ ਦੇ 2 ਇਕੱਠ ਵੱਡੇ, ਇਸ ਤੋਂ ਇਲਾਵਾ ਬਾਈ ਦੀਪ ਸਿੱਧੂ ਦੇ ਭੋਗ ਤੇ ਅੰਤਿਮ ਸੰਸਕਾਰ ਤੇ ਸਿੱਧੂ ਮੂਸੇਵਾਲੇ ਦੇ ਭੋਗ ਤੇ ਸੰਸਕਾਰ ਤੇ, ਇਹ ਲੋਕ ਉਹਨਾਂ ਨੂੰ ਹਾਲਾਂਕਿ ਉਹ ਆਪਣੇ ਉਹਨੂੰ ਵਰਡਸ ਦੇ ਵਿੱਚ ਡਿਫਾਈਨ ਵੀ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਕਿਸ ਚੀਜ਼ ਦਾ ਗੁੱਸਾ ਆ, ਪਰ ਉਹ ਸੈਟਿਸਫਾਈਡ ਮਹਿਸੂਸ ਨਹੀਂ ਕਰ ਰਹੇ। ਉਹਨਾਂ ਦੇ ਵਿੱਚ ਇੱਕ ਕਹਿ ਸਕਦੇ ਕਿ ਇਹਦੇ ਗੁੱਸੇ ਨੂੰ ਪ੍ਰਗਟ ਕਰਨ ਲਈ ਇੱਕ ਪੋਸੀਬਲ ਜਿਹੜਾ ਵੇ ਮਿਲਿਆ ਆ, ਉਹ ਸਰਦਾਰ ਮਾਨ ਸਾਹਿਬ ਹੁਣ ਮਿਲਿਆ ਤੇ ਲੋਕ ਉਧਰ ਆਪਣਾ ਝੁਕਾਅ ਪ੍ਰਗਟ ਕਰ ਰਹੇ ਆ। ਪਰ ਇੱਥੇ ਇੱਕ ਇਸ ਪੋਸੀਬਿਲਿਟੀ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਜੇ ਕੱਲ੍ਹ ਨੂੰ ਕਿਸੇ ਹੋਰ ਤਰੀਕੇ ਦਾ ਸੰਘਰਸ਼ ਪੰਜਾਬ 'ਚ ਚੱਲਦਾ ਆ, ਭਾਵੇਂ ਉਹ ਕਿਸੇ ਮੋਰਚੇ ਦਾ ਚੱਲੇ, ਜਿਵੇਂ ਸਾਡਾ ਮੋਰਚਿਆਂ ਦਾ ਇਤਿਹਾਸ ਰਿਹਾ ਆ, ਕਿਸੇ ਵੀ ਤਰ੍ਹਾਂ ਦੀ ਜੇ ਰਜਿਸਟੈਂਸ ਹੋਊਗੀ ਤਾਂ ਉਹਦੇ ਵਿੱਚ ਯੂਥ ਇੱਕ ਵੱਡਾ ਰੋਲ ਨਿਭਾਊਗਾ। ਤੇ ਇਸ ਚੀਜ਼ ਨੂੰ ਇੰਡੀਅਨ ਸਟੇਟ ਬਖੂਬੀ ਸਮਝਦੀ ਆ। ਅੱਜ ਸਿੱਧੂ ਮੂਸੇਵਾਲੇ ਦੇ ਗਾਣੇ ਤੇ ਉਸ ਸਮੇਂ ਬੈਨ ਲੱਗਣਾ ਜਦੋਂ ਜਿੱਤ ਡਿਕਲੇਅਰ ਹੋ ਰਹੀ ਆ, ਤਾਂ ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੇ ਅੰਦਰ ਇਸ ਚੀਜ਼ ਦਾ ਕਿੰਨਾ ਖੌਫ ਆ। ਪਰ ਹੁਣ ਫੀਲਡ ਹੁੰਦੇ ਆ, ਜਿੱਦਾਂ ਮੰਨ ਲਓ ਇੱਕ ਕਲਾਕਾਰੀ ਦਾ ਫੀਲਡ ਹੁੰਦਾ ਆ, ਇੱਕ ਸਿਆਸਤ ਦਾ ਫੀਲਡ ਹੁੰਦਾ ਆ, ਪੱਤਰਕਾਰੀ ਦਾ ਫੀਲਡ ਹੁੰਦਾ ਆ, ਅਕੈਡਮਿਕਸ ਦਾ ਫੀਲਡ ਹੁੰਦਾ ਆ। ਇਹਦੇ ਵਿੱਚ ਜਿਹੜਾ ਆਪਾਂ ਇਸ ਸਮੇਂ ਮੀਡੀਆ ਦਾ ਮੇਨਸਟ੍ਰੀਮ ਮੀਡੀਆ ਦੇ ਫੀਲਡ ਦੇ ਵਿੱਚ ਅਸੀਂ ਅਜੇ ਪਛੜ ਰਹੇ ਹਾਂ, ਪਰ ਸੋਸ਼ਲ ਮੀਡੀਆ ਦਾ ਜਿਹੜਾ ਫੀਲਡ ਆ ਉਹ ਹੀ ਡੋਮੀਨੇਟ ਕਰ ਚੁੱਕੇ ਹਾਂ ਆਲਮੋਸਟ। ਤੇ ਨੈਰੇਟਿਵ ਸਿਰਜਣ ਦੇ ਪੱਖ ਦੇ ਵਿੱਚ ਸਿੱਖ ਨੇ ਜਿਹੜੇ ਉਹ ਇੰਡੀਅਨ ਸਟੇਟ ਨੂੰ ਬੀਟ ਕਰ ਚੁੱਕੇ ਆ ਬਹੁਤ ਬੁਰੇ ਤਰੀਕੇ ਨਾਲ। ਜਿਵੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ ਲਿਆਂਦੀ ਗਈ, ਲੋਕ ਤੀਜਾ ਬਦਲ ਲੱਭਦੇ ਸੀ, ਤੇ ਤੀਜਾ ਬਦਲ ਵੀ ਉਹਨਾਂ ਨੇ ਉਹਨਾਂ ਦੋਵਾਂ ਬਦਲਾਂ ਦੇ ਵਿੱਚੋਂ ਕੱਢ ਕੇ ਦਿੱਤਾ ਕਿ ਉਹ ਬਸ ਚਿਹਰੇ ਬਦਲੇ, ਤੇ ਉਹ ਬੜਾ ਸਟੇਟ ਨੇ ਬੜੇ ਮਤਲਬ ਲੋਕਾਂ ਨੂੰ ਮਹਿਸੂਸ ਤੱਕ ਨਹੀਂ ਹੋਣ ਦਿੱਤਾ ਕਿ ਕੀ ਚਾਲ ਚੱਲੀ ਹੈ। ਪਰ ਉਹ ਕਾਮਯਾਬ ਹੋਣ ਤੋਂ 3 ਮਹੀਨਿਆਂ ਬਾਅਦ ਉਹਦਾ ਬੁਖਾਰ ਉਤਰ ਜਾਣਾ। ਮੈਨੂੰ ਲੱਗਦਾ ਕਿ ਇਦੋਂ ਵੱਡੀ ਪਟਕਣੀ ਜਿਹੜੀ ਐਡੀ ਇੱਕ ਤਾਕਤਵਰ ਤੇ ਇੱਕ ਛਾਤਰ ਸਟੇਟ ਨੂੰ ਸਿੱਖਾਂ ਨੇ ਦਿੱਤੀ ਆ ਵੀ ਉਹ ਬਹੁਤ ਵੱਡੀ ਜਿੱਤ ਆ। ਉਸ ਤੋਂ ਇਲਾਵਾ ਜਿਹਦੇ ਵਿੱਚ ਅਸੀਂ ਪੱਤਰਕਾਰੀ ਦਾ ਫੀਲਡ ਦੀ ਗੱਲ ਕਰ ਲਈਏ ਤਾਂ ਮੇਨ ਸਟ੍ਰੀਮ 'ਚ ਤਾਂ ਅਸੀਂ ਨਹੀਂ ਆ, ਪਰ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਅਸੀਂ ਆਪਣਾ ਨੈਰੇਟਿਵ ਬਣਾ ਰਹੇ ਹਾਂ। ਉਸ ਤੋਂ ਅੱਗੇ ਕਲਾਕਾਰੀ ਦੇ ਫੀਲਡ ਦੇ ਵਿੱਚ ਜਦੋਂ ਦੇਖੋ ਤੁਸੀਂ ਆਪਰੇਸ਼ਨ ਨਾਈਟ ਡੋਮੀਨੈਂਸ ਦੀ ਮੈਂ ਅੱਗੇ ਵੀ ਇੱਕ ਵਾਰ ਗੱਲ ਕੀਤੀ ਸੀ ਕਿ ਜਦੋਂ ਚੱਲਿਆ ਸੀ ਪੰਜਾਬ 'ਚ ਸਾਰਾ ਕੁਝ ਨਾਰਮਲਾਈਜ਼ ਕੀਤਾ ਗਿਆ, ਜਾਣੀ ਕਿ ਉਹਨੂੰ ਸ਼ੋਅ ਕਰਨ ਵਾਸਤੇ ਜਦੋਂ ਰਾਤ ਨੂੰ ਪੱਤਰਕਾਰਾਂ ਦੀਆਂ 100 ਪੱਤਰਕਾਰ ਪੁਲਿਸ ਦੀਆਂ ਗੱਡੀਆਂ 'ਚ ਬਿਠਾ ਕੇ ਰਾਤ ਨੂੰ ਪਿੰਡਾਂ 'ਚ ਫੇਰੇ ਜਾਂਦੇ ਸੀ, ਕਿਉਂਕਿ ਪਾਰਲੀਮੈਂਟ 'ਚ ਗੱਲ ਕਹੀ ਜਾਂਦੀ ਸੀ ਕਿ ਦਿਨ ਦੇ ਵੇਲੇ ਸਰਕਾਰ ਦਾ ਉੱਥੇ ਰਾਜ ਆ ਤੇ ਰਾਤ ਦੇ ਵੇਲੇ ਖੜਕੂ ਹੁੰਦਾ। ਤਾਂ ਰਾਤ ਨੂੰ ਨਾਰਮਲਾਈਜ਼ ਕਰਨ ਵਾਸਤੇ 100 ਪੱਤਰਕਾਰ ਗੱਡੀਆਂ 'ਚ ਬਿਠਾ ਕੇ ਪਿੰਡਾਂ 'ਚ ਫੇਰਿਆ ਜਾਣਾ। ਫਿਰ ਉਸ ਤੋਂ ਬਾਅਦ ਪਿੰਡਾਂ 'ਚ ਅਖਾੜੇ ਲਾਉਣੇ ਸ਼ੁਰੂ ਕੀਤੇ ਗਏ। ਉਹ ਕਿਉਂ ਕੀਤੇ ਗਏ ਕਿ ਨੌਜਵਾਨਾਂ ਨੂੰ ਉਹਨਾਂ ਦੇ ਉਸ ਨਿਸ਼ਾਨੇ ਤੋਂ ਦੂਰ ਕੀਤਾ ਜਾਵੇ ਜਿਹੜਾ ਕਿ ਉਹਨਾਂ ਦੀ ਇੱਕ ਪਿਛਲੀ ਪੀੜ੍ਹੀ ਮਿੱਥ ਚੁੱਕੀ ਆ, ਤੇ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। ਪਰ ਉਹ ਹੀ ਜਿਹੜਾ ਸਰਕਾਰ ਦਾ ਅਟੈਂਪਟ ਉਹਨਾਂ ਵਾਸਤੇ ਸੁਸਾਈਡਲ ਹੋ ਗਿਆ ਜਦੋਂ ਜਿਹੜੀ ਗਾਇਕੀ ਆ, ਕਲਾਕਾਰੀ ਆ ਸਰਕਾਰ ਦੇ ਸਾਧਨਾਂ ਤੋਂ ਬਾਹਰ ਗਈ। ਜਦੋਂ ਜਿੰਨਾ ਚਿਰ ਤੱਕ ਤੇ ਉਹ ਡੀਡੀ ਪੰਜਾਬੀ ਤੇ ਆਕਾਸ਼ਵਾਣੀ ਦੇ ਰਾਹੀਂ ਚੱਲਣੀ ਸੀ ਉਹਨਾਂ ਚਿਰ ਤਾਂ ਉਹੀ ਚੱਲਣੀ ਸੀ ਜਿਹੜਾ ਉਹਨਾਂ ਨੂੰ ਮਨ ਭਾਉਂਦਾ ਹੈ, ਗੁਰਦਾਸ ਮਾਨ ਵਰਗੇ, ਹੰਸਰਾਜ ਵਰਗੇ। ਪਰ ਜਿੱਦਣ ਉਹ ਫ੍ਰੀ ਮੀਡੀਆ ਦੇ ਵਿੱਚ ਆਈ ਆ ਤਾਂ ਪੰਜਾਬ ਦੀ ਤਸਵੀਰ ਇਹੋ ਜਿਹੀ ਆ ਕਿ ਉਹਦੇ ਵਿੱਚ ਉਹੀ ਕਾਮਯਾਬ ਹੋ ਸਕੂ ਜਿਹੜਾ ਲੋਕਾਂ ਦਾ ਦਰਦ ਗਾਊਗਾ। ਤਾਂ ਉਹ ਲੋਕਾਂ ਦਾ ਦਰਦ ਕਲਾਕਾਰਾਂ ਨੇ ਗਾਉਣਾ ਸ਼ੁਰੂ ਕੀਤਾ ਆ ਤੇ ਨਤੀਜੇ ਅੱਜ ਸਾਡੇ ਸਾਹਮਣੇ ਆ। ਇੱਦਾਂ ਹੁਣ ਜਿਹੜਾ ਇੱਕ ਅਕੈਡਮਿਕਸ ਦਾ ਫੀਲਡ ਵੀ ਬਹੁਤ ਜ਼ਰੂਰੀ ਹੁੰਦਾ ਆ, ਉਹਦੇ ਵਿੱਚ ਆਪਾਂ ਆਰਮਡ ਸਟਰਗਲ ਦੇ ਵੇਲੇ ਉਸ ਪਾਸੇ ਸਾਡੀਆਂ ਜਿੰਨਾ ਵੀ ਝੁਕਾ ਰਿਹਾ ਆ, ਮਤਲਬ ਆਪਣੀ ਕਰੀਮ ਸੀ ਜਿਹੜੀ ਸਟੂਡੈਂਟਸ ਦੀ, ਉਹਨਾਂ ਦੀ ਉੱਧਰ ਸ਼ਹਾਦਤਾਂ ਹੋਣ ਕਰਕੇ ਉਸ ਪਾਸੇ ਰੁੱਝੇ ਹੋਣ ਕਰਕੇ ਵੱਡੀ ਗਿਣਤੀ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜਿਹੜੇ ਜੁੜੇ ਨੌਜਵਾਨ ਉਹਨਾਂ ਦੇ ਉੱਤੇ ਰਿਪਰੈਸ਼ਨ ਹੋਇਆ। ਤਾਂ ਕਰਕੇ ਅਸੀਂ ਅਕੈਡਮਿਕਸ ਦੇ ਫੀਲਡ 'ਚ ਪਛੜ ਰਹੇ ਹਾਂ ਹਜੇ। ਤੇ ਮੇਨ ਸਟ੍ਰੀਮ ਪੋਲੀਟਿਕਸ ਦਾ ਵੀ ਇੱਕ ਫੀਲਡ ਬਹੁਤ ਇੰਪੋਰਟੈਂਟ ਹੁੰਦਾ ਆ ਜਿਹਨੂੰ ਅਸੀਂ ਛੱਡ ਨਹੀਂ ਸਕਦੇ। ਹਾਲਾਂਕਿ ਇਹਦੇ ਵਿੱਚ ਕਨਫਲਿਕਟ ਰਿਹਾ ਆ ਸਾਡੇ ਆਪਣੀ ਮੂਵਮੈਂਟ ਦੇ ਵੇਲੇ ਵੀ ਕਿ ਮੇਨ ਸਟ੍ਰੀਮ 'ਚ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ, ਪਰ ਜੇ ਅਸੀਂ ਆਪਣੀ 18ਵੀਂ ਸਦੀ ਦਾ ਇਤਿਹਾਸ ਦੇਖੀਏ ਤਾਂ ਕੋਈ ਵੀ ਫੀਲਡ ਸਾਨੂੰ ਛੱਡਣਾ ਨਹੀਂ ਚਾਹੀਦਾ।
ਤੇ ਉਹਦੇ ਵਿੱਚ ਪੈਰ ਧਰਾ ਅੱਜ ਦੀ ਜਿੱਤ ਦੇ ਨਾਲ ਸਾਡਾ ਮੁੜ ਹੋਇਆ ਆ। ਤੇ ਰੈਜ਼ਿਸਟੈਂਸ ਪੋਲਿਟਿਕਸ ਦੇ ਵਿੱਚ ਤਾਂ ਚਲੋ ਪੰਜਾਬ ਦੇ ਵਿੱਚ ਸਿੱਖ ਹੀ ਹਮੇਸ਼ਾ ਰਹੇ ਨੇ, ਸਿੱਖ ਹੀ ਰਹਿਣਗੇ। ਉਸ ਪੱਖ ਤੋਂ ਆਪਾਂ ਇੱਕ ਹੋਰ ਫੀਲਡ ਜਿਹੜਾ ਆ ਉਹਦੇ ਵਿੱਚ ਅੱਜ ਬੜੀ ਮਤਲਬ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਆ। ਤੇ ਉਸ ਸਰਕਾਰ ਨੂੰ, ਕਿਉਂਕਿ ਜਿਹੜੀਆਂ ਜਿਮਣੀ ਚੋਣਾਂ ਹੁੰਦੀਆਂ ਇਹ ਕਿਸੇ ਪਾਰਟੀ ਵਿਰੁੱਧ ਨਹੀਂ ਹੁੰਦੀਆਂ, ਇਹ ਸਰਕਾਰ ਵਿਰੁੱਧ ਹੁੰਦੀਆਂ। ਇੱਥੇ ਸੈਂਟਰ ਸਰਕਾਰ ਨਹੀਂ ਚਾਹੁੰਦੀ ਮਾਨ ਸਾਹਿਬ ਜਿੱਤਣ, ਸਟੇਟ ਸਰਕਾਰ ਨਹੀਂ ਚਾਹੁੰਦੀ ਮਾਨ ਸਾਹਿਬ ਜਿੱਤਣ। ਈਵਨ ਕਿ ਜਿਹੜੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਚੁੱਕ ਕੇ ਬਾਦਲਾਂ ਵੀ ਕੋਸ਼ਿਸ਼ ਕੀਤੀ, ਪਰ ਸਾਰੇ ਹਾਲਾਤ ਬਰਖਲਾਫ ਹੋਣ ਦੇ ਬਾਵਜੂਦ ਨੌਜਵਾਨਾਂ ਦੇ ਸਹਿਯੋਗ ਨਾਲ ਮਾਨ ਸਾਹਿਬ ਨੇ, ਅੱਜ ਤੁਸੀਂ ਉਹਨਾਂ ਦੀ ਸਟੇਟਮੈਂਟ ਸੁਣੋ, ਸੰਤਾਂ ਤੋਂ ਬਾਅਦ ਉਹਨਾਂ ਨੇ ਨੌਜਵਾਨਾਂ ਦਾ, ਦੀਪ ਸਿੱਧੂ ਦਾ, ਸਿੱਧੂ ਮੂਸੇਵਾਲੇ ਦਾ ਜਾਂ ਹੋਰ ਨੌਜਵਾਨਾਂ ਦਾ ਸਾਰਿਆਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਉਹਨਾਂ ਵਾਸਤੇ ਪ੍ਰਚਾਰ ਕੀਤਾ। ਤਾਂ ਮੈਨੂੰ ਲੱਗਦਾ ਕਿ ਬਹੁਤ ਸ਼ੁਭ ਦਿਨ ਚੜ੍ਹਿਆ ਆ ਅੱਜ ਪੰਜਾਬ ਦੇ ਵਿੱਚ, ਕਿਉਂਕਿ ਸਾਡੀ ਪੀੜ੍ਹੀ ਨੇ ਮਾਨ ਸਾਹਿਬ ਆਪਣੀ ਹੋਸ਼ 'ਚ ਪਹਿਲੀ ਵਾਰ ਜਿੱਤਦੇ ਦੇਖੇ ਆ ਤੇ ਬਹੁਤ ਉਮੀਦ ਆ। ਬਾਕੀ ਜਿਸ ਹਿਸਾਬ ਨਾਲ ਪੰਜਾਬ ਇਸ ਦੱਖਣੀ ਏਸ਼ੀਆ ਦੇ ਹਾਲਾਤ ਬਦਲ ਰਹੇ ਨੇ, ਸਿੱਖਾਂ ਕੋਲ ਆਪਣਾ ਇੱਕ ਆਗੂ ਹੋਣਾ ਬਹੁਤ ਜ਼ਰੂਰੀ ਹੈ। ਤੇ ਅੱਜ ਸਿਮਰਜੀਤ ਸਿੰਘ ਮਾਨ ਅਨਕੰਟੈਸਟਡ ਸਿੱਖ ਲੀਡਰ ਨੇ ਵੀ, ਜਿਨ੍ਹਾਂ ਨੂੰ ਕੋਈ ਹੋਰ ਸਿੱਖ ਲੀਡਰ ਉੱਠ ਕੇ ਨਹੀਂ ਕਹਿ ਸਕਦਾ ਵੀ ਭਾਈ ਤੇਰੇ ਨਾਲੋਂ ਮੈਂ ਕੁਝ ਜ਼ਿਆਦਾ ਕੀਤਾ ਆ। ਉਹ ਅਨਚੈਲੰਜਡ ਸਿੱਖ ਲੀਡਰ ਹੈ। ਭਾਵੇਂ ਕੋਈ ਉਹਨਾਂ ਨੂੰ ਵੋਟ ਪਾਵੇ ਨਾ ਪਾਵੇ, ਇੱਕ ਵਾਰ ਹਰ ਇੱਕ ਮੰਨਦਾ ਹੈ ਕਿ ਸਿੱਖਾਂ ਦਾ ਲੀਡਰ ਮਾਨ ਹੀ ਹੈ। ਤੇ ਉਦੋਂ ਜਦੋਂ ਹਾਲਾਤ ਬੜੇ ਵੋਲੇਟਾਈਲ ਹੋਣ, ਉਹਨਾਂ ਸਿਚੁਏਸ਼ਨਸ 'ਚ ਕੌਮਾਂ ਕੋਲ ਆਪਣੇ ਲੀਡਰ ਹੋਣੇ ਬਹੁਤ ਜ਼ਰੂਰੀ ਆ। ਮਹਾਰਾਜ ਦੀ ਕਿਰਪਾ ਦੇ ਨਾਲ ਮਾਨ ਸਾਹਿਬ ਸੀ ਤਾਂ ਪਹਿਲਾਂ ਹੀ, ਪਰ ਜਦੋਂ ਕਿਸੇ ਆਵਾਜ਼ ਨੂੰ ਐਵੇਂ ਜਿੱਤ ਮਿਲਦੀ ਆ, ਭਾਵੇਂ ਕਿ ਡੈਮੋਕ੍ਰੇਸੀ 'ਚ ਲੱਖ ਉਹ ਕਮੀਆਂ ਹੋਣਗੀਆਂ, ਪਰ ਜਦੋਂ ਤੁਸੀਂ ਆਪਣਾ ਕੇਸ ਦੁਨੀਆ ਦੇ ਸਾਹਮਣੇ ਰੱਖਣਾ ਆ, ਉੱਥੇ ਨੰਬਰ ਮੈਟਰ ਕਰਦੇ ਆ। ਜਿਹੜੀ ਗੱਲ ਭਾਈ ਖਾਲੜਾ ਵੀ ਕਹਿੰਦੇ ਹੁੰਦੇ ਸੀ ਕਿ ਵੈਸਟ ਨੰਬਰ ਮੰਗਦਾ ਹੈ ਵੀ ਦੱਸੋ ਤੁਹਾਡੇ ਗਿਣਤੀ ਮਿਣਤੀਆਂ ਜਾਓ। ਤਾਂ ਜਦੋਂ ਸਾਡਾ ਮੈਜੋਰਟੀ ਦੇ ਵਿੱਚ ਸਾਡਾ ਡਾਇਸਪੋਰਾ ਵੈਸਟ 'ਚ ਬੈਠਾ ਆ, ਤਾਂ ਉੱਥੇ ਇਹੀ ਆਪਣੀ ਗੱਲ ਰੱਖਦੇ ਆ, ਤਾਂ ਸਾਡੇ ਕੇਸ ਨੂੰ ਇਹ ਜਿੱਤ ਹੋਰ ਸਟਰੋਂਗ ਕਰਦੀ ਆ ਕਿ ਸਾਡੀ ਗੱਲ ਆਜ਼ਾਦ ਸਿੱਖ ਰਾਜ ਦੀ ਗੱਲ ਕਰਨ ਵਾਲਾ ਬੰਦਾ ਅੱਜ ਐਡਵਰਸ ਬਿਲਕੁਲ ਉਲਟ ਹਾਲਾਤਾਂ ਦੇ ਵਿੱਚ ਵੀ ਜਿੱਤ ਪ੍ਰਾਪਤ ਕਰਦਾ ਆ। ਤਾਂ ਉਸ ਸਮੇਂ ਜਦੋਂ ਇੱਥੇ ਆਪਣੇ ਨਾਲ ਪਾਕਿਸਤਾਨ ਦੇ ਵਿੱਚ, ਅਫਗਾਨਿਸਤਾਨ, ਚੀਨ, ਸਾਰੇ ਪਾਸੇ ਹਾਲਾਤ ਇਸ ਪੱਧਰ 'ਤੇ ਵਿਖਰੇ ਹੋਣ, ਉਹਨਾਂ ਸਮਿਆਂ 'ਚ ਤੁਹਾਡਾ ਇੱਕ ਲੀਡਰ ਸਾਹਮਣੇ ਆਵੇ ਜਿੱਤ ਕੇ, ਤਾਂ ਉਹ ਤੁਹਾਡੇ ਵਾਸਤੇ ਬੜੀ ਐਡਵਾਂਟੇਜ ਵਾਲੀ ਪੋਜੀਸ਼ਨ ਹੋਊਗੀ। ਜਿਵੇਂ ਆਪਾਂ ਦੇਖਦੇ ਹਾਂ ਕਿ ਰੂਸ ਵਰਗੇ, ਚੀਨ ਵਰਗੇ ਮੁਲਕ ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਨਹੀਂ ਆ ਧਰਮ ਦੇ ਨਾਲ, ਉਹਨਾਂ ਵੱਲੋਂ ਦਰਬਾਰ ਸਾਹਿਬ ਹੋਣਾ, ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵੇਲੇ ਦੇਖਿਆ, ਸਾਰੇ ਵਰਲਡ ਦਾ ਧਿਆਨ ਉਹਦੇ ਉੱਪਰ ਸੀ। ਤਾਂ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ। ਅੱਜ ਟਵਿੱਟਰ ਦੇ ਉੱਤੇ ਕਈ ਦੇਸ਼ਾਂ ਦੀ ਪੋਲਿਟਿਕਸ ਦੇ ਵਿੱਚ ਪੰਜਾਬ ਟ੍ਰੈਂਡ ਕਰ ਰਿਹਾ, ਤਾਂ ਬੜੇ ਪੋਜ਼ਿਟਿਵ ਸਾਈਨ ਨੇ, ਬੜੇ ਧਿਆਨ ਨਾਲ ਚੱਲਣ ਦੀ ਲੋੜ ਆ ਸਾਨੂੰ। ਤੇ ਜਿਹੜੇ ਫੀਲਡ ਅੱਗੇ ਮੈਂ ਤੁਹਾਨੂੰ 4-5 ਫੀਲਡ ਗਿਣਾਏ ਆ, ਜਿਨ੍ਹਾਂ ਦੇ ਉੱਪਰ ਤਾਂ ਆਪਾਂ ਡੋਮੀਨੇਟ ਕਰ ਰਹੇ ਹਾਂ ਜਾਂ ਜਿਨ੍ਹਾਂ ਦੇ ਵਿੱਚ ਆਪਣਾ ਅਪਰ ਹੈਂਡ ਆ, ਉਸ ਤੋਂ ਇਲਾਵਾ ਜਿਨ੍ਹਾਂ ਦੇ ਵਿੱਚ ਨਹੀਂ ਵੀ ਆ, ਉਹਦੇ ਵੱਲ ਵੀ ਧਿਆਨ ਦਈਏ। ਕੋਈ ਵੀ ਫੀਲਡ ਸਾਨੂੰ, ਜਦੋਂ ਕੋਈ ਕੌਮ ਨੇ ਸੰਘਰਸ਼ ਲੜਨਾ ਹੁੰਦਾ, ਕੋਈ ਵੀ ਫੀਲਡ ਸੁੱਕਾ ਨਹੀਂ ਛੱਡਣਾ ਚਾਹੀਦਾ। ਇੰਨੇ ਕੁ ਮੈਂ ਵਿਚਾਰ ਤੁਹਾਡੇ ਨਾਲ ਆਪਣੇ ਸਾਂਝੇ ਕਰਨੇ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੁਝਾਰ ਵੀਰ ਜੀ। ਤੇ ਤਰਨਪ੍ਰੀਤ ਸਿੰਘ ਜੀ, ਆਪ ਜੀ ਰੱਖਣਾ ਤੇ ਵਿਚਾਰ, ਫਿਰ ਆਪਾਂ ਸਿੰਘ ਬਾਰ ਹੈਵਨ ਤੋਂ ਚਲੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਪੰਥ ਦੇ ਜਿੱਤ ਦੀ। ਤੇ ਇਸ 'ਚ ਕੋਈ ਦੋ ਰਾਏ ਨਹੀਂ ਕਿ ਇਸ 'ਚ ਭਾਈ ਦੀਪ ਸਿੰਘ ਸਿੱਧੂ ਜੀ ਦਾ ਬਹੁਤ ਵੱਡਾ ਹੱਥ ਹੈ, ਉਹਨਾਂ ਦੀ ਸ਼ਹੀਦੀ ਦਾ ਤੇ ਉਹਨਾਂ ਦਾ ਜੋ ਪ੍ਰਚਾਰ ਸੀ। ਤੇ ਦਾਸ ਇਹੀ ਬੇਨਤੀ ਕਰਨਾ ਚਾਹੁੰਦਾ ਹੈ ਕਿ ਹੁਣ ਸਾਨੂੰ ਅੱਗੇ ਦੀ ਤਿਆਰੀ ਕਰਨੀ ਚਾਹੀਦੀ ਹੈ, ਤੇ ਤਾਂ ਕਿ ਇਹਨਾਂ ਦੀ ਕਨਸਟੀਟੂਐਂਸੀ ਵਿੱਚ ਜੋ ਅਸੀਂ ਕੰਮ ਹੋਣਾ ਚਾਹੀਦਾ, ਮਤਲਬ ਜਿਹੜੇ ਤੁਸੀਂ ਹੁਣ ਬਾਹਰ ਸਿੰਘ ਬੈਠੇ ਹੋ, ਮਤਲਬ ਬਹੁਤ ਸਿਆਣੇ ਹੋ, ਤੇ ਤੁਸੀਂ ਕੰਟੀਨਿਊਸ ਟੱਚ ਵਿੱਚ ਰਹਿ ਕੇ ਮਾਨ ਸਾਹਿਬ ਦੇ ਨਾਲ ਕੀ ਅੱਛੀਆਂ ਚੀਜ਼ਾਂ ਅਸੀਂ ਲਿਆ ਸਕਦੇ ਹਾਂ। ਜਿਵੇਂ ਪਾਣੀ ਦਾ ਮਸਲਾ ਹੈ, ਤੇ ਅਸੀਂ ਇੰਡੀਆ ਵਿੱਚ ਦੇਖਿਆ ਕਈ ਸੂਬਿਆਂ ਵਿੱਚ ਅਗਲਿਆਂ ਨੇ ਵਾਟਰ, ਮਤਲਬ ਰੇਨ ਵਾਟਰ ਹਾਰਵੈਸਟਿੰਗ ਕਰਕੇ ਕਿਵੇਂ ਉਹਨਾਂ ਨੇ ਪਾਣੀ ਨੂੰ ਬਚਾਇਆ, ਤੇ ਕਈ ਪਿੰਡਾਂ ਵਿੱਚ ਬਹੁਤ ਫਰਕ ਆਇਆ। ਤੇ ਇਹ ਜਿਹੀਆਂ ਅੱਛੀਆਂ ਚੀਜ਼ਾਂ, ਜਿਵੇਂ ਕੋਈ ਕਿਸਾਨੀ ਦਾ ਮਾਡਲ ਹੈ, ਕੋਈ ਅੱਛੀਆਂ ਚੀਜ਼ਾਂ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕਨਸਟੀਟੂਐਂਸੀ 'ਚ ਭਾਵੇਂ ਆਪਣਾ ਦਸਵੰਧ ਪਾ ਕੇ ਕਰਨਾ ਪਵੇ ਕਿ ਚਲੋ ਉਹਨਾਂ ਦਾ ਜੋ ਬਜਟ ਰਹਿੰਦਾ, ਉਸ ਬਜਟ ਵਿੱਚ ਅਗਰ ਨਹੀਂ ਵੀ ਹੁੰਦਾ ਕੰਮ, ਤੇ ਕੌਮ ਆਪਣੇ ਜਿਹੜਾ ਪੈਸਾ ਇਕੱਠਾ ਕਰਕੇ ਉਹ ਸੰਗਰੂਰ ਜ਼ਿਲ੍ਹੇ ਵਿੱਚ ਜੇ ਆਪਾਂ ਅੱਛਾ ਕੰਮ ਕਰੀਏ, ਜਿਹਨੂੰ ਦੇਖ ਕੇ ਅੱਜ ਜਿਹੜਾ ਇੱਕ ਜਗ੍ਹਾ ਇਹ ਦੀਵਾ ਜਲਿਆ, ਇਹ ਹੌਲੀ ਹੌਲੀ ਬਾਕੀ ਜਗ੍ਹਾ ਵੀ ਹੋਵੇ। ਕਿਉਂਕਿ ਹੋ ਸਕਦਾ 2024 ਤੋਂ ਪਹਿਲਾਂ ਕੋਈ ਹੋਰ ਬਾਈ ਇਲੈਕਸ਼ਨ ਵੀ ਆ ਜਾਏ, ਜੇ ਸਮਝੋ ਕੋਈ ਕਿਸੇ ਦਾ ਦੇਹਾਂਤ ਹੁੰਦਾ ਜਾਂ ਕੁਝ ਵੀ ਹੁੰਦਾ, ਜਾਂ 2024 ਦੀ ਇਲੈਕਸ਼ਨ ਹੈ ਜਾਂ 2027 ਦੀ ਇਲੈਕਸ਼ਨ ਹੈ, ਅਗਰ ਇਹ ਕਨਸਟੀਟੂਐਂਸੀ 'ਚ ਅੱਛਾ ਕੰਮ ਹੋਏਗਾ ਤੇ ਸਾਨੂੰ ਅੱਗੇ ਹੋਰ ਮਤਲਬ ਜਿਹੜਾ ਫੈਲਾ ਸਕਦੇ ਹਾਂ ਇਸ ਚੀਜ਼ ਨੂੰ। ਬਸ ਇੰਨਾ ਹੀ ਵਿਚਾਰ ਰੱਖਣਾ ਚਾਹੁੰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਿੰਘ ਬੈਰਹਾਨ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਪਹਿਲੀ ਜਿੱਦਾਂ ਮੈਂ ਹੈਗਾ 58 years old ਤੇ ਇੱਥੇ ਸਾਡਾ ਆਰਟ ਵਾਸਤੇ ਸੁਸਾਇਟੀ ਦਾ ਗੁਰਦੁਆਰੇ 'ਚ ਨਾ 15-20 ਜਣਿਆਂ ਦੀ ਸਾਡੇ ਬੜੇ ਕੈਮਰੇ ਲੱਗੇ ਹੋਏ ਆ ਹੁਣ ਨਾ, ਤੇ 15-20 ਜਣਿਆਂ ਦੀ ਸਿਕਿਉਰਿਟੀ ਦੀ ਟੀਮ ਹੈ। ਇੱਦਾਂ ਹੀ ਮੈਨੂੰ ਪਤਾ, ਆਮ ਸ਼ੋਰ ਆਪਣੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿਮਰਨ ਸਿੰਘ ਮਾਨ ਦੀ ਵੀ ਕੋਈ ਪ੍ਰਾਈਵੇਟ ਪਾਰਟੀ ਸਿਕਿਉਰਿਟੀ ਟੀਮ ਹੋਊਗੀ, ਤੇ ਉਹ ਜਿਹੜੀ ਸਿਕਿਉਰਿਟੀ ਟੀਮ ਹੋਊਗੀ ਉਹਨਾਂ ਦੀ ਜਿਹੜੀ ਉਹਨਾਂ ਨੂੰ ਸੇਫ ਰੱਖੂਗੀ ਵੀ ਉਹ ਸਾਰੇ ਪਾਸੇ ਜੇ ਇੰਡੀਆ 'ਚ ਜਾਂਦੇ ਆ ਜਾਂ ਜਿੱਥੇ ਵੀ ਜਾਣਗੇ ਉਹ ਤਾਂ ਉਹਨਾਂ ਨੂੰ ਉਹ ਸੇਫ ਰੱਖ ਸਕੇ। ਕਿਉਂਕਿ ਜਿੱਦਾਂ ਤੁਸੀਂ ਹੁਣ ਦੇਖਿਆ ਹੀ, ਜਿੱਦਾਂ ਆਪਾਂ ਦੀਪ ਸਿੱਧੂ ਦੀ ਤੁਸੀਂ ਗੱਲ ਕਰਦੇ ਹੋ ਵੀ ਦੀਪ ਸਿੱਧੂ ਵਿਚਾਰੇ ਨੇ ਜਦੋਂ ਸਿਮਰਨ ਸਿੰਘ ਨਾਲ ਉਹ ਫੋਟੋ ਆਈ ਸੀਗੀ ਦੀਪ ਸਿੱਧੂ ਦੀ ਝਾੜੂ ਵਾਲੀ ਤੇ ਕਿਰਪਾਨ ਵਾਲੀ, ਵੀ ਝਾੜੂ ਚੱਕਣਾ ਜਾਂ ਕਿਰਪਾਨ ਚੱਕਣੀ ਆ, ਤੇ ਉਸ ਤੋਂ ਬਾਅਦ ਫਿਰ ਰੱਬ ਜਾਣੇ ਕੀ ਸੱਚ ਹੈ ਕੀ ਝੂਠ ਹੈ, ਮੈਂ ਉਸ ਗੱਲ 'ਚ ਨਹੀਂ ਪੈਂਦਾ, ਪਰ ਉਹ ਪੂਰੇ ਹੋ ਗਏ। ਤੇ ਸੋ ਜਿਹੜੀ ਆਪਣੀ ਸਿਕਿਉਰਿਟੀ ਹੈ, ਆਪਣੀ ਪਰਸਨਲ ਸਿਕਿਉਰਿਟੀ ਆਪਦੀ ਲੀਡਰਸ਼ਿਪ ਦੀ, ਉਹ ਸਾਨੂੰ ਪ੍ਰੋਵਾਈਡ ਕਰਨੀ ਪਊਗੀ ਕਿਸੇ ਸਟਰੋਂਗ ਤਰੀਕੇ ਦੇ ਨਾਲ, ਪੀਸਫੁਲ ਤਰੀਕੇ ਦੇ ਨਾਲ। ਮੈਂ ਨਹੀਂ ਕਹਿੰਦਾ ਵੀ ਜਦੋਂ ਆਪਣੇ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਸੀਗੇ ਤੇ ਉਦੋਂ ਆਪਾਂ ਜਿੱਦਾਂ 80s ਦੇ ਵਿੱਚ ਦੇਖਿਆ, ਉਹਨਾਂ ਦੇ ਨਾਲ ਬਹੁਤ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਅਸਲਾ, ਤੇ ਆਪਾਂ ਬੜਿਆ ਦੇਖਿਆ ਜੀ, ਆਪਾਂ ਅਸਲਾ ਦੇਖਦੇ ਸੀ ਤੇ ਉਹਨਾਂ ਦੇ ਨਾਲ ਬਹੁਤ ਯੂਥ ਸੀਗੇ ਅਸਲੇ ਦੇ ਨਾਲ, ਬੰਦੂਕ ਵੀ ਆਪਣੇ ਪਿਸਤੌਲ ਪਾਉਂਦੇ ਸੀ, ਬੰਦੂਕਾਂ ਸੀਗੀਆਂ। ਆਪਾਂ ਉਹ ਚੀਜ਼ ਤਾਂ ਨਹੀਂ ਦੇਖ ਰਹੇ ਆਪਾਂ ਸਿਮਰਨ ਸਿੰਘ ਮਾਨ ਨਾਲ, ਪਰ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਆਪਣੀ ਪ੍ਰਾਈਵੇਟ ਸਿਕਿਉਰਿਟੀ ਉਹ ਦੀ ਜ਼ਰੂਰਤ ਹੈ। ਦੂਜੀ ਗੱਲ ਜਿਹੜੀ ਹੈਗੀ ਹੈ, ਜਿਹੜੀ ਵਾਹਿਗੁਰੂ ਨਾ ਕਰੇ ਜੇ ਕੁਛ ਹੋ ਜਾਂਦਾ, ਹੁਣ ਆਪਣੇ ਮਾਨ ਸਾਹਿਬ MP ਦੀ ਇਲੈਕਸ਼ਨ ਜਿੱਤੀ ਹੈ, ਜੇ ਵਾਹਿਗੁਰੂ ਨਾ ਕਰੇ ਪਰ ਕੁਛ ਹੋ ਜਾਂਦਾ ਤਾਂ ਜਿਹੜੀ ਪਾਰਟੀ ਹੈ ਉਹ ਸਿਮਰਨ ਸਿੰਘ ਮਾਨ ਕੁਛ ਆਪਦੇ ਐਡਵਾਈਜ਼ਰਸ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਕਹਿਣਾ ਵੀ ਜੇ ਮੈਨੂੰ ਭਾਈ ਜੇ ਕੁਛ ਹੋ ਜਾਂਦਾ ਤਾਂ ਜਿਹੜਾ ਤੁਸੀਂ ਆਹ ਤਰੀਕਾ ਫੋਲੋ ਕਰਕੇ ਪਾਰਟੀ ਦੇ ਵਿੱਚ ਤੇ ਅਗਲੇ ਬੰਦੇ ਨੂੰ ਲਿਆਇਓ, ਠੀਕ ਹੈ ਨਾ। ਸੋ ਮੈਂ ਇਹੀ ਕਹਿਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਮਰਪਾਲ ਸਿੰਘ ਜੀ, ਸਿਕਿਉਰਿਟੀ ਦੇ ਮਸਲੇ ਤੇ ਕੋਈ ਆਪ ਜੀ ਦੇ ਵਿਚਾਰ ਤੇ ਜਿਹੜੇ ਹੈਗੇ ਨੇ ਕੁਝ? ਦੇਖੋ, ਸਿਕਿਉਰਿਟੀ ਮੇਰੇ ਖਿਆਲ ਦੇ ਨਾਲ ਗਵਰਨਮੈਂਟ ਤੇ ਪ੍ਰੋਵਾਈਡ ਕਰਦੀ ਹੁੰਦੀ ਹੈ ਮੈਂਬਰ ਪਾਰਲੀਮੈਂਟ ਨੂੰ, ਪਰ ਨਾਲ ਦੀ ਨਾਲ ਆਪਣੀ ਸਿਕਿਉਰਿਟੀ ਮਾਨ ਸਾਹਿਬ ਨੂੰ ਵੱਖਰੀ ਰੱਖਣੀ ਚਾਹੀਦੀ ਹੈ। ਉਹਦੇ ਲਈ ਅਸੀਂ ਉਹਨਾਂ ਨੂੰ ਸੁਜੈਸ਼ਨ ਜ਼ਰੂਰ ਦੇਵਾਂਗੇ ਕਿ ਤੁਸੀਂ ਜਿਹੜੇ ਚੜ੍ਹਦੀ ਕਲਾ ਵਾਲੇ ਨੌਜਵਾਨ ਆ ਉਹ ਆਪਣੇ ਨਾਲ ਰੱਖੋ ਹਮੇਸ਼ਾ, ਪਿਆਰ ਬਰ ਪਿਆਰ ਤੇ ਜਿਹੜਾ ਵਾ, ਤਾਂ ਜੋ ਜਿਹੜੀ ਕਿਤੇ ਵੀ ਆਪਾਂ ਕੋਈ ਅਣਗੌਲੇ ਨਾ ਹੋਈਏ ਤੇ ਨਾ ਹੀ ਸਾਨੂੰ ਕੋਈ ਇਹੋ ਜਿਹੀ ਖਤਾ ਖਾਣੀ ਪਵੇ ਜਿਹੜੀ ਆਪਾਂ ਪਹਿਲਾਂ ਖਾ ਚੁੱਕੇ ਹਾਂ ਇੱਕ ਦੋ ਵਾਰੀ। ਸੋ ਇਹਦੇ ਬਾਰੇ ਆਪਾਂ ਕਰਾਂਗੇ ਇਹਨਾਂ ਨਾਲ ਗੱਲਬਾਤ। ਹਾਂਜੀ ਵੀਰ ਜੀ, ਹੋਰ ਕੋਈ ਵੀਰ ਭੈਣ ਭਰਾ ਹੋਵੇ ਥੱਲੇ ਜਿਸਨੇ ਕੋਈ ਇਸ ਟੌਪਿਕ ਤੇ ਸਵਾਲ ਰੱਖਣੇ ਹੋ ਤੇ ਪਲੀਜ਼ ਉੱਤੇ ਆ ਸਕਦਾ। ਹਾਂਜੀ ਵੀਰ ਜੀ, ਆਪ ਜੀ ਸਿੰਘ ਬਾਹਰ ਹੈ ਨਾ, ਆਪ ਜੀ ਰੱਖਿਆ ਦੱਸੋ। ਹਾਂਜੀ, ਭਾਜੀ ਆਪਣੇ ਬਾਈ ਨੇ ਇੱਕ ਪੁਆਇੰਟ ਤਾਂ ਰੇਜ਼ ਕੀਤਾ। ਮੇਰਾ ਦੂਜਾ ਪੁਆਇੰਟ ਜਿਹੜਾ ਸੀਗਾ ਉਸ ਤੇ ਵੀ ਤੁਸੀਂ ਜੇ ਆਪਦੇ ਕੋਈ ਮੈਸੇਜ ਦੱਸ ਸਕਦੇ ਹੋ ਜਾਂ ਉਸ ਬਾਰੇ ਜਿਹੜਾ ਦੂਜਾ ਪੁਆਇੰਟ ਮੇਰਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਹੈ, ਜੇ ਵਾਹਿਗੁਰੂ ਨਾ ਕਰੇ ਕੁਛ ਹੋ ਜੇ ਤਾਂ ਉਹਨਾਂ ਦਾ ਕੋਈ ਗਾਈਡਲਾਈਨਸ ਜਾਂ ਕੋਈ ਪਾਲਿਸੀ ਸਿਮਰਨ ਬਣਾਉਣ, ਜਿੱਦਾਂ ਨਹੀਂ ਨਾ ਆਪਣੇ, ਜਿੱਦਾਂ ਆਪਾਂ ਕਹਿੰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਬ੍ਰਿਟਿਸ਼ ਨੇ ਡਿਵਾਈਡ ਐਂਡ ਰੂਲ ਦੀ ਫਿਲਾਸਫੀ ਕਰਕੇ ਆਪਣਾ ਕੀ ਹਾਲ ਕੀਤਾ, ਠੀਕ ਹੈ ਨਾ। ਸੋ ਉਹ ਮੈਂ ਗੱਲ ਕਰ ਰਿਹਾ ਸੀਗਾ ਵੀ ਕੋਈ
ਪਾਰਟੀ ਦਾ ਪਾਲਿਸੀ ਐਂਡ ਪ੍ਰੋਸੀਜਰ ਹੋਵੇ ਜਿਹੜਾ ਫੋਲੋ ਕਰਕੇ ਸਾਰੇ ਉਸ ਚੀਜ਼ ਨੂੰ ਮੰਨਣ। ਸੋ ਜੇ ਵਾਹਿਗੁਰੂ ਨਾ ਕਰੇ ਕੁਛ ਦਾ ਹੋਵੇ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ, ਅਮਰਪਾਲ ਸਿੰਘ ਜੀ ਆਪ ਜੀ ਤੋਂ ਪ੍ਰਸ਼ਨ ਪੁੱਛਦੇ ਹੋ। ਇੱਕ ਮਿੰਟ ਥੋੜਾ ਜਿਹਾ ਮੜਾ ਰਿਪੀਟ ਕਰਿਓ ਕੁਛ। ਹਾਂਜੀ, ਉਹ ਕਹਿੰਦੇ ਜੇ ਸਿਮਰਜੀਤ ਸਿੰਘ ਮਾਨ ਨੂੰ ਮਤਲਬ ਇਹਨਾਂ ਦੀ ਰਿਪਲੇਸਮੈਂਟ ਲਈ ਜੇ ਇੱਕ ਕੱਲ੍ਹ ਨੂੰ ਕੋਈ ਨਾ ਹੋਵੇ ਕੁਛ, ਮਾਨ ਸਾਹਿਬ ਨੂੰ ਕੁਛ ਹੋ ਜਾਏ ਤੇ ਉਹਦੇ ਲਈ ਕੀ ਸਟੈਪ ਹੋਣਾ ਚਾਹੀਦਾ ਪਾਰਟੀ ਵੱਲੋਂ? ਨਹੀਂ ਦੇਖੋ, ਪਾਰਟੀ ਦਾ ਮਸਲਾ ਹੈ, ਉਹ ਆਪਣੀ ਲੀਡਰਸ਼ਿਪ ਡਿਵੈਲਪ ਕਰਨ। ਹੁਣ ਉਹਨਾਂ ਕੋਲ ਮਾਸਸ ਦੀ ਸਪੋਰਟ ਵੀ ਆ, ਡਾਇਸਪੋਰਾ ਸਿੱਖਾਂ ਦੀ ਸਪੋਰਟ ਵੀ ਆ। ਉਹਨਾਂ ਨੂੰ ਚੰਗੇ ਲੀਡਰ ਜਿਹੜੇ ਆ ਪਾਰਟੀ 'ਚ ਨੌਜਵਾਨ ਜਿਹੜੇ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਅਤੇ ਉਹਨਾਂ ਨੂੰ ਆਪਣਾ ਸਟਰਕਚਰ ਜਿਹੜਾ ਵਾ ਉਹ ਡਿਫਾਈਨ ਕਰਨਾ ਚਾਹੀਦਾ ਕਲੀਅਰਲੀ ਵੀ ਇਨ ਸੱਚ ਈਵੈਂਟਸ ਕੀ ਹੋਣਾ ਚਾਹੀਦਾ, ਕਿਵੇਂ ਹੋਣਾ ਚਾਹੀਦਾ, ਉਹ ਸਾਰਾ ਕੁਝ ਉਹਨਾਂ ਨੂੰ ਤੈਅ ਕਰ ਲੈਣਾ ਚਾਹੀਦਾ ਹੈ। ਇਹਦੇ 'ਚ ਕੋਈ ਦੋ ਰਾਏ ਨਹੀਂ। ਮੇਰੇ ਖਿਆਲ ਨਾਲ ਕਰ ਵੀ ਰਹੇ ਨੇ ਉਹ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਨੇ ਵੀ ਭਵਿੱਖ ਦੇ ਵਿੱਚ ਅਨਫੋਰਚੂਨੇਟਲੀ ਗੁਰੂ ਸਾਹਿਬ ਨਾ ਹੀ ਕਰਨ ਇੱਦਾਂ, ਪਰ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਅਤੇ ਕਿਹਨੂੰ ਉਹ ਅੱਗੇ ਲਾਉਣਗੇ ਕਿਹਨੂੰ ਨਹੀਂ, ਉਹ ਫਿਰ ਤੈਅ ਕਰਨਗੇ। ਚੰਗੀ ਗੱਲ ਹੈ। ਨਹੀਂ ਵੀਰ ਜੀ, ਗੱਲ ਇਹ ਹੁੰਦੀ ਹੈ ਨਾ, ਆਪਾਂ ਮੈਂ ਗੱਲ ਕਰ ਰਿਹਾ ਜਿਹੜੀ ਉਹਨਾਂ ਦੀ ਪੋਲਿਸੀਜ਼ ਐਂਡ ਪ੍ਰੋਸੀਜਰਸ। ਜਿੱਦਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਗੱਲ ਦੱਸਾਂ, ਇੱਥੇ ਸਾਡੇ ਕੈਨੇਡਾ ਦੇ ਵਿੱਚ NDP ਦੇ ਲੀਡਰ ਹੈ ਜਗਮੀਤ ਸਿੰਘ। ਉਹਨਾਂ ਦਾ ਪਹਿਲਾ ਲੀਡਰ ਸੀ ਨਾ ਜਿਹੜਾ, ਉਹ ਉਹਨਾਂ ਦੀ ਪਾਰਟੀ ਦੀ ਮੀਟਿੰਗ ਹੋਈ ਅਤੇ ਉਹਨਾਂ ਦੀ ਜਿੱਦਾਂ ਕੌਂਸਟੀਟਿਊਸ਼ਨ ਲਿਖੀ ਸੀ, ਉਹਨਾਂ ਦੇ ਪੋਲਿਸੀਜ਼ ਐਂਡ ਪ੍ਰੋਸੀਜਰ ਸੀਗੇ, ਉਹਨਾਂ ਨੇ ਉਸ ਨੂੰ ਬਦਲਿਆ ਅਤੇ ਇਲੈਕਸ਼ਨ ਹੋਈ ਅਤੇ ਆਪਣੇ ਜਗਮੀਤ ਸਿੰਘ NDP ਦੇ ਬਣ ਗਏ ਹੈ ਨਾ। ਸੋ ਮੈਂ ਉਹ ਗੱਲ ਕਰ ਰਿਹਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਈ ਕੌਂਸਟੀਟਿਊਸ਼ਨ ਹੋਵੇ ਜਾਂ ਪੋਲਿਸੀਜ਼ ਐਂਡ ਪ੍ਰੋਸੀਜਰ ਹੋਣ, ਜਿਹੜਾ ਵਾਹਿਗੁਰੂ ਨਾ ਕਰੇ ਕੁਛ ਇੱਦਾਂ ਦਾ ਹੋਵੇ, ਤਾਂ ਆਪਾਂ ਕਹੀਏ ਵੀ ਆਹ ਤੁਹਾਡੀ ਮੈਂਬਰਸ਼ਿਪ ਹੈ ਜਾਂ ਆਹ ਤੁਹਾਡੇ ਬੰਦੇ ਆ, ਆਹ ਤੁਹਾਡੇ ਐਡਵਾਈਜ਼ਰ ਆ, ਬੇਸ ਉੱਤੇ ਅਸੀਂ ਸਾਰੇ ਰਲ ਕੇ ਚੱਲਾਂਗੇ ਅਤੇ ਇੱਦਾਂ ਕਰਾਂਗੇ। ਇਹ ਮੇਰਾ ਪੁਆਇੰਟ। ਵਾਹਿਗੁਰੂ ਖਾਲਸਾ ਵਾਹਿਗੁਰੂ। ਹਾਂਜੀ, ਉਹ ਵੀ ਛੇਤੀ ਮੇਰੇ ਖਿਆਲ ਦੇ ਨਾਲ ਕਰਨਗੇ ਡਿਫਾਈਨ। ਅਤੇ ਜਦੋਂ ਹੋਇਆ ਕਿ ਉਹ ਇਸੇ ਕੰਮ 'ਤੇ ਲੱਗੇ ਹੋਏ ਸੀ ਪਿਛਲੇ ਕੁਝ ਮਹੀਨਿਆਂ ਤੋਂ, ਜਿਹੜਾ ਇੰਟਰਨਲ ਸਟਰਕਚਰ ਸੀ ਪਾਰਟੀ ਦਾ ਉਹਨੂੰ ਖੜਾ ਕਰਕੇ ਅਤੇ ਉਹਨੂੰ ਡਿਫਾਈਨ ਕਰਨ ਦੇ ਵਿੱਚ ਕੋਈ ਗੱਲ ਨਹੀਂ, ਉਹ ਵੀ ਹੋ ਚੁੱਕਾ ਕੰਮ। ਅਤੇ ਆਪਾਂ ਅੱਗੇ ਚੱਲਦੇ ਹਾਂ। ਜੇ ਕੋਈ ਹੋਰ ਕਿਸੇ ਦਾ ਹੋਏ ਨਹੀਂ ਤਾਂ ਫਿਰ ਦੇਖ ਲਓ ਜੇ ਚਲਾਉਣੀ। ਹਾਂਜੀ, ਜਿਹੜਾ ਆਪਣਾ ਸਿੱਧੂ ਮੂਸੇਵਾਲੇ ਦਾ SOL ਸੌਂਗ ਆਇਆ ਸੀ ਜਿਹੜਾ ਨਾ, ਤਾਂ ਉਹ ਇੰਡੀਅਨ ਸਟੇਟ ਵੱਲੋਂ ਬੈਨ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ। ਅਤੇ ਉਹ ਵੀ ਜ਼ਰੂਰੀ ਇਸ਼ੂ ਚੁੱਕਣਾ, ਕਿਉਂਕਿ ਸਾਡੇ ਜਿਹੜੇ ਰਾਈਟਸ ਦੀ ਗੱਲ ਆ, ਅਤੇ ਇੱਕ ਜਿਹੜਾ ਸੇਨ ਸਿੰਗਰ ਆ ਸਾਡਾ ਜਿਹੜਾ ਇਸ ਦੁਨੀਆ 'ਤੇ ਨਹੀਂ ਰਿਹਾ, ਅਤੇ ਫਿਰ ਵੀ ਸਰਕਾਰ ਹੈ ਨਾ ਕਿਸ ਹੱਦ ਤੱਕ ਜਾ ਕੇ ਅਤੇ ਉਹ ਸਾਡੀ ਵੋਇਸਿਸ ਨੂੰ ਸਨਬ ਕਰਨ ਡਈ ਆ ਪੰਜਾਬ ਦੇ ਵਿੱਚ। ਅਤੇ ਉਹਨਾਂ ਨੇ YouTube ਤੋਂ ਉਹ ਸੌਂਗ ਨੂੰ ਬੈਨ ਕਰਕੇ ਰਿਮੂਵ ਕਰਤਾ ਨਾ। ਅਤੇ ਉਹ ਉਸ ਮਸਲੇ ਬਾਰੇ ਵੀ ਥੋੜ੍ਹਾ ਜਿਹਾ ਨਾ ਤੁਸੀਂ ਕਰਿਓ ਵੀ ਇੱਕ ਤਾਂ ਗੱਲਬਾਤ ਰੱਖਿਓ ਅਤੇ ਥੋੜ੍ਹਾ ਜਿਹਾ ਡਿਸਕਸ ਕਰਿਓ ਸਰਕਾਰ ਮਾਨ ਸਾਹਿਬ ਨਾਲ ਵੀ ਉਹ ਇਸ਼ੂ ਜ਼ਰੂਰ ਚੁੱਕਣੇ, ਕਿਉਂਕਿ ਉਹ ਸਾਡਾ ਸਿੱਖ ਹੱਕਾਂ ਦਾ ਇਸ਼ੂ ਆ ਅਤੇ ਉਸ 'ਤੇ ਗੱਲ ਹੋਣੀ ਚਾਹੀਦੀ ਹੈ। ਹਾਂ, ਨਹੀਂ ਇਹ ਦੇਖੋ ਸਟੇਟ ਦੀ ਡੈਸਪਰੇਸ਼ਨ ਹੈ। ਉਹ ਜਿੱਦਾਂ ਕੋਈ ਡੁੱਬਣ ਲਗਾ ਹੱਥ ਪੈਰ ਮਾਰਦਾ ਅਤੇ ਉਹ ਕੰਮ ਕਰ ਰਹੀ ਹੈ, ਪਰ ਉਹ ਦਲਦਲ 'ਚ ਜਦੋਂ ਕੋਈ ਜ਼ਿਆਦਾ ਹਿੱਲੇ ਜੁੱਲੇ ਅਤੇ ਹੋਰ ਧੱਸ ਜਾਂਦਾ। ਇੰਡੀਅਨ ਸਟੇਟ ਨਾਲ ਇਹੋ ਕੁਛ ਹੋ ਰਿਹਾ। ਉਹਨਾਂ ਨੂੰ ਇਹ ਨਹੀਂ ਪਤਾ ਵੀ ਬੈਨ ਕਰਨ ਦੇ ਨਾਲ ਸਗੋਂ ਜ਼ਿਆਦਾ ਸੁਣਿਆ ਜਾਣਾ ਇਹ ਚੀਜ਼। ਅਤੇ ਨਾਲੇ ਉਹ ਇੰਡੀਆ 'ਚ ਬੈਨ ਹੈ, ਬਾਕੀ ਬਾਹਰ ਕਿਤੇ ਬੈਨ ਨਹੀਂ ਹੈਗਾ। YouTube ਤੋਂ ਲੋਕੇਸ਼ਨ ਚੇਂਜ ਕਰਕੇ ਈਜ਼ੀਲੀ ਪੰਜਾਬ ਦੇ ਲੋਕ ਉਹਨੂੰ ਸੁਣ ਸਕਦੇ ਆ ਆਪਣੀ ਲੋਕੇਸ਼ਨ ਚੇਂਜ ਕਰਕੇ। ਅਤੇ ਦੂਜੀ ਗੱਲ ਹੈ, ਜਿਹੜੀ ਚੀਜ਼ ਬੈਨ ਹੋ ਜੇ ਉਹ ਵੈਸੇ ਹੀ ਇੱਕ ਫਨੋਮੀਨਾ ਹੁੰਦਾ ਵੀ ਉਹ ਸਰਕੂਲੇਸ਼ਨ ਉਹਦੀ ਵੱਧ ਜਾਂਦੀ ਹੈ। ਮਾਨ ਸਾਹਿਬ ਨਾਲ ਵੀ ਗੱਲ ਕਰਾਂਗੇ, ਹੋਰ ਵੀ ਜਿਹੜੇ ਲੀਡਰ ਆ ਉਹਨਾਂ ਨਾਲ ਗੱਲ ਕਰਾਂਗੇ। ਖਹਿਰਾ ਸਾਹਿਬ ਨੂੰ ਕਹਾਂਗੇ ਵੀ ਇਹ ਮੁੱਦਾ ਵੀ ਜਿਹੜਾ ਵਾ ਵੀ ਕਿਸੇ ਉਸ ਗਾਇਕ ਦਾ ਜਿਹੜਾ ਇਸ ਦੁਨੀਆ 'ਚ ਵੀ ਨਹੀਂ ਰਿਹਾ, ਉਹਦਾ ਆਖਰੀ ਗੀਤ ਜਿਹੜਾ ਗਾਇਆ ਵਾ ਅਤੇ ਉਹਨੂੰ ਇੱਦਾਂ ਬੈਨ ਕਰਨਾ। ਅਤੇ ਇੰਡੀਆ ਆਪਣੇ ਆਪ ਨੂੰ ਡੈਮੋਕ੍ਰੇਸੀ ਕਹਿੰਦਾ, ਉੱਦਾਂ ਡੈਮੋਕ੍ਰੇਟਿਕ ਕੰਟਰੀ ਕਹਿੰਦਾ, ਅਤੇ ਇਹ ਡੈਮੋਕ੍ਰੇਸੀ ਵਾਲੀ ਨਿਸ਼ਾਨੀਆਂ ਤਾਂ ਹੈ ਨਹੀਂ ਗੀਆਂ। ਅਤੇ ਫਿਰ ਵੀ ਇਹਦੇ 'ਤੇ ਆਪਾਂ ਨੂੰ ਕੋਈ ਨਹੀਂ, ਇਹਦੇ 'ਤੇ ਆਪਾਂ ਇੱਕ ਮੇਰੇ ਖਿਆਲ ਨਾਲ ਕੋਈ ਇੱਕ ਅੱਧੇ ਦਿਨ 'ਚ ਨਾ ਹੈਸ਼ਟੈਗ ਵੀ ਚਲਾਉਣਾ ਚਾਹੀਦਾ ਅਤੇ ਰੂਮ ਵੀ ਬਣਾਉਣਾ ਚਾਹੀਦਾ। ਅਤੇ YouTube ਨੂੰ ਜਿਹੜਾ ਵਾ ਉਹ ਵੀ ਮਾਸ ਮੇਲਸ ਕਰਨੀਆਂ ਚਾਹੀਦੀਆਂ ਵੀ ਤੁਸੀਂ ਇਹ ਕੰਮ ਜਿਹੜਾ ਗਵਰਨਮੈਂਟ ਇਨਫਲੂਐਂਸ 'ਚ ਕਰ ਰਹੇ ਜੋ, ਅਤੇ ਇਹ ਤੁਹਾਡੇ ਵਾਸਤੇ ਚੰਗੀ ਨਹੀਂ ਗੱਲ ਹੈਗੀ ਵੀ ਤੁਸੀਂ ਮਿਨੋਰਿਟੀ ਜਿਹੜੀ ਸਿੱਖ ਮਾਈਕਰੋ ਮਿਨੋਰਿਟੀ ਆ ਅਤੇ ਜੈਨੋਸਾਈਡ 'ਚੋਂ ਲੰਘ ਰਹੀ ਕਮਿਊਨਿਟੀ ਆ,
ਉਹਦੀ ਆਵਾਜ਼ ਨੱਪਣ ਦਾ ਜਿਹੜਾ ਯਤਨ ਕਰ ਰਹੇ, ਜੋ ਇੱਕ ਜਿਹੜੀ ਫਾਸਟੈਸਟ ਸਟੇਟ ਦੇ ਕਹਿਣ ਦੀ ਹੁਕਮਾਂ ਦੇ ਵਿੱਚ। ਸੋ ਇਹ ਗੱਲਬਾਤ ਆਪਾਂ ਕਰਾਂਗੇ ਕੋਈ। ਹਾਂਜੀ ਭਾਈ ਜੀ, ਤੇ ਉਹ ਕਦੋਂ ਇਹ ਕੋਈ ਆਉਂਦਾ ਵਾ, ਤੇ ਨਹੀਂ ਤੇ ਭਾਈ ਦੇ ਲਾਸਟ ਮਾਰਕ ਲੈ ਲਓ ਅੱਜ ਦੀ ਜੋ। ਹਾਂਜੀ, ਆਪਾਂ ਸਪੇਸ ਕਨਕਲੂਡ ਕਰੀਏ। ਖਾਲਸਾ ਸੀਗੀ ਆਪ ਜੀ ਆਪਦੇ ਥੋੜੇ ਜਿਹੇ ਵਿਚਾਰ ਰੱਖ ਦਿਓ ਜਾਂਦੇ ਜਾਂਦੇ, ਤੇ 2-3 ਘੰਟਿਆਂ ਦੇ ਵਿੱਚ ਆਪਣੇ ਬਸੰਤ ਵੀਰ ਜੀ ਨੇ ਕਲੱਬ ਬਣਾਉਣਾ ਹੈ, ਤੇ ਆਪਾਂ ਫਿਰ ਉੱਥੇ ਸਾਰੇ ਜੁੜ ਜਾਂਦੇ। ਹਾਂਜੀ ਅਮਰਪਾਲ ਸਿੰਘ। ਹਾਂਜੀ, ਦੇਖੋ ਪਹਿਲੀ ਗੱਲ ਤੇ ਦੁਬਾਰਾ ਸਾਰੇ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ। ਜਿਹੜਾ ਭਾਈ ਦੀਪ ਸਿੱਧੂ ਦੀ ਕੁਰਬਾਨੀ ਹੈ, ਉਹਦਾ ਜਿਹੜਾ ਸਾਨੂੰ ਕਹਿੰਦੇ ਨਾ ਵੀ ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਅਜਾਈ ਨਹੀਂ ਜਾਂਦਾ। ਇਹ ਪ੍ਰਤੱਖ ਹੈ, ਜਿੱਥੇ ਜਿੱਥੇ ਵੀ ਜਿਹੜੀ ਕੌਮਾਂ ਦੇ ਨੌਜਵਾਨਾਂ ਨੇ ਜਾਂ ਸਿੰਘਾਂ ਨੇ ਕੁਰਬਾਨੀ ਕੀਤੀ ਹੈ, ਉਹਨਾਂ ਕੌਮਾਂ ਨੂੰ ਉਹਦਾ ਫਲ ਮਿਲਿਆ ਹੀ ਆ, ਅੱਜ ਮਿਲੇ ਕੱਲ੍ਹ ਮਿਲੇ। ਸੋ ਇੱਕ ਤੇ ਆਪਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਕਿਹਦੇ ਨਕਸ਼ੇ ਕਦਮਾਂ 'ਤੇ ਚੱਲਣਾ ਹੈ। ਜਿਹਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਸਾਨੂੰ ਅੱਜ ਜਿੱਤ ਹਾਸਲ ਹੋਈ ਹੈ, ਸਾਨੂੰ ਉਹਨਾਂ ਵਰਗੇ ਬਣਨ ਦੀ ਲੋੜ ਹੈ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਣ ਦੀ ਲੋੜ ਹੈ। ਜਿਵੇਂ ਉਹਨਾਂ ਨੇ ਆਪਣੇ ਘਰ-ਬਾਰ, ਕਾਰੋਬਾਰ, ਸਾਰੀ ਚੀਜ਼ਾਂ ਦੀ ਪਰਵਾਹ ਛੱਡ ਕੇ ਪੰਥਕ ਹਿੱਤਾਂ ਦੇ ਵਿੱਚ ਕੰਮ ਕੀਤਾ, ਉੱਦਾਂ ਹੀ ਸਾਨੂੰ ਕਰਨ ਦੀ ਲੋੜ ਹੈ। ਜਿਹੜੀ ਇਹ ਜਿੱਤ ਹੈ, ਇਹ ਇਕੱਲੀ ਕਿਸੇ ਮੈਂਬਰ ਪਾਰਲੀਮੈਂਟ ਦੀ ਸੀਟ ਦੀ ਜਿੱਤ ਨਹੀਂ, ਸਗੋਂ ਇਹ ਪੰਥਕ ਰਾਜਨੀਤੀ ਦਾ ਜਿਹੜਾ ਬੂਟਾ ਹੈ, ਉਹਨੂੰ ਮੁੜ ਸੁਰਜੀਤ ਕਰਨ ਦਾ ਜਿਹੜਾ ਨਾ, ਉਹਨੂੰ ਪਹਿਲਾ ਬੂਟ ਲੱਗਾ ਹੈ। ਹਾਲਾਂਕਿ ਇਹ ਬੂਟਾ ਤੇ ਮੁੜ ਸੁਰਜੀਤ ਅਮਰਗੜ੍ਹ ਦੀ ਇਲੈਕਸ਼ਨ 'ਚ ਹੀ ਹੋ ਗਿਆ ਸੀ, ਪਰ ਇਹਨੂੰ ਪਹਿਲਾ ਬੂਟ ਹੁਣ ਪਿਆ ਹੈ। ਤੇ ਅੱਗੇ ਵੀ ਜਿਹੜੀ ਨੌਜਵਾਨ ਨੇ ਜਿਹੜੇ ਇਲੈਕਟਰਲ ਪੋਲੀਟਿਕਸ 'ਚ ਇੰਟਰਸਟਡ ਹੈਗੇ ਆ, ਉਹਨਾਂ ਨੂੰ ਵੀ ਇੱਕ ਪਲੇਟਫਾਰਮ ਮਿਲ ਗਿਆ ਜਿੱਥੇ ਉਹ ਆਪਣੀ ਗੱਲ ਕਰ ਸਕਦੇ ਆ, ਕਿਉਂਕਿ ਹਰ ਇੱਕ ਬੰਦੇ ਦੇ ਵਿੱਚ ਇੱਕ ਕੈਪੇਬਿਲਿਟੀ ਹੁੰਦੀ, ਕਪੈਸਿਟੀ ਹੁੰਦੀ ਹੈ। ਸੋ ਉਹਨਾਂ ਨੂੰ ਵੀ ਇੱਕ ਪਲੇਟਫਾਰਮ ਮਿਲ ਗਿਆ ਵੀ ਉਹ ਜਾ ਕੇ ਜਿਹੜੀ ਇੰਡੀਅਨ ਸਟੇਟ ਦੀ ਜਿਹੜੀ ਰਾਜਨੀਤੀ ਹੈ, ਉਹਦੇ 'ਚ ਸਿੱਖਾਂ ਦੇ ਹੱਕਾਂ ਦੀ ਗੱਲ ਕਰ ਸਕਦੇ ਆ। ਅਤੇ ਉਹ ਤੋਂ ਅਲੱਗਾ ਸਾਨੂੰ ਭਵਿੱਖ ਦੇ ਵਿੱਚ ਵੀ ਨਿਗਾਹ ਰੱਖਣੀ ਚਾਹੀਦੀ ਹੈ, ਭਵਿੱਖ ਵੱਲ ਵੀ, ਕਿਉਂਕਿ ਜਿਹੜਾ ਅੱਜ ਤੋਂ 4 ਸਾਲ ਜਾਂ 5 ਸਾਲ ਬਾਅਦ ਕੋਈ ਵੀ ਸੰਘਰਸ਼ ਹੈ, ਉਹ ਇੰਡੀਆ ਵਰਸਸ ਪੰਜਾਬ ਦਾ ਹੀ ਸੰਘਰਸ਼ ਹੋਣਾ ਹੈ। ਉਹਦੇ 'ਚ ਹੋਰ ਕੋਈ ਜਿਹੜੀ ਗਲੀਆਂ, ਨਾਲੀਆਂ, ਸੜਕਾਂ, ਸਕੂਲ, ਇਹ ਬਹੁਤ ਸੈਕੰਡਰੀ ਚੀਜ਼ਾਂ ਬਣ ਜਾਣੀਆਂ, ਕਿਉਂਕਿ ਜੈਨੋਸਾਈਡ 'ਚੋਂ ਲੰਘ ਰਹੀਆਂ ਕੌਮਾਂ ਲਈ ਇਹ ਬਹੁਤ ਕੁਝ ਜ਼ਰੂਰੀ ਮਸਲੇ ਨਹੀਂ ਹੁੰਦੇ। ਉਹਨਾਂ ਲਈ ਸਰਵਾਈਵਲ ਸਭ ਤੋਂ ਜ਼ਰੂਰੀ ਹੈ। ਸਰਵਾਈਵਲ ਲਈ ਆਇਡੈਂਟੀਟੀ ਦਾ ਸਰਵਾਈਵਲ ਜਿਹੜਾ ਹੈ, ਉਹਦੇ ਲਈ ਫਿਰ ਇਹ ਚੀਜ਼ਾਂ ਸੈਕੰਡਰੀ ਹੋ ਜਾਂਦੀਆਂ ਬਾਕੀ। ਸੋ ਸਾਨੂੰ ਅੱਜ ਤੋਂ 2 ਸਾਲ ਜਾਂ 3 ਸਾਲ ਬਾਅਦ ਦਾ ਧਿਆਨ ਰੱਖ ਕੇ ਅਤੇ ਉਹਨਾਂ ਲੀਡਰਸ ਨੂੰ ਅੱਗੇ ਲੈ ਕੇ ਆਉਣ ਦੀ ਲੋੜ ਹੈ, ਜਿਹੜੇ ਵਾਕਿਆ ਹੀ ਸਟੈਂਡ ਕਰ ਸਕਦੇ ਆ, ਜਿਹੜੇ ਦਿੱਲੀ ਦੇ ਅੱਗੇ ਖੜਨ ਦੀ ਜ਼ਰੂਰਤ ਰੱਖਦੇ ਆ, ਜਿਨ੍ਹਾਂ ਨੇ ਪ੍ਰੂਵ ਕੀਤਾ ਆਪਣੇ ਆਪ ਨੂੰ, ਉਹਨਾਂ ਨੂੰ ਅੱਗੇ ਲੈ ਕੇ ਆਈਏ। ਇਹ ਰਾਜਨੀਤੀ ਜਿਹੜੀ ਹੈ ਚਮੋਰ ਜਿਹੜਾ ਫੇਰਾ ਪਿਆ, ਇਹਨੂੰ ਸੈਲੀਬ੍ਰੇਟ ਵੀ ਕਰਨਾ ਚਾਹੀਦਾ, ਨਾਲ ਦੀ ਨਾਲ ਯਾਦ ਵੀ ਰੱਖਣਾ ਚਾਹੀਦਾ ਵੀ ਕਿੰਨਾ ਦੇ ਸਦਕਾ ਜਿਹੜਾ ਵਾ ਇਹ ਸਾਨੂੰ ਦੁਬਾਰਾ ਪੋਜੀਸ਼ਨ ਮਿਲੀ ਹੈ। ਨਹੀਂ ਤਾਂ ਲੋਕ ਟਿਚਣਾ ਕਰਦੇ ਸੀ ਵੀ ਤੁਹਾਡੇ 4 ਖਾਲਿਸਤਾਨੀ ਹੈ, 10 ਖਾਲਿਸਤਾਨੀ ਹੈ। ਉਹਨਾਂ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਪੰਜਾਬ ਪੂਰਾ ਹੀ ਖਾਲਿਸਤਾਨੀ ਹੈ। ਈਵਨ ਪੰਜਾਬ ਦੇ ਹਿੰਦੂ, ਪੰਜਾਬ ਦੇ ਮੁਸਲਮਾਨ, ਉਹ ਸਾਰੇ ਖਾਲਿਸਤਾਨ 'ਚ ਰਹਿਣਾ ਚਾਹੁੰਦੇ ਆ। ਕੋਈ ਮਿਨੋਰਿਟੀ ਜਿਹੜੀ ਹੋਊਗੀ, ਜਿਹੜੀ ਵਿਰੋਧ 'ਚ ਹੋਊਗੀ, ਉਹ ਤਾਂ ਹੁੰਦੀ ਆ ਥਾਂ ਦੇ ਉੱਤੇ। ਇੰਡੀਅਨ ਸਟੇਟ ਨੂੰ ਤਾਂ ਹੁਣ ਚਾਹੀਦਾ ਵੀ ਜਿੱਦਾਂ ਸੰਗਰੂਰ ਦੇ ਲੋਕਾਂ ਨੇ ਮੈਂਡੇਟ ਦਿੱਤਾ, ਇਹਨਾਂ ਨੂੰ ਚਾਹੀਦਾ ਵੀ ਰੈਫਰੈਂਡਮ ਵੀ ਕਰਾ ਕੇ ਵੇਖ ਹੀ ਲੈਣ ਵੀ ਇਹ ਵੀ ਚਾਲ ਲਾ ਲੈਣ, ਜੇ ਇਹ ਸਾਬਤ ਕਰ ਹੀ ਦੇਣ ਵੀ ਖਾਲਿਸਤਾਨੀ ਹੈ ਨਹੀਂ, ਪੰਜਾਬ 'ਚ ਵੱਸਦੇ ਜਾਂ ਬਾਹਰ ਬੈਠੇ ਰੌਲਾ ਪਾਉਂਦੇ। ਸੋ ਇਹ ਵੀ ਹੋਣਾ ਚਾਹੀਦਾ। ਮਹਾਰਾਜ ਕਿਰਪਾ ਕਰਨ ਅਤੇ ਆਪਾਂ ਜਿਹੜੀ ਭਵਿੱਖ ਦੀ ਰਣਨੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕੀ ਕਰਨਾ ਚਾਹੀਦਾ, ਵਰਸ ਪੰਜਾਬ ਦੀ ਜਥੇਬੰਦੀ ਨੂੰ ਕਿੱਦਾਂ ਕੰਮ ਕਰਨਾ ਚਾਹੀਦਾ, ਉਹਦੇ ਬਾਰੇ ਗੱਲ ਵਿਚਾਰ ਜਿੱਦਾਂ ਕਰਦੇ ਰਹਾਂਗੇ। ਅਤੇ ਜਿਹੜਾ ਮਾਰਚ ਦੀ ਮੈਂ ਗੱਲ ਕੀਤੀ ਸੀ, ਉਹਦੇ ਬਾਰੇ ਜੇ ਕਿਸੇ ਦਾ ਕੋਈ ਸੁਜੈਸ਼ਨ ਹੋਰ ਹੋਵੇ ਤਾਂ ਆਪਾਂ DM ਕਰ ਦਿਓ ਜਾਂ ਇਨਬਾਕਸ ਭੇਜ ਦਿਓ ਕਿਸੇ ਵੀ ਵੀਰ ਨੂੰ। ਮੈਨੂੰ ਲੱਗਦਾ ਵੀ ਮਾਰਚ ਜਿਹੜਾ ਦਰਸ਼ਨ ਸਿੰਘਾਂ ਨੇ ਕਿਹਾ, ਉਹ ਜ਼ਰੂਰੀ ਹੈ। ਪੂਰੇ ਪੰਜਾਬ ਦੇ ਵਿੱਚ ਖਾਲਸਾ ਮਾਰਚ ਹੋਣਾ ਚਾਹੀਦਾ, ਨਿਸ਼ਾਨ ਸਾਹਿਬ ਲਾ ਕੇ, ਹੱਥ 'ਚ ਕਿਰਪਾਨਾਂ ਫੜ ਕੇ, ਅਤੇ ਉੱਥੇ ਅਕਾਲ ਤਖ਼ਤ ਜਾ ਕੇ ਅੰਮ੍ਰਿਤਪਾਨ ਵੀ ਹੋਣਾ ਚਾਹੀਦਾ। ਉੱਥੇ ਸ਼ਸਤਰਾਂ ਦੀ ਸੇਵਾ ਵੀ ਕਰਨੀ ਚਾਹੀਦੀ, ਸ਼ਸਤਰ ਵੀ ਭੇਟ ਕਰਨੇ ਚਾਹੀਦੇ ਨੌਜਵਾਨਾਂ ਨੂੰ, ਤਾਂ ਜੋ ਜਿਹੜਾ ਸਮਾਂ ਹਾਲਾਤ ਭਵਿੱਖ 'ਚ ਬਣ ਰਹੇ ਨੇ, ਅਸੀਂ ਸਾਰੇ ਉਹਦੇ ਲਈ ਤਿਆਰ ਹੋ ਸਕੀਏ ਅਤੇ ਇੰਡੀਅਨ ਸਟੇਟ ਨੂੰ ਦੱਸ ਸਕੀਏ ਵੀ ਜਿਹੜੀ ਜੇ ਉਹ ਤਿਆਰ ਹੈ ਸਾਡੇ ਜ਼ੁਲਮ ਕਰਨ ਨੂੰ, ਕਿ ਅਸੀਂ ਫਿਰ ਉਹਦਾ ਜਵਾਬ ਦੇਣ ਨੂੰ ਬਿਲਕੁਲ ਤਿਆਰ ਹੈ। ਗੁਰੂ ਸਾਹਿਬ ਬਖਸ਼ਿਸ਼ ਕਰਨ। ਇੰਨੀਆਂ ਬੇਨਤੀਆਂ ਸੀ, ਹੁਣ ਤੁਸੀਂ ਚਲੋ ਫਤਿਹ ਬੁਲਾ ਦਿਓ। ਹਾਂਜੀ, ਅਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਜਿਹਨੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਇੱਥੇ ਤੱਕ ਦਾ ਸਾਥ ਦਿੱਤਾ, ਸਾਰੀ ਵੀ ਭੈਣ ਭਰਾਵਾਂ ਦਾ। ਅਤੇ 2-3 ਘੰਟੇ ਤੱਕ ਬਸੰਤ ਵੀਰ ਜੀ ਕਲੱਬ ਹਾਊਸ 'ਤੇ ਸ਼ੁਰੂ ਕਰਨਗੇ, ਉਹ ਆਪਾਂ ਉੱਥੇ ਜੁੜ ਸਕਦੇ ਹਾਂ। ਸੋ ਫਤਿਹ ਬੁਲਾਈਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।